ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਤਨ ਸੀਗਾਰੀਐ ਜੋਬਨ ਬਾਦ ਖੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਸਤਿਗੁਰਾਂ ਨੇ ਜੋ ਨਿਤਨੇਮ ਅਨੁਸਾਰ ਅੰਮ੍ਰਿਤਵੀ ਬਾਣੀ ਦੀ ਕਥਾ ਦਾ ਸਮਾਂ ਬਖਸ਼ਿਆ ਹੋਇਆ ਹੈ, ਜੇ ਸ਼ਬਦ ਦਾ ਸਾਰਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਦੇ ਚ ਰੂਪਕ ਅਲੰਕਾਰ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸੰਸਾਰਕ ਪੱਖ ਵਿੱਚ ਜਿਨ੍ਹਾਂ ਔਰਤਾਂ ਦੇ ਜੀਵਨ ਸਮਾਜ ਵਿਰੋਧੀ ਹਨ ਤੇ ਉਹਨਾਂ ਨੂੰ ਵੀ ਸਿੱਖਿਆ ਹੈ, ਅੰਤਰੀ ਭਾਵ ਦੇ ਜਿਗਿਆਸੂ ਨੂੰ ਸਿੱਖਿਆ ਹੈ। ਜਿਸ ਪ੍ਰਕਾਰ ਗੁਰੂ ਸਾਹਿਬ ਕਿਰਪਾ ਕਰਦੇ ਨੇ, ਸੁਣੋ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ ਜੀ। ਬਿਨ ਪਿਰ ਤਨ ਸੀਗਾਰੀਐ। ਗੁਰੂ ਮਹਾਰਾਜ ਸਾਹਿਬ ਜੀ ਇਸ ਅਲੰਕਾਰ ਦੁਆਰਾ ਕਿ ਜਿਸ ਤਰ੍ਹਾਂ ਕੋਈ ਲੜਕੀ ਹੋਵੇ ਨੌਜਵਾਨ, ਜਵਾਨੀ ਵੀ ਹੈ, ਸੁੰਦਰਤਾ ਵੀ ਹੈ, ਮਾਤਾ ਪਿਤਾ ਨੇ ਉਹਦੀ ਨਾ ਸਗਾਈ ਕੀਤੀ ਹੈ, ਨਾ ਅਜੇ ਉਹਦਾ ਵਿਆਹ ਹੋਇਆ, ਉਹਦੇ ਲਈ ਪਤੀ ਨਹੀਂ ਅਜੇ ਲੱਭਿਆ। ਉਹ ਜਿਹੜੀ ਕੁਆਰੀ ਲੜਕੀ ਹੈ ਤੇ ਪਤੀ ਤੋਂ ਅਜੇ ਬਿਨਾਂ ਹੈ, ਪਰ ਉਸ ਨੇ ਜੇ ਸ਼ਿੰਗਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਸੁਰਖੀ ਬਿੰਦੀ ਲਾਉਂਦੀ ਹੈ, ਮੂੰਹ ਰੰਗਦੀ ਹੈ, ਹਾਰ ਸ਼ਿੰਗਾਰ ਕਰਦੀ ਹੈ, ਪਰ ਸ਼ਾਦੀ ਅਜੇ ਹੋਈ ਨਹੀਂ ਹੈ। ਉਹਦਾ ਜਿਹੜਾ ਜਵਾਨਪਣਾ ਹੈ, ਜਵਾਨੀ ਵੀ ਹੈ ਤੇ ਸ਼ਿੰਗਾਰ ਵੀ ਹੈ, ਦੋਨੇ ਗੱਲਾਂ ਮਹਾਰਾਜ ਕਹਿੰਦੇ ਵਿਅਰਥ ਹਨ। ਜੋਬਨ ਬਾਦ ਖੁਆਰ। ਤੇ ਉਹ ਪਤੀ ਪ੍ਰਾਪਤੀ ਨਹੀਂ ਹੈ, ਇਸ ਕਰਕੇ ਉਹਦਾ ਜਿਹੜਾ ਜੋਬਨ ਅਵਸਥਾ ਹੈ ਇਹ ਵੀ, ਔਰ ਸ਼ਿੰਗਾਰ ਜਿਹੜਾ ਕਰਨਾ ਉਹ ਵੀ, ਪਤੀ ਤੋਂ ਬਿਨਾਂ ਉਹਨੂੰ ਅਨੰਤਤਾ ਪ੍ਰਾਪਤ ਨਹੀਂ ਹੋ ਸਕਦਾ। ਬਾਦ ਬੇਅਰਥ ਹੀ ਹੈ, ਖੁਆਰ ਖੱਜਲ ਖੁਆਰ ਕਰਨ ਵਾਲਾ ਹੈ। ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਨੈ ਬਾਝ ਪਤਾਰਾ। ਸੋ ਇਸ ਤਰ੍ਹਾਂ ਹੈ ਵੀ ਵਿਵਚਾਰ ਫੈਲਾਉਣ ਦਾ ਕਾਰਨ ਬਣੇਗੀ, ਮਾਤਾ ਪਿਤਾ ਦੀ ਬਦਨਾਮੀ ਹੋਏਗੀ, ਖਾਨਦਾਨ ਦੀ ਹੋਏਗੀ, ਤੇ ਪਤੀ ਤੋਂ ਬਿਨਾਂ ਉਹਨੂੰ ਇਹ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਹੈ। ਸ਼ਿੰਗਾਰ ਵਿਅਰਥ ਹੀ ਚਲਾ ਜਾਏਗਾ, ਉਹਦੀ ਜਵਾਨੀ ਵੀ ਵਿਅਰਥ ਹੈ। ਵਿਸ਼ੇ ਵਿਕਾਰਾਂ ਵਿੱਚ ਫਸ ਕੇ ਪਰਾਏ ਪੁਰਸ਼ਾਂ ਦੇ ਨਾਲ ਵਿਵਚਾਰ ਕਰਦੀ ਫਿਰਦੀ, ਉਹ ਖੁਆਰ ਆਪ ਵੀ ਦੁਖੀ ਹੁੰਦੀ ਹੈ ਤੇ ਸਮਾਜ ਦੇ ਵਿੱਚ ਵੀ ਨਿੰਦਿਤ ਕਰਮ ਕਰਨ ਕਰਕੇ ਉਹਦਾ ਨਾਮ ਫਿਰ ਬੇਸਵਾ ਪੈ ਜਾਂਦਾ ਹੈ, ਜਿਉਂ ਵਿਧਵਾ ਤਨ ਪਰ ਕੋ ਦੇਈ ਕਾਮ ਦਾਮ ਚਿਤ ਪਰਵਸ ਹੋਈ। ਤੋ ਇਸ ਪ੍ਰਕਾਰ ਇਹ ਬਾਹਜ ਅਰਥ ਦੇ ਵਿੱਚ ਐਸਾ ਮਹਾਰਾਜ ਕਥਨ ਕਰਦੇ ਹਨ ਜੀ। ਨਾ ਮਾਣੇ ਸੁਖ ਸੇਜੜੀ। ਤੇ ਉਸ ਨੂੰ ਪਤੀ ਦਾ ਜਿਹੜਾ ਸੁਖ ਹੈ ਸੇਜਾ ਦੇ ਉੱਤੇ ਉਹ ਨਹੀਂ ਮਾਣ ਸਕਦੀ, ਹੰਢਾ ਨਹੀਂ ਸਕਦੀ ਹੈ। ਬਿਨ ਪਿਰ ਬਾਦ ਸੀਗਾਰ। ਇਸ ਕਰਕੇ ਉਹ ਪਤੀ ਤੋਂ ਬਿਨਾਂ ਫਿਰ ਉਹਦਾ ਜਿਹੜਾ ਸ਼ਿੰਗਾਰ ਕੀਤਾ ਹੋਇਆ ਉਹ ਬਾਅਦ ਇੱਕ ਝਗੜਿਆਂ ਦਾ ਹੀ ਕਾਰਨ ਬਣਦਾ ਹੈ। ਪਤੀ ਮਿਲਾਪ ਨਹੀਂ ਹੈ, ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਇਸਤਰੀ ਹੈ ਉਹ ਸਮਾਜ ਦੇ ਵਿੱਚ ਨਿੰਦਿਤ ਹੈ। ਬਲਕਿ ਦੂਸਰੇ ਪੱਖ ਦੀ ਇੱਕ ਇਸਤਰੀ ਉਹ ਹੈ ਜਿਹੜੀ ਸ਼ਾਦੀ ਹੋ ਚੁੱਕੀ ਹੈ, ਵਿਆਹੀ ਗਈ ਹੈ, ਪਰ ਉਹਦੇ ਅੰਦਰ ਔਗਣ ਇਹੋ ਜਿਹੇ, ਪੇਕੇ ਘਰ ਤੋਂ ਹੀ ਐਸੇ ਔਗਣ ਪਏ ਹੋਏ ਨੇ। ਪਤੀ ਨੂੰ ਪਤਾ ਚੱਲ ਗਿਆ ਵੀ ਇਹਦਾ ਜੀਵਨ ਠੀਕ ਨਹੀਂ ਹੈ, ਉਹਨੂੰ ਸਮਝਾਉਂਦਾ ਹੈ ਜੋ ਫਿਰ ਵੀ ਨਹੀਂ ਸਮਝਦੀ, ਤੇ ਫਿਰ ਉਹਨਾਂ ਦਾ ਛੱਡ ਛੜਾ ਹੋ ਜਾਂਦਾ ਹੈ, ਤਲਾਕ ਹੋ ਜਾਂਦਾ ਹੈ। ਉਹਨੂੰ ਫਿਰ ਕਹਿੰਦੇ ਦੁਹਾਗਣੀ। ਦੂਸਰਾ ਅਲੰਕਾਰ ਇਹਦੇ ਵਿੱਚ ਦੁਹਾਗਣੀ ਦਾ ਹੈ। ਪਹਿਲਾ ਉਹ ਸੀ ਜਿਹਦੀ ਲੜਕੀ ਅਜੇ ਵਿਆਹੀ ਨਹੀਂ ਗਈ, ਕੁਆਰੀ ਹੈ, ਸ਼ਿੰਗਾਰ ਕਰਦੀ ਹੈ। ਦੂਸਰੀ ਹੈ ਜਿਹੜੀ ਸ਼ਿੰਗਾਰ ਤਾਂ ਕਰ ਰਹੀ ਹੈ ਕਿਉਂਕਿ ਵਿਆਹੀ ਹੋਈ ਹੈ, ਪਰ ਦੁਹਾਗਣ ਹੋ ਚੁੱਕੀ ਹੈ, ਉਹ ਵੀ ਨਿੰਦਿਤ ਹੈ, ਦੱਸਦੇ ਹਨ। ਦੁਖ ਘਣਾ ਦੁਹਾਗਣੀ। ਦੁਹਾਗਣੀ ਨਾਮ ਹੈ ਛੁੱਟੜ ਦਾ, ਵਿਆਹੀ ਤਾਂ ਗਈ ਸੀ ਪਰ ਪਤੀ ਨੇ ਔਗਣ ਜਾਣ ਕੇ ਛੱਡ ਦਿੱਤੀ, ਤੇ ਇਸ ਕਰਕੇ ਫਿਰ ਜਿਹੜੀ ਉਹ ਦੁਹਾਗਣੀ ਹੈ। ਨਾ ਕਰ ਸੇਜ ਪਤਾਰ। ਪਤੀ ਸੇਜਾ ਤੇ ਨਹੀਂ ਆਇਆ, ਘਣੋਂ ਦੁੱਖ, ਉਹਨੂੰ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ।
ਪਤੀ ਘਰ ਦੇ ਵਿੱਚ ਨਹੀਂ ਹੈ, ਸੇਜਾ ਸੁਣਨੀ ਹੈ, ਆਨੰਦ ਨਹੀਂ ਪ੍ਰਾਪਤ ਹੋ ਸਕਦਾ ਹੈ। ਤੋ ਇਹ ਦੋ ਤਰ੍ਹਾਂ ਦੇ ਅਲੰਕਾਰ ਇਹਦੇ ਵਿੱਚ, ਇੱਕ ਤਾਂ ਅਣਵਿਆਹੀ ਦਾ ਤੇ ਇੱਕ ਵਿਆਹੀ ਹੋਈ ਦਾ, ਜਿਹੜੀ ਛੁੱਟੜ ਹੋ ਚੁੱਕੀ ਹੈ ਇੱਕ ਉਸ ਦਾ, ਤੇ ਇੱਕ ਹੈ ਜਿਹੜੀ ਕੁਆਰੀ ਹੈ। ਦੁਬਾਰੇ ਫਿਰ ਜੀ ਬਿਨ ਫਿਰ ਧਨ ਸਿਗਾਰੀ ਹੈ। ਤੇ ਮਹਾਰਾਜ ਸਾਹਿਬ ਜੀ ਦੇ ਵਿੱਚ ਇਹ ਅਲੰਕਾਰ ਹੈ। ਕਹਿੰਦੇ ਭਈ ਬਾਹਰ ਦਾ ਜਿਹੜਾ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਇਹਨੂੰ ਸਮਝਣ ਦੀ ਲੋੜ ਹੈ, ਸਮਾਜ ਸੁਧਾਰਨ ਵਾਸਤੇ ਹੈ। ਅਸਲ ਦੇ ਵਿੱਚ ਇਹ ਜੀਵ ਰੂਪ ਇਸਤਰੀ ਹੈ, ਜਿਸ ਨੂੰ ਸਤਿਗੁਰੂ ਪਿਤਾ ਰੂਪ ਨੂੰ, ਉਹਨਾਂ ਨੇ ਪਿਤਾ ਰੂਪ ਦੇ ਵਿੱਚ ਉਪਦੇਸ਼ ਦੇ ਕੇ, ਉਪਦੇਸ਼ ਦੇਣ ਰੂਪੀ ਪਤੀ ਪਰਮੇਸ਼ਰ ਦੇ ਨਾਲ ਸਗਾਈ ਨੇ ਜੇ ਕੀਤੀ, ਜਿਹੜਾ ਉਪਦੇਸ਼ ਦੇਣਾ ਇਹ ਸਗਾਈ ਕਰਨੀ ਹੈ। ਐਸੀ ਜਗਾਸੂ ਰੂਪ ਇਸਤਰੀ ਜੇਕਰ ਉਹ ਸਾਧਨ ਰੂਪ ਜਪ ਕਰਨਾ, ਤਪ ਕਰਨਾ, ਸਿਗਾਰ ਕਰ ਲਵੇ, ਧੂਣੀਆਂ ਤਾਪ ਲਈਆਂ, ਜਲ ਧਾਰੇ ਕਰ ਲਏ, 10 ਦੁਆਰ ਪ੍ਰਾਣ ਚੜਾਉਣੇ ਵੀ ਸਿੱਖ ਲਏ, ਜਾਂ ਤਰਾਟਕ ਸਾਧ ਲਿਆ, ਆਸਣ ਲਾਉਣੇ ਸਿੱਖ ਲਏ, ਅਨੇਕਾਂ ਤਰ੍ਹਾਂ ਦੇ ਸਾਧਨਾਂ ਦਾ ਸਿਗਾਰ ਕਰ ਲਿਆ, ਪਰ ਉਹ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਅਜੇ ਹੋਈ ਨਹੀਂ ਹੈ, ਕਿਉਂਕਿ ਸਗਾਈ ਉਹ ਨਹੀਂ ਕੀਤੀ, ਅਜੇ ਗੁਰੂ ਦਾ ਉਪਦੇਸ਼ ਨਹੀਂ ਮਿਲਿਆ, ਗੁਰੂ ਧਾਰਨ ਨਹੀਂ ਕੀਤਾ। ਐਸੀ ਜਿਹੜੀ ਜਗਿਆਸੂ ਰੂਪ ਇਸਤਰੀ ਹੈ, ਜੋਵਨਵਾਦ ਖੁਆਰ, ਉਹਦਾ ਜਿਹੜਾ ਸ਼ੌਕ ਅਵਸਥਾ ਰੂਪੀ ਜੋਬਨ ਹੈ, ਜਪ ਤਪ ਦਾ ਸ਼ਿੰਗਾਰ ਹੈ, ਉਹ ਤਾਂ ਵਿਅਰਥ ਹੀ ਚਲਾ ਗਿਆ ਨਾ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਦੀ ਕੁਸੰਗਤ ਦੇ ਵਿੱਚ ਪੈ ਕੇ ਉਹ ਖੁਆਰ ਜਿਹੜੀ ਹੈ ਖੱਜਲ ਹੋ ਰਹੀ ਹੈ, ਦੁਖੀ ਹੋ ਰਹੀ ਹੈ। ਜਗਿਆਸੂ ਰੂਪ ਇਸਤਰੀ ਨਾ ਮਾੜੇ ਸੁਖ ਸੇਜੜੀ, ਤੇ ਉਸ ਨੂੰ ਪਤੀ ਪਰਮਾਤਮਾ ਜਿਹੜਾ ਵਾਹਿਗੁਰੂ ਹੈ, ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਪਰਮੇਸ਼ਰ ਪਤੀ ਦੀ ਨਿਆਈ ਆਤਮਿਕ ਆਨੰਦ ਰੂਪ, ਉਹਨੂੰ ਇਹ ਪ੍ਰਾਪਤ ਸੁਖ ਸੇਜੜੀ ਅੰਤਸ ਕਰਨ ਦੀ ਸੇਜਾ ਦੇ ਉੱਤੇ ਵਾਹਿਗੁਰੂ ਦੇ ਪਤੀ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਜਿਹੜਾ ਹੈ, ਆਤਮਿਕ ਆਨੰਦ, ਇਹ ਜੀਵ ਰੂਪ ਤੇਰੀ ਨਹੀਂ ਮਾਣ ਸਕਦੀ ਹੈ। ਜਿਸ ਕਰਕੇ ਬਿਨ ਫਿਰ ਬਾਦ ਸਿਗਾਰ, ਪਤੀ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਨਹੀਂ ਹੋਇਆ, ਤੇ ਸਾਰੇ ਸਾਧਨਾ ਰੂਪੀ ਸ਼ਿੰਗਾਰ ਜਿਹੜਾ ਬਾਦ ਵਿਅਰਥੀ ਹੋ ਗਿਆ ਨਾ। ਤਪ ਤਪ ਲੋਹ ਲੋਹ ਹੱਥ ਮਰੋ ਰੋ ਬਾਬਰ ਹੋਈ 100 ਲੋਹਰੋ, ਇਹ ਇਸ ਤਰ੍ਹਾਂ ਦੀ ਤਪੱਸਿਆ ਨਾਲ ਸਰੀਰ ਨੂੰ ਤਪਾਤ ਪਾ ਕੇ ਹੱਥ ਪੈਰ ਮਰੋੜ ਲਏ, ਕਮਲੇ ਹੋ ਗਏ, ਜਾਂ ਹੋਰ ਕਈ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗ ਗਏ, ਪਰਮੇਸ਼ਰ ਦੀ ਭਾਲ ਕਰਦੇ ਫਿਰੇ, ਪਰ ਉਹ ਇਹ ਸਾਧਨ ਰੂਪ ਸ਼ਿੰਗਾਰ ਵਿਅਰਥੀ ਚਲਾ ਗਿਆ ਹੈ। ਦੁਖ ਕਣੋ ਦੁਹਾਗਣੇ, ਉਹ ਤਾਂ ਫਿਰ ਜਿਵੇਂ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ, ਉਹਨੂੰ ਕਣਾ ਕੀ ਇਹ ਬਹੁਤਾ ਦੁੱਖ ਮਿਲੂਗਾ। ਤੇ ਇਸ ਪ੍ਰਕਾਰ ਦਾ ਜਿਹੜਾ ਸਤਿਗੁਰਾਂ ਦੇ ਉਪਦੇਸ਼ ਨੂੰ ਲਏ ਤੋਂ ਬਿਨਾ ਪਰਮੇਸ਼ਰ ਦੀਆਂ ਸਖੀਆਂ ਹੋਣ ਦਾ ਨਿਸ਼ਚਾ ਮਨ ਦੇ ਵਿੱਚ ਹੋ ਗਿਆ ਵੀ ਮੈਂ ਘੱਟ ਨਹੀਂ ਹਾਂ ਕਿਸੇ ਤੋਂ, ਪਰ ਉਪਦੇਸ਼ ਦੀ ਕਮਾਈ ਨਹੀਂ ਕੀਤੀ ਤੇ ਹੁਕਮ ਨਹੀਂ ਮੰਨਿਆ ਹੈ ਤੇ ਗੁਰੂ ਦਾ ਧਾਰਨ ਕਰ ਲਿਆ। ਇਹ ਉਹਨਾਂ ਦੀ ਨਿਆਈਆਂ ਜਿਹੜੀਆਂ ਵਿਆਹੀਆਂ ਗਈਆਂ, ਜਿੱਥੇ ਪਿੱਛੇ ਦ੍ਰਿਸ਼ਟਾਂਤ ਆਇਆ ਸੀ, ਨਿਸ਼ਚਾ ਕਰ ਲਿਆ ਪਰ ਉਪਦੇਸ਼ ਸੁਣ ਲਿਆ, ਗੁਰੂ ਧਾਰਨ ਕਰ ਲਿਆ, ਪਰ ਕਮਾਈ ਨਹੀਂ ਕੀਤੀ, ਤੇ ਔਗਣ ਉਸੇ ਤਰ੍ਹਾਂ ਕਰੀ ਗਿਆ ਗੁਰੂ ਵਾਲਾ ਬਣ ਕੇ ਵੀ। ਉਹ ਜਗਿਆਸੂ ਰੂਪ ਇਸਤਰੀ ਜਿਹੜੀ ਹੈ, ਛੁੱਟੜ ਇਸਤਰੀ ਦੀ ਨਿਆਈ ਹੋ ਗਈ, ਗੁਰੂ ਪਰਮੇਸ਼ਰ ਨੇ ਤਿਆਗ ਦਿੱਤਾ, ਤੇ ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਖਿਆਤਾ ਕਾਰਨੀ ਹੁੰਦੀ ਹੈ, ਨਾ ਘਰ ਸੇਜ ਪਤਾਰ। ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਰਹਿੰਦਾ, ਪਰ ਅੰਤਸ ਕਰਨ ਦੀ ਸੇਜਾ ਜਿਹੜੀ ਉਹਦੇ ਤੇ ਪਤੀ ਪਰਮੇਸ਼ਰ ਦਾ ਸੇਜ ਏਕ ਪਰ ਮਿਲਣ ਦੁਰਾਈ, ਉਹ ਸਾਖੀ ਚੇਤਨ ਅੰਤਸ ਕਰਨ ਦੀ ਸੇਜਾ ਤੇ ਹੈ, ਸਿਖਿਆਤਾ ਕਾਰ ਨਹੀਂ ਹੁੰਦਾ। ਇਸ ਲਈ ਉਹਨਾਂ ਨੂੰ ਘਣੋਂ ਕਹੀਏ ਬਹੁਤਾ ਹੀ ਦੁੱਖ ਪ੍ਰਾਪਤ ਹੁੰਦਾ ਹੈ। ਮਨ ਰੇ ਰਾਮ ਜਪੋ ਸੁਖ ਹੋਏ। ਮਹਾਰਾਜ ਸੁਖ ਕਿਵੇਂ ਪ੍ਰਾਪਤ ਹੋਏਗਾ? ਕਹਿੰਦੇ ਭਾਈ ਆਪਣੇ ਮਨ ਨੂੰ ਕਹੇ, ਜਿਹੜਾ ਮਨ ਭਗਤੀ ਨਹੀਂ ਕਰਦਾ, ਮਨ ਰੇ ਹੇ ਮਨ ਰਾਮ ਜਪੋ, ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣਾ ਕਰ, ਤਾਂ ਫਿਰ ਸਤਿਗੁਰੂ ਦੁਆਰਾ ਆਤਮਿਕ ਸੁਖ ਹੋਏ, ਤੈਨੂੰ ਸੁਖ ਪ੍ਰਾਪਤ ਹੋ ਜਾਏਗਾ। ਬਿਨ ਗੁਰ ਪ੍ਰੇਮ ਨਾ ਪਾਈਐ, ਸਤਿਗੁਰਾਂ ਤੋਂ ਬਿਨਾ ਬਗੈਰ ਕਿਤੋਂ ਵੀ ਪ੍ਰੇਮ ਨਹੀਂ ਪ੍ਰਾਪਤ ਹੋਏਗਾ ਤੈਨੂੰ, ਤੇ ਬਲਕਿ ਗੁਰੂ ਦੇ ਉਪਦੇਸ਼ ਦੁਆਰਾ ਸ਼ਬਦ ਮਿਲੇ ਰੰਗ ਹੋਏ। ਸ਼ਬਦ ਉਪਦੇਸ਼ ਦਾ ਨਾਮ ਹੈ,
ਜੇ ਤੈਨੂੰ ਉਪਦੇਸ਼ ਗੁਰੂ ਦਾ ਮਿਲਣ ਦੇ ਨਾਲ ਹੀ ਫਿਰ ਕੀ ਹੋਏਗਾ? ਰੰਗ ਨਾਮ ਪ੍ਰੇਮ ਦਾ ਹੈ। ਉਹ ਪ੍ਰੇਮ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਏਗਾ। ਤੇ ਇਸੇ ਤਰ੍ਹਾਂ ਹੋਏ ਹੁੰਦਾ ਹੈ, ਕਿੰਨਿਆਂ ਨੂੰ ਹੋਇਆ, ਤੈਨੂੰ ਵੀ ਹੋਏਗਾ। ਇਹ ਮੁੱਲ ਮਿਲਣ ਵਾਲੀ ਤਾਂ ਵਸਤੂ ਨਹੀਂ ਹੈ ਜੇ ਤੂੰ ਕਹੇ ਮੈਂ ਫਲਾਣੇ ਤੋਂ ਲੈ ਆਉਂ। ਇਹ ਸਤਿਗੁਰਾਂ ਦੀ ਸੰਗਤ ਕਰਦਿਆਂ ਗੁਰੂ ਤੋਂ ਹੀ ਪ੍ਰੇਮ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦਾ ਪ੍ਰੇਮ ਪਦਾਰਥ ਪਾਈਏ ਤਾਂ ਮਿਲਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਗੁਰ ਸੇਵਾ ਸੁਖ ਪਾਈਏ। ਦੋ ਹੀ ਟਿਕਾਣੇ ਨੇ ਸੁਖ ਦੇ, ਵੀ ਜਾਂ ਤਾਂ ਭਾਈ ਰੇ ਸੁਖ ਸਾਧ ਸੰਗ ਪਾਇਆ, ਸਾਧ ਸੰਗਤ ਦੀ ਸੁਖ ਹੈ ਜਿੱਥੇ ਆਪ ਜੀ ਬੈਠੇ ਹੋ, ਜਾਂ ਫਿਰ ਸੁਖ ਹੈ ਜਿਹੜਾ ਹਰ ਕੋ ਨਾਮ ਸਦਾ ਸੁਖਦਾਈ, ਪਰਮੇਸ਼ਰ ਦਾ ਨਾਮ ਹੈ। ਤੀਸਰੀ ਗੱਲ ਹੈ ਵੀ ਗੁਰੂ ਦੀ ਸੇਵਾ ਵਿੱਚ ਸੁਖ ਹੈ। ਇਹ ਤਿੰਨ ਟਿਕਾਣੇ ਸੁਖ ਦੇ ਨੇ ਜੇ ਕਿਸੇ ਨੇ ਸੁਖ ਪ੍ਰਾਪਤ ਕਰਨਾ ਹੈ। ਨਿਸ਼ਕਾਮ ਸੇਵਾ ਕਰੋ, ਨਾਮ ਜਪੋ ਤੇ ਸਤ ਸੰਗਤ ਕਰੋ। ਇਹ ਤਿੰਨ ਟਿਕਾਣੇ ਸੁਖ ਦੇ। ਇਦੋਂ ਬਿਨਾ ਨਾ ਧਨ ਵਿੱਚ ਸੁਖ ਹੈ, ਨਾ ਵਿਸ਼ਿਆਂ ਸੁਖ ਹੈ। ਜਿੱਥੇ ਮਰਜ਼ੀ ਭਜ ਲੋ, ਕਿਤੇ ਸੁਖ ਨਹੀਂ ਪ੍ਰਾਪਤ ਹੁੰਦਾ। ਗੁਰ ਸੇਵਾ ਸੁਖ ਪਾਈਏ। ਮਨ ਇਕਾਗਰ ਹੁੰਦਾ, ਇਕਾਗਰ ਮਨ ਚ ਸੁਖ ਆ ਜਾਂਦਾ। ਇਸ ਕਰਕੇ ਗੁਰੂ ਦੀ ਸੇਵਾ ਵਿੱਚ ਤੈਨੂੰ ਸੁਖ ਪ੍ਰਾਪਤ ਹੋਏਗਾ। ਸੇਵਾ ਕਰਕੇ ਹਰ ਵਰ ਸਹਿਜ ਸੀਗਾਰ, ਸਹਿਜ ਸੁਤੇ ਸਿੱਧ, ਸੁਤੇ ਸਿੱਧੀ ਸ਼ਰਧਾ, ਸ਼ਾਂਤੀ, ਕਰਨਾ, ਮੈਤਰੀ, ਮੁਦਤਾ ਤੇ ਜਾਂ ਫਿਰ ਸਤ ਸੰਤੋਖ ਆਦਿ ਜਿਹੜੇ ਸ਼ੁਭ ਗੁਣ, ਇਹਨਾਂ ਗੁਣਾਂ ਦਾ ਸ਼ਿੰਗਾਰ ਕੀਤਾ। ਜਿਨ੍ਹਾਂ ਨੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਕੇ ਸਹਿਜ ਗਿਆਨ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਬਰਨਾਮ ਪਤੀ ਦਾ ਉਹ ਪ੍ਰਾਪਤ ਕਰ ਲਿਆ ਹੈ। ਪਰ ਸਤਿਗੁਰਾਂ ਦੀ ਸੇਵਾ ਕਰਕੇ ਇਹ ਫਿਰ ਸੁਖ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਐਸਾ ਹੀ ਸੇਵਾ ਦੇ ਸੁਖ ਸੇਵਾ ਅੰਦਰ ਰੱਖੀ ਹੈ। ਸੇਵਾ ਦੇ ਵਿੱਚ ਸੁਖ, ਹੋਰ ਕਿਤੇ ਸੁਖ ਨਹੀਂ ਹੈ। ਇਸ ਕਰਕੇ ਸੁਖ ਤੇ ਆਨੰਦ ਇਹਦਾ ਕੋਈ ਬਹੁਤਾ ਫਰਕ ਨਹੀਂ ਹੈ। ਐ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਸਹਿਜੇ ਹੀ ਫਿਰ ਸੱਚ ਮਾਣੇ ਫਿਰ ਸੇਜੜੀ, ਫਿਰ ਜਿਗਿਆਸੂ ਰੂਪ ਜਿਹੜੀ ਇਸਤਰੀ ਹੈ ਸੱਚ ਨਿਸ਼ਚੇ ਕਰਕੇ ਅੰਤਸਕਰਨ ਦੀ ਸੇਜਾ ਤੇ ਪਤੀ ਪਰਮਾਤਮਾ ਜਿਹੜਾ ਵਾਹਿਗੁਰੂ ਹੈ ਉਹਦੇ ਮਿਲਾਪ ਦਾ ਆਨੰਦ ਮਾਣਦੀ ਹੈ। ਗੂੜਾ ਹੇਤ ਪਿਆਰ, ਜਿਹਨਾਂ ਦਾ ਗੂੜਾ ਬਹੁਤ ਹੀ ਪਿਆਰ ਹੈ ਉਸ ਵਾਹਿਗੁਰੂ ਪਤੀ ਪਰਮੇਸ਼ਰ ਨਾਲ, ਉਹਨਾਂ ਦੀ ਅੰਤਸਕਰਨ ਦੀ ਸੇਜਾ ਐਸੀ ਹੈ, ਮਨ ਬੁੱਧ ਚਿੱਤ ਹੰਕਾਰ ਇਹ ਤਾਂ ਚਾਰੇ ਪਾਵੇ ਨੇ। ਜਿਵੇਂ ਮੰਜੇ ਦੇ ਚਾਰ ਪਾਵੇ ਹੁੰਦੇ ਆ, ਜਿਹੜੀਆਂ ਚਾਰ ਬਿਰਤੀਆਂ ਨੇ ਇਹ ਬਾਹੀਆਂ ਤੇ ਸ਼ੇਰਵੇ ਹੈ। ਪ੍ਰੇਮ ਰੂਪੀ ਬਾਣ ਦੇ ਨਾਲ ਬੁਣੀ ਹੋਈ ਹੈ ਸੇਜਾ। ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹ ਵਿਸ਼ਿਆਂ ਦਾ ਤਿਆਗ ਕਰਨ ਰੂਪੀ ਇਹਦੇ ਦੇ ਫੁੱਲ ਕੱਢੇ ਹੋਏ ਹੈ, ਜਿਵੇਂ ਚਾਦਰਾਂ ਦੇ ਉੱਤੇ ਫੁੱਲ ਕੱਢੇ ਹੁੰਦੇ ਆ। ਇਹੋ ਜਿਹੇ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰੀ ਹੋਈ ਅੰਤਸਕਰਨ ਰੂਪੀ ਸੇਜਾ ਹੈ। ਉਹਦੇ ਤੇ ਜਿਗਿਆਸੂ ਰੂਪ ਇਸਤਰੀ ਪਤੀ ਪਰਮਾਤਮਾ ਦੀ ਸਖਿਆਤਾਕਾਰ ਰੂਪੀ ਆਨੰਦ ਨੂੰ ਮਾਣਦੀ ਹੈ, ਇਹ ਸੁਖ ਮਾਣਦੀ ਹੈ। ਪਰ ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਪਰਮੇਸ਼ਰ ਦਾ ਤਨ ਕਰਕੇ ਹੇਤ ਪ੍ਰੇਮ ਹੈ, ਮਨ ਕਰਕੇ ਗੂੜਾ ਬਹੁਤ ਗਾੜਾ ਸੰਘਣਾ ਪਿਆਰ ਹੈ, ਸਨੇਹ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਵਿੱਚ ਪ੍ਰੇਮ ਦਾ ਪਿਆਲਾ ਆਪ ਪੀਤਾ, ਹੋਰਨਾਂ ਨੂੰ ਪਿਲਾਉਂਦੇ ਆ। ਇਹ ਪ੍ਰੇਮ ਪਿਆਲਾ ਖਸਮ ਕਾ ਜਾਏ ਭਾਵੇ ਤਾਂ ਦੇ ਵਾਹਿਗੁਰੂ ਇਹ ਕਿਰਪਾ ਕਰੇ। ਉਹਨਾਂ ਨੂੰ ਪਤੀ ਪਰਮੇਸ਼ਰ ਦਾ ਪ੍ਰਾਪਤ ਹੋਣਾ, ਪਿਆਰ ਪ੍ਰਾਪਤ ਹੋਣਾ, ਜੋ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰਾਂ ਨਾਲ ਗੂੜਾ ਬਹੁਤ ਪ੍ਰੇਮ ਕਰਦੇ ਹਨ। ਗੁਰਮੁਖ ਜਾਣ ਸਮਝਾਣੀਐ, ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਸਤਿਗੁਰੂ ਦੁਆਰਾ ਪ੍ਰਾਪਤ ਹੋਏ ਗਿਆਨ ਨੂੰ ਜਾਣ ਸਮਝ ਕਰਕੇ ਫਿਰ ਕੀ ਹੁੰਦਾ, ਜਾਣ ਸਮਝ ਲਿਆ ਤੇ ਫਿਰ ਆਪਣੇ ਸਰੂਪ ਨੂੰ ਜਾਂ ਅਕਾਲ ਪੁਰਖ ਨੂੰ ਸਿਆਣੀਆਂ ਪਛਾਣ ਲਈਦਾ ਹੈ। ਗੁਰ ਮੇਲੀ ਗੁਣ ਚਾਰ, ਸਤਿਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ ਤੇ ਉਹਨਾਂ ਨੂੰ ਚਾਰ ਸੁੰਦਰ ਗੁਣਾਂ ਦੀ ਪ੍ਰਾਪਤੀ ਹੋ ਗਈ ਹੈ। ਜੇ ਇਹਨਾਂ ਨੂੰ ਚਾਰ ਦੀ ਗਿਣਤੀ ਵਿੱਚ ਰੱਖੀਏ ਤਾਂ ਫਿਰ ਚਾਰ ਬਹੁਤ ਸਾਰੇ ਸ਼ੁਭ ਗੁਣ। ਉਹ ਚਾਰੇ ਗੁਣਾ ਕਿਹੜੇ ਚਾਰੇ ਗੁਣ? ਉਹ ਚਾਰੇ ਗੁਣਾਂ ਦੇ ਕਰਨਾ, ਮੈਤਰੀ, ਮੁਦਤਾ, ਪੇਖਾ ਚਾਰੇ ਵੀ ਨੇ, ਜਾਂ ਫਿਰ ਬੈਰਾਗ, ਵਿਵੇਕ, ਖਟ ਸੰਪਤੀ, ਮੋਹ, ਖਿੱਚਾ, ਇਹਨਾਂ ਦੇ ਨਾਲ ਗੁਰੂ ਨੇ ਮੇਲੀ ਹੈ, ਚਾਰ ਗੁਣ ਮੇਲ ਦਿੱਤੇ ਨੇ। ਜਾਂ ਚਾਰੇ ਗੁਣ ਜਿਹੜੇ ਨੇ, ਗੁਣ ਚਾਰ, ਸਰਵਣ ਮੰਨਣ ਅਧਿਆਸਨ ਤਤ ਤੁਮ ਪਾਦਾ ਸੁਸ਼ੋਧਨ, ਇਹ ਵੀ ਚਾਰ ਨੇ। ਜਾਂ ਫਿਰ ਚਾਰ ਅਵਸਥਾ, ਸਤੂਆ ਪਾਦਕ ਹੈ, ਸੰਸਕਤ ਹੈ, ਪਦਾਰਥ ਭਾਵਨੀ ਹੈ, ਤੁਰਿਆ ਹੈ।
ਇਹਨਾਂ ਦੀ ਬਖਸ਼ਿਸ਼ ਸਤਿਗੁਰਾਂ ਨੇ ਕਰ ਦਿੱਤੀ ਹੈ, ਜਿਨ੍ਹਾਂ ਨੂੰ ਚਾਰ ਸੁੰਦਰ ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਆਦਿ ਗੁਣਾਂ ਦੀ ਸੰਗਤਾਂ ਦੇ ਵਿੱਚੋਂ ਹੀ ਫਿਰ ਉਹਨਾਂ ਨੂੰ ਇਹ ਗੁਣ ਪ੍ਰਾਪਤ ਹੋਏ ਤੇ ਫਿਰ ਗੁਰਮੁਖ ਜਾਣ ਸਿਆਣੀ ਹੈ, ਉਹ ਆਪਣੇ ਵਾਹਿਗੁਰੂ ਨੂੰ ਸਿਆਣ ਲੈਂਦੇ ਹੈ, ਸਤਿਗੁਰੂ ਮਹਾਰਾਜ ਦੇ ਸਰੂਪ ਦੇ ਨਾਲ ਮੇਲ ਹੋ ਜਾਂਦਾ ਹੈ। ਸਤ ਮਿਲਹੁ ਵਰ ਕਾਮਣੀ, ਵਰਪਤੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਚਾਹਵਾਨ ਜਿਹੜੀ ਜਿਗਿਆਸੂ ਰੂਪ ਕਾਮਣੀ ਇਸਤਰੀ ਉਹ ਇਹ ਉਪਦੇਸ਼ ਹੈ ਪਤੀ ਪ੍ਰਮਾਤਮਾ ਨੂੰ ਮਿਲਣ ਦੇ ਲਈ। ਫਿਰ ਉਸ ਦੇ ਸੱਚੇ ਨਾਮ ਦਾ ਮਿਲਣਾ ਕਰੋ, ਪਹਿਲਾਂ ਸੱਚੇ ਨਾਮ ਨੂੰ ਮਿਲੋਗੇ, ਪਰ ਜਿਸ ਨੂੰ ਸੱਚਾ ਨਾਮ ਮਿਲਣਾ ਪ੍ਰਾਪਤ ਹੋ ਗਿਆ, ਜਿਸ ਨੂੰ ਫਿਰ ਮੋਹੀ ਰੰਗ ਲਾਏ, ਜਿਸ ਜਿਗਿਆਸੂ ਰੂਪ ਇਸਤਰੀ ਨੂੰ ਸਤਿਗੁਰਾਂ ਨੇ ਪ੍ਰਭੂ ਦਾ ਰੰਗ ਪ੍ਰੇਮ ਲਾ ਦਿੱਤਾ ਹੈ, ਰੰਗ ਨਾਮ ਪ੍ਰੇਮ ਦਾ, ਫਿਰ ਪਤੀ ਪਰਮੇਸ਼ਰ ਨੂੰ ਮੋਹਿਤ ਕਰ ਲਿਆ। ਭਾਵ ਕੀ ਹੈ, ਉਹ ਇਸਤਰੀ ਅਕਾਲ ਪੁਰਖ ਨੂੰ ਭਾ ਗਈ ਹੈ, ਚੰਗੀ ਲੱਗਦੀ ਹੈ, ਜਿਸ ਦੀ ਬਿਰਤੀ ਅਕਾਲ ਪੁਰਖ ਦੇ ਪ੍ਰੇਮ ਕਰਕੇ ਉਸ ਵਿੱਚ ਮੋਹਿਤ ਹੋ ਗਈ ਹੈ। ਇਹ ਵੀ ਇਹਦਾ ਅਰਥ ਜਾਣਨਾ, ਉਹਦੇ ਹਿਰਦੇ 'ਚ ਵਾਹਿਗੁਰੂ ਸਤਿਗੁਰਾਂ ਨੇ ਕਿਰਪਾ ਕਰਕੇ ਰੰਗ ਆਨੰਦ ਲਾ ਦਿੱਤਾ ਹੈ। ਮਨ ਤਨ ਸੱਚ ਵਿਗਸਿਆ, ਤੇ ਇਹ ਭਾਈ ਪਾਠ ਦਾ ਇਸ ਤਰ੍ਹਾਂ ਜਿਵੇਂ ਸੁਣਿਆ ਇਹਨੂੰ ਵਿਗਸਿਆ ਨਾ ਬਣ ਜਵੇ, ਜਿਵੇਂ ਸੁਣਿਆ ਪਾਠ ਵਿਗਸਿਆ ਅਧਿਕ ਸਹਿਤ ਪਾਠ ਕਰਨਾ ਹੈ। ਫਿਰ ਉਹਨਾਂ ਦਾ ਤਨ ਅਤੇ ਮਨ ਸੱਚੇ ਵਾਹਿਗੁਰੂ ਦੇ ਵਿੱਚ ਵਿਗਸਿਆ ਕਿ ਇਹ ਖਿੜ ਗਿਆ ਹੈ। ਐਸੇ ਜਿਹੜੇ ਮਹਾਤਮਾ ਹਨ ਕੀਮਤ ਕਹਿਣ ਨਾ ਜਾਏ, ਉਹਨਾਂ ਦੇ ਗੁਣਾਂ ਦੀ ਫਿਰ ਕੀਮਤ ਥੋੜੀ ਕਹੀ ਜਾਂਦੀ ਹੈ, ਉਹ ਕੋਈ ਅੰਤ ਨਹੀਂ ਪਾਇਆ ਜਾਂਦਾ। ਐਸੇ ਗੁਣ ਹਨ ਸ਼ੁਭ ਵਡਿਆਈਆਂ, ਉਹਨਾਂ ਦਾ ਜਸ ਜਿਹੜਾ ਕਿਹਾ ਨਹੀਂ ਜਾਂਦਾ। ਹਰ ਵਰ ਘਰ ਸੁਹਾਗਣੇ, ਜਗਨ ਜਿਗਿਆਸੂ ਰੂਪ ਇਸਤਰੀਆਂ ਨੂੰ ਵਰ ਪਤੀ ਹਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਰੂਪ ਪਤੀ ਪ੍ਰਾਪਤ ਹੋਇਆ ਹੈ। ਨਿਰਮਲ ਸਾਚੈ ਨਾਏ, ਤੇ ਉਹ ਜਿਹੜੀਆਂ ਸੁਹਾਗਣੀਆਂ ਸੁਹਾਗਵੰਤੀਆਂ ਭਾਵ ਪਰਮੇਸ਼ਰ ਦੇ ਆਨੰਦ ਵਾਲੀਆਂ ਦਾ ਹਿਰਦੇ ਰੂਪੀ ਜਿਹੜਾ ਘਰ ਹੈ ਉਹ ਬੜਾ ਸੋਭਨੀਕ ਹੋ ਗਿਆ। ਤੇ ਕਿਉਂਕਿ ਨਿਰਮਲ ਹੋ ਗਈਆਂ ਨੇ, ਉਹ ਸੋਭਨੀਕ ਜਿਨ੍ਹਾਂ ਦੇ ਘਰ ਹਿਰਦੇ ਵਿੱਚ ਹਰ ਪਰਮੇਸ਼ਰ ਵਾਹਿਗੁਰੂ ਰੂਪ ਵਰ ਪਤੀ ਪ੍ਰਾਪਤ ਹੋਇਆ ਹੈ, ਉਹ ਜਿਗਿਆਸੂ ਰੂਪ ਇਸ ਤਰ੍ਹਾਂ ਸੁਹਾਗ ਵਾਲੀਆਂ ਹੋਈਆਂ। ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਉਹਨਾਂ ਨੂੰ ਸੁਹਾਗਣਾ ਵਰ ਪਤੀ ਵਾਲੀਆਂ ਨੇ। ਤੇ ਪਰ ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਗੁਰਾਂ ਨੇ ਸੱਚੇ ਨਾਮ ਦੀ ਦਾਤ ਦੇ ਕੇ ਪਾਪਾਂ ਦੀ ਮੈਲ ਤੋਂ ਨਿਰਮਲ ਨਾਮ ਉਜਲਦਾ ਉਜਲ ਕਰ ਦਿੱਤਾ ਹੈ। ਮਨ ਵਹਿ ਮਨੁਆ ਜੇ ਮਰੈ, ਇਹ ਜਿਗਿਆਸੂ ਰੂਪ ਇਸਤਰੀ ਜਿਹੜੀ ਹੈ, ਜਿਗਿਆਸੂ ਰੂਪ ਇਸ ਦਾ ਮਨ ਜਿਹੜਾ ਹਰ ਵਕਤ ਪਦਾਰਥਾਂ ਦੇ ਮਹਿ ਵਿੱਚ ਜੁੜਿਆ ਰਹਿੰਦਾ ਹੈ। ਜੇਕਰ ਉਸ ਦਾ ਮਨ ਪਰਮੇਸ਼ਰ ਦੇ ਮਨੁਆ ਮੰਨਣ ਕਰਨ ਵਿੱਚ ਜਾਂ ਸਤਿਗੁਰਾਂ ਦੇ ਹੁਕਮ ਨੂੰ ਮੰਨਣ ਵਿੱਚ ਜੀਵਤ ਭਾਵ ਤੋਂ ਜੇ ਮਰ ਜਾਵੇ, ਮਨ ਵਿੱਚੋਂ ਮਨੁਆ ਮਨੌਤ ਮੋਹ ਮਮਤਾ ਮਰ ਜਾਵੇ, ਤਾਂ ਫਿਰ ਉਹ ਜਿਗਿਆਸੂ ਰੂਪ ਇਸਤਰੀ ਜੋ ਹੈ ਤਾਂ ਫਿਰ ਰਾਵੈ ਨਾਰ, ਉਹ ਫਿਰ ਨਾਰ ਇਸਤਰੀ ਫਿਰ ਪਤੀ ਦੇ ਆਨੰਦ ਨੂੰ, ਰਾਵੇ ਦਾ ਅਰਥ ਹੈ ਮਾਨਣਾ, ਉਹ ਆਨੰਦ ਨੂੰ ਮਾਣ ਸਕਦੀ ਹੈ। ਇਕਤ ਤਾਗੈ ਰਲ ਮਿਲੈ, ਇਕਤ ਤਾਗੈ ਰਲ ਮਿਲੈ, ਤੇ ਜਿਸ ਤਰ੍ਹਾਂ ਇੱਕੋ ਤਾਗੇ ਵਿੱਚ ਰਲ ਮਿਲ ਕੇ ਸਾਰੇ ਮੋਤੀ ਆਪਸ ਵਿੱਚ ਹੀ ਮਿਲ ਜਾਂਦੇ ਆ, ਉਹ ਤਾਂ ਖਿੰਡੇ ਰਹਿੰਦੇ ਆ, ਧਾਗੇ ਕਰਕੇ ਸਾਰੇ ਮੋਤੀ ਇਕੱਠੇ ਹੋ ਕੇ ਮਾਲਾ ਬਣ ਜਾਂਦੀ ਹੈ। ਫਿਰ ਉਹ ਮੋਤੀਆਂ ਦਾ ਹਾਰ ਗਲ ਵਿੱਚ ਸੋਭਨੀਕ ਹੁੰਦਾ ਹੈ, ਤੇ ਇਸ ਕਰਕੇ ਦੱਸਦੇ ਨੇ ਕਿ ਗਲ ਮੋਤੀਆਂ ਨੂੰ, ਗਲ ਮੋਤੀਆਂ ਕਾ ਹਾਰ, ਉਹ ਸੋਭਨੀਕ ਹੁੰਦਾ ਹੈ, ਹਾਰ ਗਲ ਵਿੱਚ ਪਾਇਆ ਚੰਗਾ ਲੱਗਦਾ। ਤੇ ਇਸ ਪ੍ਰਕਾਰ ਜਿਹੜੇ ਗੁਰਮੁਖ ਹਨ ਉਹ ਏਕਤਾ ਰੂਪੀ ਧਾਗੇ ਵਿੱਚ, ਸ਼ਬਦ ਰੂਪ ਧਾਗੇ ਵਿੱਚ ਮਿਲ ਕਰਕੇ ਫਿਰ ਜੀਵਨ ਮੁਕਤ ਗੁਰਮੁਖ ਲਿਵ ਲਾ ਕੇ ਮਨ ਬਾਣੀ ਸਰੀਰ ਕਰਕੇ ਉਹ ਗੁਰਮੁਖ ਰਲਦੇ ਅਤੇ ਮੋਤੀਆਂ ਦੇ ਹਾਰ ਦੀ ਤਰ੍ਹਾਂ ਵਾਹਿਗੁਰੂ ਦੇ ਕੰਠ ਦਾ ਹਾਰ ਬਣ ਜਾਂਦੇ ਨੇ। ਜਿਵੇਂ ਬਾਬਾ ਬੁੱਢਾ ਸਾਹਿਬ ਸੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਭਾਰੋ ਜੀ, ਭਾਈ ਬਿਧੀ ਚੰਦ ਜੀ, ਕਿੰਨੇ ਕੁ ਜੀਵਨ ਮੁਕਤ ਗੁਰਮੁਖਾਂ ਦਾ ਨਾਂ ਲਿਆ ਜਾਏ। ਇਹ ਮੋਤੀਓ ਸੀ, ਮੋਤੀਆਂ ਵਾਂਗ ਹਾਰ ਪਰਮੇਸ਼ਰ ਦੇ ਗਲ ਦਾ ਕੰਠ ਦੇ ਵਿੱਚ ਸੋਭਨੀਕ ਹੋਏ ਨੇ, ਅਭੇਦ ਹੋ ਗਏ ਨੇ। ਜੋ ਤਤ ਸਰੂਪ ਪਰਮਾਤਮਾ ਹੈ, ਤਾਗੇ ਸੂਤ ਦੀ ਨਿਆਈ ਚੇਤਨ ਰੂਪ ਹੋ ਕੇ ਸਾਰਿਆਂ ਵਿੱਚ ਮਿਲਿਆ ਹੋਇਆ, ਉਹਦੇ ਨਾਮ ਵਿੱਚ ਰਲ ਕੇ ਉਹਦੇ ਸਰੂਪ ਵਿੱਚ ਮਿਲ ਜਾਣ ਕਰਕੇ ਬੈਰਾਗ ਵਿਵੇਕ ਆਦ ਮੋਤੀਆਂ ਦਾ ਹਾਰ ਉਹਨਾਂ ਦੇ ਅੰਤਸ਼ਕਰਨ ਰੂਪੀ ਕੰਠ ਵਿੱਚ ਸ਼ੋਭਦਾ ਹੈ। ਪ੍ਰੋਖ ਅਪਰੋਖ ਗਿਆਨ ਰੂਪੀ ਹਾਰ
ਇਹ ਮੋਤੀਆਂ ਵਾਂਗ ਉਹਨਾਂ ਦੇ ਕੰਠ ਵਿੱਚ ਸੋਭਦਾ ਹੈ। ਸੰਤ ਸਭਾ ਸੁਖ ਊਪਜੈ, ਤੇ ਸੰਤ ਸ਼ਾਂਤ ਚਿੱਤ ਵਾਲੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੀ ਸਭਾ ਕੀ ਸੰਗਤ ਜਿਹੜੀ ਹੈ ਉਹਦੇ ਸ਼ਰਧਾ ਭਾਵਨਾ ਦੇ ਸਹਿਤ ਜਾਣ ਕਰਕੇ, ਇਹ ਜੇ ਸ਼ਰਧਾ ਨਾ ਹੋਵੇ ਫੇਰ ਨਹੀਂ ਕੁਝ ਮਿਲਦਾ। ਆਤਮਿਕ ਸੁਖ ਜਿਹੜਾ ਹੈ ਉਹ ਉਪਜੈ ਪੈਦਾ ਹੋ ਜਾਂਦਾ ਹੈ। ਗੁਰਮੁਖ ਨਾਮ ਆਧਾਰ, ਤੇ ਉਹਨਾਂ ਗੁਰਮੁਖਾਂ ਨੂੰ ਕੇਵਲ ਪ੍ਰਭੂ ਦੇ ਨਾਮ ਦਾ ਇਹ ਆਧਾਰ ਆਸਰਾ ਹੁੰਦਾ ਹੈ। ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਆਸਰਾ ਰੂਪ ਨਾਮ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਖਿਨ ਮਹਿ ਉਪਜੈ ਖਿਨ ਖਪੈ, ਇਹ ਜੋ ਸੰਸਾਰ ਦੇ ਪਦਾਰਥ ਨੇ, ਇੱਕ ਖਿਨ ਅੱਖ ਦੇ ਝਮਕੇ ਜਿਹਨੇ ਸਮੇਂ ਦੇ ਵਿੱਚ ਹੀ ਕਈ ਪਦਾਰਥ ਐਸੇ ਨੇ ਜਿਹੜੇ ਉਪਜੈ ਪੈਦਾ ਹੋ ਜਾਂਦੇ ਨੇ, ਤੇ ਦੂਸਰੇ ਖਿਨ ਦੇ ਵਿੱਚ ਹੀ ਖਿਨ ਮੈਂ ਉਪਜੈ ਖਿਨ ਖਪੈ, ਉਹ ਖਪੇ ਨਾਸ ਹੋ ਜਾਂਦੇ, ਇੱਕ ਖਿਨ ਵਿੱਚ ਨਾਸ ਹੋ ਜਾਂਦੇ ਨੇ। ਸਾਡਾ ਮਨ ਇਹਨਾਂ ਪਦਾਰਥਾਂ ਦੇ ਵਿੱਚ ਜਿਹੜਾ ਹੈ ਖਿਨ ਆਵੇ ਖਿਨ ਜਾਏ, ਇਹਨਾਂ ਪਦਾਰਥਾਂ ਦੇ ਖਿਨ ਕਾਲ ਦੇ ਵਿੱਚ ਆਉਂਦਾ ਹੈ ਤੇ ਇੱਕ ਖਿਨ ਦੇ ਵਿੱਚ ਜਾਂਦਾ ਹੈ। ਸੰਕਲਪ ਹੋ ਗਿਆ ਫੇਰ ਮਿਟ ਗਿਆ, ਇੱਕ ਖਿਨ ਦੇ ਵਿੱਚ ਸੰਕਲਪ ਆਇਆ ਜੀ, ਛਿਨ ਦੇ ਵਿੱਚ ਚਲਿਆ ਗਿਆ। ਇਹ ਕੀ ਕਰਦਾ? ਪਦਾਰਥਾਂ 'ਚ ਭੜਕਦਾ ਫਿਰਦਾ ਭਾਈ। ਜਦੋਂ ਪ੍ਰਾਪਤ ਹੁੰਦੇ ਨੇ ਉਦੋਂ ਖੁਸ਼ ਰਹਿੰਦਾ ਹੈ, ਹੰਕਾਰ ਕਰਦਾ, ਜਦੋਂ ਚਲੇ ਜਾਂਦੇ ਫਿਰ ਦੁਖੀ ਹੁੰਦਾ ਹੈ। ਮਾਇਆ ਗਈ ਤਬ ਰੋਵਨ ਲੱਗਦਾ ਹੈ। ਐਸੀ ਇਹਦੀ ਮਨ ਦੀ ਹਾਲਤ ਹੈ। ਇਹਦੇ 'ਚ ਖਿਨ ਮੈਂ ਉਪਜੈ ਖਿਨ ਖਪੈ, ਜੇ ਸਿੰਦੇ ਹਿਰਦੇ ਸੰਤੋਖ ਪੈਦਾ ਹੋ ਗਿਆ ਤੇ ਉਸੇ ਛਿਨ ਫਿਰ ਜਿਹੜਾ ਮੋਹ ਹੈ ਖਪੈ ਨਾਸ ਹੋ ਜਾਂਦਾ ਹੈ। ਜਿਸ ਖਿਨ ਦੇ ਅੰਦਰ ਸਾਧ ਸੰਗੀ ਸਤ ਪੈਦਾ ਹੋ ਗਿਆ, ਉਸੇ ਛਿਨ ਦੇ ਝੂਠ ਦਾ ਨਾਸ ਹੋ ਜਾਂਦਾ ਹੈ, ਖਪ ਜਾਂਦਾ ਉਹ। ਇਸ ਕਰਕੇ ਜਿਸ ਛਿਨ ਦੇ ਵਿੱਚ ਸ਼ੁਭ ਗੁਣ ਆਉਂਦੇ ਨੇ, ਉਸੇ ਛਿਨ ਦੇ ਅਸ਼ੁਭ ਗੁਣ ਜਿਹੜੇ ਔਗਣ ਸੀ, ਅਸ਼ੁਭ ਉਹ ਚਲੇ ਜਾਂਦੇ ਨੇ, ਔਗਣ ਜਿਹੜੇ ਨੇ। ਇੱਕ ਛਿਨ ਦੇ ਵਿੱਚ ਸਰਵਣ ਗਿਆਨ ਪੈਦਾ ਹੁੰਦਾ ਹੈ ਤੇ ਉਸੇ ਛਿਨ ਦੇ ਪ੍ਰਮਾਣਗਤ ਸੰਸਾ ਜਿਹੜਾ ਖਪ ਜਾਂਦਾ ਹੈ। ਜਿਸ ਖਿਨ ਦੇ ਵਿੱਚ ਮੰਨਣ ਆ ਜਾਂਦਾ ਹੈ, ਉਸੇ ਛਿਨ ਪ੍ਰਮੇਗਤ ਸੰਸਾ ਨਾਸ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਜਿਸ ਛਿਨ ਦੇ ਵਿੱਚ ਨਿਧਿਆਸਨ ਪੈਦਾ ਹੁੰਦਾ ਹੈ, ਉਸੇ ਛਿਨ ਵਿਪਰਜੈ ਸੰਸਾ ਜਿਹੜਾ ਉਹ ਖਪ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਖਿਨ ਖਪੈ। ਜਿਸ ਵੇਲੇ ਵਿਪਰਜੈ ਬੁੱਧੀ ਨਾਸ ਹੋ ਜਾਂਦੀ ਹੈ, ਉਸੇ ਖਿਨ ਵਿੱਚ ਛਿਨ ਆਵੇ, ਉਸ ਛਿਨ 'ਚ ਬ੍ਰਹਮ ਗਿਆਨ ਆ ਜਾਂਦਾ ਹੈ। ਉਸੇ ਛਿਨ 'ਚ ਅਗਿਆਨ ਚਲਾ ਜਾਂਦਾ ਹੈ, ਖਿਨ ਆਵੇ ਖਿਨ ਜਾਏ, ਉਹ ਚਲਿਆ ਜਾਂਦਾ ਹੈ। ਜਿਸ ਛਿਨ ਤੇ ਬੈਰਾਗ ਪੈਦਾ ਹੁੰਦਾ ਹੈ, ਉਸੇ ਛਿਨ ਵਿਕਾਰਾਂ ਦਾ ਮੋਹ ਖਪ ਜਾਂਦਾ ਹੈ, ਵਿਕਾਰਾਂ ਦਾ ਮੋਹ ਨਾਸ ਹੋ ਜਾਂਦਾ ਹੈ। ਇੱਕ ਛਿਨ ਦੇ ਵਿੱਚ ਵਿਵੇਕ ਆ ਜਾਂਦਾ ਹੈ, ਵਿਵੇਕ ਦੇ ਆਉਣ ਦੇ ਨਾਲ ਇੱਕ ਛਿਨ ਦੇ ਵਿੱਚ ਦੇਹ ਅਧਿਆਸ ਚਲਿਆ ਜਾਂਦਾ ਹੈ। ਸਾਰਾ ਸੰਸਾਰ ਮਿਥਿਆ ਨਜ਼ਰ ਆਉਣ ਲੱਗ ਜਾਂਦਾ ਹੈ। ਇੱਕ ਪਰਮਾਤਮਾ ਸੱਚ ਸਰੂਪ ਜਿਹੜਾ ਉਹ ਪ੍ਰਤੀਤ ਹੋਣ ਲੱਗ ਜਾਂਦਾ ਹੈ। ਸਾਧੂ ਇਹ ਤਨ ਮਿਥਿਆ ਜਾਨੋ, ਐ ਫਿਰ ਨਿਸ਼ਚਾ ਹੋ ਜਾਂਦਾ ਹੈ। ਯਾ ਪੀਤਰ ਜੋ ਰਾਮ ਬਸਤ ਹੈ, ਸੱਚ ਉਤਾ ਹੈ ਪਛਾਨੋ, ਸੱਚ ਨੂੰ ਗ੍ਰਹਿਣ ਕਰ ਲੈਂਦਾ ਹੈ। ਸ਼ਬਦ ਪਛਾਣੈ ਰਬ ਰਹੈ, ਜੋ ਸਤਿਗੁਰਾਂ ਦੇ ਸ਼ਬਦ ਨੂੰ ਪਛਾਣੈ, ਪਛਾਣ ਕਰਦਾ ਹੈ, ਸਿਆਣ ਲੈਂਦਾ ਹੈ, ਤੇ ਉਹ ਸ਼ਬਦ ਦੇ ਆਸਰੇ ਹੀ ਜੋ ਸਤਿਗੁਰਾਂ ਦੇ ਸ਼ਬਦ ਦੀ ਪਛਾਣ ਕਰਦਾ ਹੈ ਨਾ, ਉਹ ਹਰ ਵਕਤ ਫਿਰ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਰਹਿੰਦਾ ਹੈ। ਤੇ ਉਹ ਹਰ ਵਕਤ ਨਾਮ ਦਾ ਜਾਪ ਕਰਦਾ ਰਹਿੰਦਾ ਹੈ ਰੱਬ ਨਾਮ ਉਚਾਰਨ ਦਾ ਹੋਇਆ। ਤੇ ਉਹ ਹਰ ਵਕਤ ਪਰਮੇਸ਼ਰ ਦਾ ਫਿਰ ਨਾ ਤਿਸ ਕਾਲ ਸੰਤਾਏ, ਤੇ ਜਦੋਂ ਉਹ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਰਸਿਆ ਰਹਿੰਦਾ ਹੈ, ਤਿਸ ਉਸ ਗੁਰਮੁਖ ਨੂੰ, ਪਿਆਰੇ ਨੂੰ ਕਾਲ ਨਹੀਂ ਸਤਾ ਸਕਦਾ। ਫਿਰ ਸਤਾਏ ਨਾ ਦੁਖੀ ਹੁੰਦਾ, ਫਲਾਣੇ ਨੇ ਬੜਾ ਸਤਾਇਆ ਮੈਨੂੰ, ਦੁਖੀ ਕਰਨ ਦਾ ਭਾਵ ਵੀ ਹੈ। ਉਹ ਫਿਰ ਦੁਖੀ ਨਹੀਂ, ਕਾਲ ਉਹਨੂੰ ਦੁਖੀ ਨਹੀਂ ਕਰ ਸਕਦਾ। ਸਾਹਿਬ ਅਤੁਲ ਨਾ ਤੋਲੀਐ, ਸਾਹਿਬ ਮਾਇਆ ਬਿਰਤੀ ਦੁਆਰਾ ਮਾਲਕ ਜੋ ਪਰਮੇਸ਼ਰ ਹੈ ਉਹ ਅਤੁਲ, ਤੋਲਣ ਤੋਂ ਰਹਿਤ ਹੈ, ਨਾ ਤੋਲੀ ਹੈ। ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਬੁੱਧੀ ਰੂਪ ਤਕੜੀ ਨਾਲ ਉਹ ਤੋਲਿਆ ਨਹੀਂ ਜਾ ਸਕਦਾ। ਤੇ ਐਸਾ ਜੋ ਵਾਹਿਗੁਰੂ ਹੈ, ਕਥਨ ਨਾ ਪਾਇਆ ਜਾਏ, ਕਥਨੀ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਥਨੀ ਕਰਨੀ ਸਿੱਖ ਲਵੇ, ਇਹ ਤਾਂ ਇੱਕ ਢੰਗ ਤਰੀਕਾ ਸਿੱਖ ਲਿਆ। ਜਿਵੇਂ ਦੁਨੀਆ ਦੇ ਬਾਕੀ ਕੰਮ ਨੇ, ਇਸ ਤਰ੍ਹਾਂ ਕਥਾ ਕਰਨੀ ਵੀ ਸਿੱਖਣੀ ਹੈ। ਵੇਦ ਪਾਠੀ ਹੋ ਗਿਆ, ਖੜ ਸ਼ਾਸਤਰੀ ਹੋ ਗਿਆ, 18 ਪੁਰਾਣ ਪੜ੍ਹ ਲਏ, ਕਥਨੀ ਬੜੀ ਸੁੰਦਰ ਹੋ ਗਈ। ਪਰ ਇਸ ਤਰ੍ਹਾਂ ਦੀ ਜਿਹੜੀ ਕਥਨੀ ਕਰਨੀ ਹੈ, ਕਥਨ ਨਾ ਦੁਬਾਰੇ ਬੋਲੇ।
ਕਥਨ ਨਾ ਪਾਇਆ ਜਾਏ। ਜਿਹੜੀ ਕਰਨੀ ਤੋਂ ਬਿਨਾਂ ਕਥਨੀ ਹੈ, ਨਾ ਪਾਇਆ ਜਾਏ, ਉਹਦੇ ਨਾਲ ਪਾਇਆ ਨਹੀਂ ਜਾ ਸਕਦਾ। ਭਾਵੇਂ ਕਿੰਨੀ ਕਥਾ ਸੋਹਣੀ ਕਰਦਾ ਹੈ, ਦੁਨੀਆ ਨੂੰ ਮੋਹ ਲੈਂਦਾ, ਪਰ ਕਮਾਈ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਵਪਾਰੀ ਬਣ ਜਾ ਰਿਹਾ। ਜੋ ਸੰਤ ਮਹਾਂਪੁਰਸ਼ ਪ੍ਰਭੂ ਦੇ ਨਾਮ ਦਾ ਵਪਾਰ ਕਰਨ ਵਾਲੇ, ਤੇ ਉਹਨਾਂ ਨੂੰ ਵਪਾਰੀ ਕਿਹਾ ਜਾਏ। ਵਪਾਰ ਕਰਨ ਵਾਲੇ, ਉਹਨਾਂ ਦੇ ਨਾਲ ਜੋ ਬਣਜਾਰਿਆ, ਵਣਜ ਕਰਨ ਵਾਲੇ ਕੌਣ? ਅਧਿਕਾਰੀ, ਜਗਿਆਸੂ। ਉਹ ਜੇ ਆ ਕਰਕੇ ਉਹਨਾਂ ਦੇ ਨਾਲ ਮਿਲਦੇ ਹਨ, ਵਪਾਰੀ ਬਣਜਾਰਿਆ, ਤੇ ਆ ਕਰਕੇ ਜੇ ਮਿਲ ਜਾਣ ਉਹਨਾਂ ਨੂੰ, ਆਏ ਵਜੋ ਲਿਖਾਏ। ਇਹ ਸਾਰੇ ਪਰਮੇਸ਼ਰ ਦੇ ਦਰ ਤੇ ਵਜੋ ਸਤਕਾਰ ਲਿਖਾ ਕੇ ਆਏ ਨੇ। ਇਹ ਜਿਹੜਾ ਅਰਬੀ ਭਾਸ਼ਾ ਦੇ ਅੰਦਰ ਇਹ ਜਿਹੜਾ ਵਜੋ ਸ਼ਬਦ ਹੈ, ਮੈਂ ਇਹਦੀ ਗੱਲ ਕਰਦਾ। ਅਰਬੀ ਦੇ ਅੰਦਰ ਇਹ ਹੈ ਵਦਾ, ਇਹਦਾ ਅਰਥ ਬਣਿਆ ਤਰੀਕਾ, ਚੱਲਣ ਜਾਂ ਸਤਕਾਰ। ਤਿੰਨ ਅਰਥ ਬਣਦੇ ਨੇ ਫਾਰਸੀ ਦੁਆਰਾ, ਅਰਬੀ ਦੁਆਰਾ। ਤੇ ਇਹਦੀ ਕਹੇ ਵਜੋ ਗਵਾਏ, ਅਗਲਾ ਮੂੰਹੇ ਮੂੰਹ ਪਾਣਾ ਖਾਏ। ਤੇ ਇਹਦੇ ਚ ਫਿਰ ਅਰਬੀ ਦੇ ਚ ਇਹਦਾ ਨਾਮ ਵਜੀਫਾ, ਪੰਜਾਬੀ ਦੇ ਚ ਵਜੋਂ ਰੋਜ਼ੀਨਾ ਜਾਂ ਤਨਖਾਹ ਕਿਹਾ ਜਾਂਦਾ ਹੈ। ਇਹ ਜੀ ਰੂਪ ਬਣਜਾਰੇ ਸੰਸਾਰ ਵਿੱਚ ਨਾਮ ਦਾ ਵਪਾਰ ਕਰਨ ਲਈ ਆਏ ਹੈ। ਇਹ ਸਾਰੀ ਪਰਮੇਸ਼ਰ ਦੇ ਦਰ ਤੋਂ ਵਜੋ ਰੋਜ਼ੀਨਾ ਤਨਖਾਹ ਭਾਵ ਪਰਲਬਧ ਲਿਖਾ ਕੇ ਆਏ ਹੈ। ਜਿੰਨੀ ਦੇਰ ਤੱਕ ਸੰਸਾਰ ਦੇ ਵਿੱਚ ਕਿੰਨੇ ਸਾਲ, 2 ਸਾਲ ਜਾਂ 4 ਸਾਲ, ਤੇ 10 ਸਾਲ ਦਾ ਜਾਂ 10 ਸਾਲ, 20 ਸਾਲ ਦਾ 20 ਸਾਲ, ਇਸ ਪ੍ਰਕਾਰ ਸਾਰੇ ਵਜੋਂ ਲਿਖਾ ਕੇ ਸੰਸਾਰ ਵਿੱਚ ਆਏ ਹੈ। ਕਿੰਨਾ ਚ ਰਹਿਣਾ, ਕੀ ਖਾਣਾ ਪੀਣਾ, ਇਹ ਸਭ ਲਿਖਤ ਦੇ ਵਿੱਚ ਹੈ। ਕਾਰ ਕਮਾਵਹਿ ਸੱਚ ਕੀ। ਪਰ ਜਿਹੜੇ ਸੱਚ ਦੀ ਕਾਰ ਕਿਹੜੀ ਹੈ? ਭਗਤੀ ਕਰਨੀ, ਸੰਸਾਰ ਵਿੱਚੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਜੋ ਸਤਿਗੁਰੂ ਜੀ ਦੀ ਰਜਾਏ ਆਗਿਆ ਮੰਨਣੀ ਹੈ, ਉਹਨਾਂ ਦਾ ਹੁਕਮ ਮੰਨਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਾਹ ਮਿਲੇ ਰਜਾਏ। ਉਹ ਸੱਚੇ ਨਾਮ ਦੀ ਕਾਰ ਕਮਾਉਂਦੇ ਆ, ਬਸ ਇਹੀ ਲਾਭ ਹੈ। ਫਿਰ ਇਹ ਬਣਜਾਰੇ, ਜੀਵ ਰੂਪ ਬਣਜਾਰੇ ਨੂੰ ਇਹੀ ਲਾਭ ਮਿਲਦਾ ਹੈ। ਪੂੰਜੀ ਸਾਚੀ ਗੁਰ ਮਿਲੇ। ਜਿਨ੍ਹਾਂ ਜਗਿਆਸੂਆਂ ਕੋਲ ਸ਼ਰਧਾ ਰੂਪੀ ਪੂੰਜੀ ਹੈ, ਰਾਸ ਹੈ, ਪੂੰਜੀ ਸਾਚੀ ਗੁਰ ਮਿਲੇ, ਉਹਨਾਂ ਨੂੰ ਸਤਿਗੁਰੂ ਮਿਲ ਪੈਂਦੇ ਹੈ। ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦੇ ਹਨ, ਨਾ ਤਿਸ ਤਿਲ ਨਾ ਤਮਾਏ। ਸਤਿਗੁਰੂ ਸਾਹਿਬ ਉਹਨਾਂ ਦੇ ਅੰਦਰ ਤਿਲ ਰਤਾ ਭਰ ਪਈ। ਤੇ ਜੋ ਸਤਿਗੁਰੂ ਜੀ ਦੇ ਅੰਦਰ ਮਹਾਰਾਜ ਦਾ ਸਰੂਪ ਦੱਸਦੇ ਨੇ ਕੈਸਾ, ਉਹਨਾਂ ਦੇ ਅੰਦਰ ਤਿਲ ਰਤਾ ਜਿੰਨੀ ਵੀ ਤ੍ਰਿਸ਼ਨਾ ਜਿਹੜੀ ਹੈ, ਤਿਸ ਨਾਮ ਐਸੇ ਤ੍ਰਿਸ਼ਨਾ ਤੋਂ ਭਾਵ ਸਮਝਣਾ, ਉਹ ਨਹੀਂ ਰਹਿੰਦੀ। ਨਾ ਹੀ ਕੋਈ ਤਮਾਏ ਇੱਛਾ ਹੈ ਉਹਨਾਂ ਨੂੰ, ਨਾ ਹੀ ਤਮੋ ਗੁਣ ਹੈ ਉਹਨਾਂ ਦੇ ਵਿੱਚ। ਗੁਰੂ ਸਾਹਿਬ ਤੇ ਤਮਾਂ ਦੀ ਲਾਲਚ ਆਦਿ ਤੋਂ ਰਹਿਤ ਹਨ। ਸਤਿਗੁਰੂ ਚ ਨਾ ਤਿਸ ਤ੍ਰਿਸ਼ਨਾ ਹੈ, ਨਾ ਹੀ ਤਿਲ ਮਾਤਰ ਅਗਿਆਨ ਰੂਪੀ ਤਮ ਆਏ, ਤਮ ਅੰਧੇਰਾ ਆਏ ਆਉਂਦਾ। ਸਤਿਗੁਰੂ ਗਿਆਨ ਸਰੂਪ ਨੇ, ਇਹਨਾਂ ਸਾਰਿਆਂ ਤੋਂ ਰਹਿਤ ਹਨ। ਜੇ ਗੁਰਮੁਖ ਤੋਲ ਤੁਲਾਏ ਸੇ। ਮੁਖੀ ਸਤਿਗੁਰੂ ਦੁਆਰਾ ਗੁਰਸਿੱਖਾਂ ਨੇ ਪਿਆਰੇ ਸੱਚੇ ਵਾਹਿਗੁਰੂ ਦੀ ਭਗਤੀ ਰੂਪ ਉਹ ਜਿਹੜਾ ਨਾ ਗੁਰਮੁਖ ਤੋਲ ਤੁਲਾਏ ਸੀ। ਤੇ ਸਾਰੀ ਪੰਕਤੀ ਪੜ੍ਹ ਦੋ ਜੀ। ਸਚ ਤਰਾਜੀ ਤੋਲ। ਤੇ ਮੁਖੀ ਗੁਰੂ ਸਾਹਿਬ ਦੁਆਰਾ ਉਹਨਾਂ ਨੇ ਪਿਆਰੇ ਸੱਚ ਦੀ ਭਗਤੀ ਰੂਪੀ ਤਰਾਜੀ ਤਕੜੀ ਨਾਲ ਤੇ ਵਿਚਾਰ ਰੂਪੀ ਤੋਲ ਬੱਟੇ ਪਾ ਕੇ ਸੱਚ ਨੂੰ ਤੋਲਦੇ ਨੇ। ਫਿਰ ਉਹ ਹੋਰਨਾਂ ਨੂੰ ਤੁਲਾਏ ਸੀ, ਤੁਲਾਉਂਦੇ ਨੇ। ਸੱਚ ਬੋਲਣ ਦਾ ਢੰਗ ਤਰੀਕਾ ਦੱਸਦੇ ਐ, ਸੱਚ ਦੇ ਫਲ ਦੱਸਦੇ ਐ। ਆਪ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਐ ਤੇ ਹੋਰਨਾਂ ਤੋਂ ਕਰਾਉਂਦੇ ਐ। ਆਪ ਨਾਮ ਜਪਦੇ ਐ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਐ। ਇਸ ਪ੍ਰਕਾਰ ਦਾ ਫਿਰ ਉਹ ਸੌਦਾ ਕਰਦੇ ਹਨ। ਆਸਾ ਮਨਸਾ ਮੋਹਣੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਜਪਣ ਵਾਲੇ, ਸੱਚਾ ਬਚਨ ਕੋਲ ਸੱਚੇ ਸ਼ਬਦਾਂ ਰਾਹ ਸਿੱਖ ਦੇ ਹਿਰਦੇ ਵਿੱਚੋਂ ਮਹਾਰਾਜ ਸਾਹਿਬ ਕੀ ਕਰਦੇ ਆ? ਪਦਾਰਥਾਂ ਜਿਹੜੀ ਆਸਾ ਉਮੀਦ ਲੱਗੀ ਹੋਈ ਹੈ, ਵਿਸ਼ਿਆਂ ਦੀ ਮਨਸਾ ਬਾਸ਼ਨਾ ਜੋ ਸਾਰਿਆਂ ਨੂੰ ਮੋਹਣੀ ਮੋਹਤ ਕਰਨ ਵਾਲੀ ਹੈ, ਤੇ ਇਹ ਫਿਰ ਸਤਿਗੁਰੂ ਕਿਰਪਾ ਕਰਕੇ ਗੁਰ ਠਾਕੀ ਸੱਚ ਬੋਲ। ਠਾਕਣਾ ਨਾਮ ਰੋਕਣ ਦਾ ਹੁੰਦਾ ਹੈ। ਤੇ ਰਿਸ਼ਤਾ ਕਰਨ ਵੇ ਕਹਿੰਦੇ ਫਲਾਣੇ ਦੇ ਘਰ ਠਾਕਾ ਹੈ, ਠਾਕਾ ਹੋ ਗਿਆ। ਠਾਕਾ ਰੋਕ ਦਾ ਨਾਂ ਹੈ, ਰੋਕ ਦਿੱਤੀ ਹੈ। ਸਿੱਖ ਦੀ ਮਨਸਾ ਬੁੱਧੀ ਵੀ ਜੋ ਸੰਸਾਰ ਨੂੰ ਮੋਹਣੀ ਮੋਹਤ ਕਰਨ ਵਾਲੀ ਮਾਇਆ ਦੀ, ਪਦਾਰਥਾਂ ਦੀ, ਵਿਸ਼ਿਆਂ ਦੀ ਆਸਾ ਇੱਛਾ ਲੱਗੀ ਹੋਈ ਸੀ, ਉਹ ਸਤਿਗੁਰਾਂ ਨੇ
ਸੱਚੇ ਵਾਹਿਗੁਰੂ ਦੇ ਨਾਮ ਨੂੰ ਆਪ ਬੋਲ ਕੇ ਸਿੱਖਾਂ ਨੂੰ ਰਸਨਾ ਦੁਆਰਾ ਬੁਲਾ ਕੇ ਠਾਕੀ ਰੋਕ ਦਿੱਤੀ ਹੈ। ਆਪ ਤੁਲਾਏ ਤੋਲਸੀ, ਆਪ ਗੁਰੂ ਰੂਪ ਹੋ ਕੇ ਤੁਲਾਏ ਤੁਲਾਉਂਦਾ ਹੈ ਅਤੇ ਆਪ ਹੀ ਅਧਿਕਾਰੀ ਰੂਪ ਹੋ ਕਰਕੇ ਤਨ ਮਨ ਧਨ ਦੇ ਕੇ ਉਹ ਫਿਰ ਤੋਲਸੀ ਤੋਲਣ ਵਾਲਾ ਹੈ। ਪੂਰੇ ਪੂਰਾ ਤੋਲ, ਪੂਰੇ ਸਤਿਗੁਰਾਂ ਦਾ ਮਹਾਵਾਕ ਰੂਪ ਤੋਲਣਾ ਵਾਲਾ ਬੱਟਾ। ਜਦੋਂ ਸਿੱਖ ਦੇ ਹਿਰਦੇ 'ਚ ਹਉਮੈ ਦੂਰ ਹੋ ਗਈ ਤਾਂ ਫਿਰ ਕੋਈ ਵੀ ਉਹਨੂੰ ਘੱਟ ਨਹੀਂ ਕਹਿ ਸਕਦਾ ਹੈ। ਤੋਲ ਪੂਰਾ ਹੋ ਗਿਆ ਫਿਰ, ਕਿਉਂਕਿ ਪੂਰੇ ਸਤਿਗੁਰਾਂ ਨੇ ਪੂਰੇ ਬੱਟਿਆਂ ਨਾਲ ਤੋਲ ਕੇ ਦਿੱਤਾ ਹੈ, ਘੱਟ ਨਹੀਂ ਸੌਦਾ ਦਿੱਤਾ। ਉਹ ਪ੍ਰਭੂ ਰੂਪ ਬਣਾ ਦਿੱਤਾ ਹੈ। ਜਿਨ ਜਾਤਾ ਸੋ ਤਿਸ ਹੀ ਜਿਹਾ, ਅਤ ਨਿਰਮਾਇਲ ਸੀ ਜਿਸ ਦੇਹਾ ਵਾਲੀ ਅਵਸਥਾ ਮਿਲ ਜਾਂਦੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਜਿਉਂ ਜਲ ਤਰੰਗ ਉਠੇ ਬਹੁ ਭਾਤੀ, ਫਿਰ ਸਲ ਲੈ ਸਲਲ ਸਮਾਇਂਦਾ। ਉਹਦੇ ਵਿੱਚ ਅਭੇਦ ਹੋ ਜਾਂਦੇ, ਉਹਦੇ 'ਚ ਫਿਰ ਫਰਕ ਨਹੀਂ ਰਹਿੰਦਾ ਹੈ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਪਾਣੀ ਤੋਂ ਭਿੰਨ ਨਾ ਝਾਗੈ ਨਾ ਬੁਲਬਲੇ ਨ, ਉਹਦਾ ਰੂਪ ਇੰਨਾ ਤਰੰਗ ਲਹਿਰਾਂ, ਉਹਦਾ ਰੂਪ ਐ ਫਿਰ ਨਜ਼ਰ ਆਉਣ ਲੱਗ ਜਾਂਦਾ ਹੈ। ਕਥਨ ਕਹਿਣ ਨਾ ਛੁੱਟੀਐ, ਜਿਹੜਾ ਨਿਰਾਸਾਸ ਜੀ ਕਥਨੀ ਕਹਿਣ ਦੇ ਨਾਲ ਆਪ ਬ੍ਰਹਮ ਗਿਆਨੀ ਦੇ ਭਾਵ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨਾ, ਜਾਂ ਕੱਲੀਆਂ ਕਥਾਵਾਂ ਵੇਦਾਂ ਸ਼ਾਸਤਰਾਂ ਦੀਆਂ ਕਥਨੇ ਕਹਿਣ ਨਾ ਛੁੱਟੀ ਹੈ। ਤੇ ਨਾ ਤਾਂ ਇਸ ਤਰ੍ਹਾਂ ਦੀ ਕਥਾ ਕਰਨ ਵਾਲਾ ਕੋਈ ਪਿੱਛੇ ਛੁੱਟਿਆ, ਨਾ ਹੁਣ ਛੁੱਟੇਗਾ। ਕਮਾਈ ਤੋਂ ਬਿਨਾਂ ਕਥਾ ਜਿਹੜੀ ਹੈ ਉਹ ਪੁੰਨ ਕਰਮ ਜ਼ਰੂਰ ਹੈ, ਪਰ ਮੁਕਤ ਨਹੀਂ ਹੁੰਦਾ ਹੈ। ਨਾ ਪੜ੍ਹ ਪੁਸਤਕ ਭਾਰ, ਫਿਰ ਤਾਂ ਐਵੇਂ ਭਾਰ ਹੀ ਚੁੱਕੀ ਫਿਰਦਾ ਨਾ, ਤੇ ਉਹ ਪੁਸਤਕਾਂ ਦਾ ਭਾਰ ਹੀ ਹੈ। ਜਿਵੇਂ ਦਰਬਾਰ ਸ਼ਾਹ ਰਖੀ ਆਉਂਦਾ ਸੀ, ਗੱਡਿਆਂ ਦੇ ਗੱਡੇ ਊਠ ਲੱਦੇ ਹੋਏ ਪੁਸਤਕਾਂ ਦੇ, ਤੇ ਅੱਗੋਂ ਸਾਧ ਸਿੰਘ ਜੀ ਫਿਰ ਉਹਨੂੰ ਨਾਰਦ ਮਿਲਿਆ। ਉਹਨੇ ਇਹ ਕਹਿ ਦਿੱਤਾ, ਗਰਦਵ ਗਛਤੀ, ਕਹਿੰਦਾ ਵੀ ਗਧਾ ਤੁਰਿਆ ਜਾਂਦਾ ਹੈ, ਗਧੇ ਦੇ ਭਾਰ ਲੱਦਿਆ ਹੁੰਦਾ ਹੈ। ਉਹ ਕਹਿਣ ਲੱਗਿਆ ਤੂੰ ਮੈਨੂੰ, ਉਹ ਕਹਿਣ ਲੱਗਾ ਵੀ ਨਾਮ ਤੋਂ ਬਿਨਾ ਜਿਹੜਾ ਭਾਰ ਹੀ ਲੱਦਿਆ ਹੋਇਆ ਹੈ, ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਆ ਸਾਥ ਇਹ ਭਾਰ ਹੀ ਹੈ। ਇਸ ਕਰਕੇ ਕਥਨੇ ਕਹਿਣ ਨਾ ਛੁੱਟੀਐ, ਨਾ ਪੜ ਪੁਸਤਕ ਭਾਰ। ਕਥਨੀ ਕਹਿਣ ਦੇ ਨਾਲ ਛੁਟਕਾਰਾ ਨਹੀਂ, ਪੁਸਤਕਾਂ ਦਾ ਭਾਵ ਕਥਾ ਕਰਨੀਆਂ ਤੇ ਕਹਿਣ ਆਖਣ ਦੇ ਨਾਲ ਮਨਸਾ ਤੋਂ ਨਾ ਛੁੱਟੀਐ, ਛੁੱਟੀ ਦਾ ਨਹੀਂ। ਪੁਸਤਕਾਂ ਦੇ ਭਾਰ ਸਮੁਦਾਏ ਪੜ੍ਹਨੇ, ਛੁਟਕਾਰਾ ਨਹੀਂ ਹੁੰਦਾ। ਜੇ ਕੋਈ ਸੁੰਦਰ ਕਥਾ ਕਰਨੀ ਸਿੱਖ ਲਿਆ, ਵਿਦਵਾਨ ਬਣ ਗਿਆ, ਆਪਣੇ ਆਪ ਨੂੰ ਵੀ ਸਮਝਣ ਲੱਗ ਗਿਆ, ਵੱਡਾ ਕਹਾਉਣ ਲੱਗ ਗਿਆ, ਬ੍ਰਹਮ ਗਿਆਨ ਦੀਆਂ ਵਿਚਾਰਾਂ ਲੋਕਾਂ ਨੂੰ ਦੱਸਦਾ ਹੈ, ਪਾਪ ਪੁੰਨ ਬਾਰੇ ਵੀ ਸਮਝਾਉਂਦਾ ਹੈ, ਪਰ ਆਪ ਕੇਵਲ ਕਥਾ ਦੇ ਕਹਿਣ ਕਰਕੇ ਛੁਟਕਾਰਾ ਨਹੀਂ ਹੋ ਸਕਦਾ। ਉਹਨੂੰ ਵੀ ਅਮਲ ਕਰਨਾ ਪਊਗਾ। ਸਰੋਤੇ ਵੀ ਅਮਲ ਕਰਨ, ਕਥਾ ਕਰਨ ਵਾਲਾ ਵੀ ਅਮਲ ਕਰੇ, ਜੰਮਣ ਵਰਤੋਂ ਤਾਂ ਹੀ ਮੁਕਤ ਹੋਊਗਾ। ਪੁਸਤਕਾਂ ਦੇ ਭਾਰ ਨਾਲ ਇਉਂ ਪੜ੍ਹਨ ਦੇ ਨਾਲ ਛੁਟਕਾਰਾ ਨਹੀਂ ਹੁੰਦਾ। ਜੇ ਕੋਈ ਕਥਨ ਕਰ ਵਾਲਾ ਹੋ ਕੇ ਕਥਾਵਾਂ ਨੂੰ ਕਹਿਣ ਕਰੇ, ਹੰਕਾਰ ਕਰੇ ਕਿ ਮੈਂ ਸੁੰਦਰ ਕਥਾ ਕਰਦਾ ਹਾਂ, ਉਹ ਜੰਮਣ ਮਰਨ ਤੋਂ ਰਹਿਤ ਕਿਵੇਂ ਹੋ ਜਾਊਗਾ? ਉਹਦੀ ਹਾਲਤ ਤਾਂ ਇਸ ਤਰ੍ਹਾਂ ਜਿਵੇਂ ਲੂਣ ਤੇਲ ਵੇਚਣ ਵਾਲਾ ਵਪਾਰੀ ਹੁੰਦਾ ਹੈ, ਲੂਣ ਤੇਲ ਵੇਚਦਾ ਫਿਰਦਾ, ਵਪਾਰ ਕਰ ਰਿਹਾ ਹੈ। ਪੰਡਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ। ਜੋ ਜਾਣੈ ਹੋਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉਂ ਫਿਰਤਾ। ਤੇ ਨਾ ਹੀ ਬਹੁਤੀਆਂ ਪੁਸਤਕਾਂ ਪੜ੍ਹ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਚਾਰੇ ਵੇਦ 18 ਪੁਰਾਣ ਅਨੇਕਾਂ ਗ੍ਰੰਥ ਪੜ੍ਹ ਕੇ ਤੇ ਆਪਣੇ ਆਪ ਨੂੰ ਤਾਂ ਸਵਾਰਿਆ ਨਹੀਂ। ਇਹਨਾਂ ਦੇ ਪੜ੍ਹੇ ਦਾ ਕੀ ਗੁਣ ਹੈ, ਫਿਰ ਲਾਭ ਕੀ ਹੈ? ਉਹਦੀ ਹਾਲਤ ਵੀ ਇਸੇ ਤਰ੍ਹਾਂ ਜਿਵੇਂ ਚੰਦਨ ਦੀਆਂ ਲੱਕੜਾਂ ਦਾ ਭਾਰ ਖੋਤੇ ਤੇ ਲੱਦ ਦਈਏ, ਤੇ ਫਿਰ ਉਹਨੂੰ ਸੁਗੰਧੀ ਤਾਂ ਆਉਂਦੇ ਨਹੀਂ, ਕਿਉਂਕਿ ਇੱਕ ਜਾਨਵਰ ਇਹ ਖੋਤਾ ਹੀ ਐਸਾ ਹੈ ਜਿਹਦਾ ਦਿਮਾਗ ਇਹੋ ਜਿਹਾ ਖਰਾਬ ਹੈ, ਘਰਾਣ ਇੰਦਰਾ, ਇਹਨੂੰ ਸੁਗੰਧੀ ਨਹੀਂ ਆਉਂਦੀ ਹੈ, ਉਹਦਾ ਅਹਿਸਾਸ ਨਹੀਂ ਹੁੰਦਾ। ਉਹ ਕੇਵਲ ਭਾਰ ਸਮਝ ਕੇ ਉਹਨੂੰ ਚੁੱਕੀ ਫਿਰਦਾ ਹੈ, ਲਿਟਣਾ ਤਾਂ ਸਵਾਦ ਹੀ ਆ ਉਹਨੇ। ਇਸੇ ਪ੍ਰਕਾਰ ਨਾਮ ਦੀ ਕਮਾਈ ਤੋਂ ਬਿਨਾਂ ਵੇਦ ਸ਼ਾਸਤਰ ਗਿਆਨ ਦੀ ਖੁਸ਼ਬੂ ਦੇਣ ਵਾਲੇ ਨੇ, ਸ਼ਰਧਾ ਰੂਪ ਖੁਸ਼ਬੂ ਦੇਣ ਵਾਲੇ ਨੇ, ਤੇ ਉਹਨਾਂ ਨੂੰ ਪੜ੍ਹਤਾ ਲਿਆ ਮਾਨੋ ਜੀਵ ਰੂਪ ਖੋਤੇ ਨੇ, ਆਪਣੇ ਉੱਪਰ ਵੇਦਾਂ ਸ਼ਾਸਤਰਾਂ ਰੂਪ ਚੰਦਨ ਦੀਆਂ ਲੱਕੜਾਂ ਦਾ ਭਾਰ ਹੀ ਉੱਤੇ ਚੱਕੀ ਫਿਰਿਆ। ਪ੍ਰੀਤ ਰੂਪ ਨਾਸਕਾ ਨਹੀਂ ਹੈ, ਨੱਕ ਨਹੀਂ ਹੈ, ਸ਼ਰਧਾ ਰੂਪ ਸੁਗੰਧੀ ਲੈਣ ਦੀ ਜਾਚ ਨਹੀਂ ਹੈ। ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਹਉਮੈ ਰੂਪ ਭਾਰ ਹੀ ਚੁੱਕਦਾ ਫਿਰਦਾ ਹੈ। ਹੰਕਾਰ ਨਾਲ ਦੱਸਦਾ ਵੀ ਮੈਂ ਇੰਨੇ ਗ੍ਰੰਥ ਪੜ੍ਹੇ ਨੇ,
ਮੇਰੀ ਰੀਸ ਨਹੀਂ ਹੁਣ ਕੋਈ ਕਰ ਸਕਦਾ। ਇਸ ਤਰ੍ਹਾਂ ਦਾ ਜਿਹੜੇ ਜੀਵ ਨੂੰ ਲਾਭ ਕੋਈ ਨਹੀਂ, ਕੇਵਲ ਖੋਤੇ ਵਾਂਗ ਸਾਰੀ ਉਮਰ ਹਉਮੈ ਦਾ ਭਾਰ ਹੀ ਢੋਂਦਾ ਰਹਿੰਦਾ ਹੈ, ਵਿਕਾਰਾਂ ਰੂਪ ਸੁਆਹ ਵਿੱਚ ਲਿਟਦਾ ਰਹਿੰਦਾ ਹੈ, ਪਰਲੋਕ ਵਿਗਾੜ ਲੈਂਦਾ ਹੈ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਪੁਸਤਕਾਂ ਦੇ ਪੜ੍ਹਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਕੀ ਫਿਰ ਸਰੀਰ ਨੂੰ ਸੁੱਧ ਕਰਨ ਦੇ ਨਾਲ ਹੋ ਜਾਂਦੀ ਹੈ? ਤਾਂ ਮਹਾਰਾਜ ਸਾਹਿਬ ਜੀ ਨੇ ਅੱਗੇ ਫਰਮਾਨ ਕੀਤਾ, ਕਾਇਆ ਸੋਚ ਨਾ ਪਾਈਐ। ਕਹਿੰਦੇ ਨਹੀਂ ਭਾਈ, ਇਹਦੇ ਨਾਲ ਵੀ ਨਹੀਂ ਪ੍ਰਾਪਤ ਹੁੰਦਾ। ਕਾਇਆ ਸੋਚ ਨਾ ਪਾਈਐ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਕੱਲੀ ਕਾਇਆ ਦੀ ਪਵਿੱਤਰਤਾ ਕਰਨ ਨਾਲ ਜਲ ਧੋਵੇ ਵੈ ਦੇਹ ਅਨੀ ਸੁਧ ਹੋ ਕਹਾਂ ਕਾਚੀ ਪੀਤ, ਇਹਦੇ ਨਾਲ ਵਾਹਿਗੁਰੂ ਨਾ ਪਾਈਐ, ਨਹੀਂ ਪਾਇਆ ਜਾਂਦਾ। ਬਿਨ ਹਰ ਭਗਤ ਪਿਆਰ, ਹਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾ, ਪਿਆਰ ਤੋਂ ਬਿਨ ਬਗੈਰ, ਨਿਰਾ ਕਾਇਆ ਸਰੀਰ ਨੂੰ ਸੋਚ ਪਵਿੱਤਰ ਕਰਨ ਦੇ ਨਾਲ, ਯੋਗ ਅਭਿਆਸ ਨੀਤੀ ਧੋਤੀ ਆਦਿ ਕਰਨ ਦੇ ਨਾਲ ਪਰਮੇਸ਼ਰ ਨੂੰ ਨਹੀਂ ਪਾਇਆ ਜਾਂਦਾ ਹੈ। ਨਾਨਕ ਨਾਮ ਨਾ ਵਿਸਰੈ। ਸਤਿਗੁਰੂ ਜੀ ਫਰਮਾਨ ਕਰਦੇ ਨੇ। ਇਹ ਇਸ ਤਰ੍ਹਾਂ ਬੇਨਤੀ ਮਹਾਰਾਜ ਸਾਹਿਬ ਜੀ ਸਾਨੂੰ ਢੰਗ ਵੀ ਦੱਸਦੇ ਨੇ ਤੇ ਆਪ ਬੋਲ ਕੇ ਦੱਸਦੇ ਨੇ, ਜਿਵੇਂ ਅਧਿਆਪਕ ਮੂਹਰੇ ਬੋਲ ਕੇ ਦੱਸਦਾ ਹੈ। ABC ਪੜ੍ਹਾਉਂਦਾ ਹੈ, ਇੰਗਲਿਸ਼ ਸਕੂਲਾਂ 'ਚ ਊੜਾ ਆੜਾ ਪੜ੍ਹਾਉਂਦਾ ਹੈ, ਤੇ ਉਹ ਪਹਿਲਾਂ ਬੋਲਦਾ ਹੈ, ਫਿਰ ਵਿਦਿਆਰਥੀ ਪਿੱਛੇ ਬੋਲਦਾ ਹੈ। ਨਾਨਕ ਮਹਾਰਾਜ ਕਹਿੰਦੇ ਨਾਨਕ ਨਾਮ ਨਾ ਵਿਸਰੈ। ਆਪਣਾ ਨਿਸ਼ਚਾ ਵੀ ਹੈ ਮਹਾਰਾਜ ਨੂੰ ਵੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ ਨਾ ਕਦੇ ਭੁੱਲੇ। ਹਰ ਬਿਨ ਜੀਓ ਜਲ ਵਲ ਜਾਓ, ਨਾਮ ਤੋਂ ਬਿਨਾਂ ਸੜਨਾ ਬਲਣਾ। ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਮਹਾਰਾਜ ਅਕਾਲ ਪੁਰਖ ਜੀ, ਆਪ ਜੀ ਦਾ ਨਾਮ ਸਾਨੂੰ ਕਦੇ ਵੀ ਵਿਸਰੇ ਕੀ ਇਹ ਭੁੱਲੇ ਨਾ ਮਹਾਰਾਜ ਕਦੇ ਵੀ। ਮਿਲੇ ਗੁਰ ਕਰਤਾਰ, ਇਸ ਪ੍ਰਕਾਰ ਦੀ ਬੇਨਤੀ ਕਰਦੇ ਆ। ਫਿਰ ਉਹਨਾਂ ਨੂੰ ਕੀ ਹੁੰਦਾ ਹੈ? ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਜਿਹੜਾ ਕਰਤਾ ਹੈ ਆਪਣੇ ਨਾਮ ਨਾਲ ਮੇਲ ਲੈਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੱਚਖੰਡ ਵਿੱਚ ਜਾ ਕੇ ਗੁਰੂ ਧਾਰਿਆ, ਉਸ ਦਾ ਭਾਵ ਲੈ ਕੇ ਇਹ ਸਾਰੀ ਉੱਪਰਲੀ ਵਿਚਾਰ ਕਥਨ ਕੀਤੀ ਹੈ। ਸਤਿਗੁਰੂ ਜੀ ਨੇ ਕਥਨ ਕੀਤਾ, ਗੁਰੂ ਕਿਰਪਾ ਦੁਆਰਾ ਜਿਸ ਨੂੰ ਨਾਮ ਨਹੀਂ ਭੁੱਲਦਾ ਉਸ ਨੂੰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਤਿਗੁਰੂ ਜੀ ਮੇਲ ਦਿੰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਅਗਲਾ ਸ਼ਬਦ ਜਿਹੜਾ ਉਚਾਰਨ ਕੀਤਾ ਹੈ, ਇਹ ਸ਼ਬਦ ਦੇ ਵਿੱਚ ਪੂਰੇ ਗੁਰੂ ਦੀ ਗੱਲ ਕਰਨਗੇ ਮਹਾਰਾਜ। ਅੱਗੇ ਤੁਕਾਂ ਆਉਣਗੀਆਂ, ਸਿਧਾਂਤ ਆਏਗਾ। ਇਹ ਪੂਰੇ ਗੁਰੂ ਦੀ ਜਿਹੜੀ ਗੱਲ ਹੈ ਤੇ ਉਹਦੇ 'ਚ ਕਿਉਂਕਿ ਅਧੂਰੇ ਗੁਰੂ ਸੰਸਾਰ ਦੇ ਵਿੱਚ ਨੇ। ਤੇ ਆਓ ਪਹਿਲਾਂ ਉਸ ਤੁਕ ਦੁਆਰਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਪੂਰਾ ਜੇ ਮਿਲੈ। ਭਾਈ ਜੇਕਰ ਸਤਿਗੁਰੂ ਪੂਰੇ ਮਿਲ ਜਾਣ, ਅਧੂਰੇ ਤਾਂ ਦੁਨੀਆ ਨੂੰ ਮਿਲਦੇ ਹੀ ਹੈ। ਸਾਡੇ ਆਮ ਸਮਾਜ ਦੇ ਵਿੱਚ ਇੱਕ ਪ੍ਰਥਾ ਹੈ, ਵਿਚਾਰ ਹੈ, ਜਿਹੜੀ ਲੜਕੀ ਨੂੰ ਕੋਈ ਪਤੀ ਚੰਗੇ ਗੁਣਾਂ ਵਾਲਾ ਮਿਲ ਜਾਏ ਉਹਨੂੰ ਕਹਿੰਦੇ ਭਾਈ ਤੇਰੇ ਬਹੁਤ ਕਰਮ ਚੰਗੇ ਸੀ, ਤੈਨੂੰ ਪਤੀ ਚੰਗਾ ਮਿਲ ਗਿਆ, ਤੈਨੂੰ ਸਹੁਰਾ ਪਰਿਵਾਰ ਚੰਗਾ ਮਿਲ ਗਿਆ, ਤੇਰੇ ਕਰਮ ਚੰਗੇ ਨੇ। ਜਿਹੜੀ ਵਿਚਾਰੀ ਨੂੰ ਸ਼ਰਾਬੀ ਕਬਾਬੀ ਮਿਲ ਜਾਏ, ਕੁੱਟਮਾਰ ਰੋਜ਼ ਕਰਦਾ, ਸੱਸ ਲੜਦੀ ਹੈ, ਸਹੁਰਾ ਮੂੰਹ ਪਾਣੀ ਨਹੀਂ ਧਰਦਾ, ਨਣਦਾਂ ਈਰਖੀ ਕਰਦੀਆਂ ਨੇ, ਦੁਖੀ ਹੋ ਕੇ ਆ ਕੇ ਮਾਪਿਆਂ ਕੋਲ ਰੋਂਦੀ ਹੈ, ਕਹਿੰਦੇ ਭਾਈ ਅਸੀਂ ਕੀ ਕਰੀਏ, ਤੇਰੀ ਉਹ ਕਿਸਮਤ ਮਾੜੀ ਹੈ, ਤੇਰੀ ਕਿਸਮਤ 'ਚ ਇਹ ਲਿਖਿਆ ਹੋਇਆ ਸੀ। ਇਸੇ ਤਰ੍ਹਾਂ ਜਿਨ੍ਹਾਂ ਨੂੰ ਪਖੰਡੀ ਗੁਰੂ ਮਿਲ ਜਾਏ ਨਾ, ਉਹਨਾਂ ਨੂੰ ਇਹ ਕਹਿਣਾ ਬਣਦਾ ਵੀ ਇਹਨਾਂ ਦੀ ਮਾੜੀ ਕਿਸਮਤ ਸੀ ਤਾਂ ਪਖੰਡੀ ਗੁਰੂ ਮਿਲਿਆ। ਜਿਨ੍ਹਾਂ ਨੂੰ ਗੁਰੂ ਨਾਨਕ ਵਰਗਾ ਗੁਰੂ ਮਿਲੇ, ਪੂਰਾ ਗੁਰੂ ਤਾਂ ਉਹਨਾਂ ਨੂੰ ਮਿਲਦਾ ਹੈ। ਇਹ ਤਿੰਨ ਪ੍ਰਕਾਰ ਦੇ ਗੁਰੂ ਜਿਹੜੇ ਨੇ ਉਹ ਅੱਗੇ ਵਿਚਾਰ ਆਜੂ ਕਿਤੇ ਫੇਰ। ਇਹਨਾਂ ਨੂੰ ਸਮੁੰਦਰੀਕ ਗ੍ਰੰਥ ਦੇ ਅੰਦਰ ਬਾਬਾ ਸੁੰਦਰੀਏ 8 ਪ੍ਰਕਾਰ ਦੇ ਗੁਰੂ ਲਿਖਿਆ। ਤੁਲਸੀ ਰਮਾਇਣ ਦੇ ਅੰਦਰ ਰਾਮਚੰਦਰ ਜੀ ਨੇ ਜੋ ਕਥਨ ਕੀਤਾ ਵੀ 3 ਪ੍ਰਕਾਰ ਦਾ ਗੁਰੂ ਹੁੰਦਾ ਹੈ, ਤੇ ਅਧਿਆਤਮ ਰਮਾਇਣ ਦੇ ਵਿੱਚ ਵੀ 3 ਪ੍ਰਕਾਰ ਦਾ ਗੁਰੂ ਲਿਖਿਆ ਹੈ। ਇਉਂ ਇਹ 3 ਪ੍ਰਕਾਰ ਦੇ ਗੁਰੂ ਗ੍ਰੰਥਾਂ 'ਚ ਬਹੁਤ ਸਾਰੇ ਥਾਂ ਤੇ ਆਉਂਦੇ ਆ। ਨਾਨਕ ਪ੍ਰਕਾਸ਼ ਦੇ ਅੰਦਰ ਵੀ ਮਹਾਰਾਜ ਸਾਹਿਬ ਜੀ ਦੇ ਅਨੰਨ ਸੇਵਕ ਭਾਈ ਸੰਤੋਖ ਸਿੰਘ ਦੀ ਕਾਵ ਰਚਨਾ 'ਚੋਂ ਗੁਰ ਇਤਿਹਾਸ ਦੇ ਵਿੱਚ ਵੀ ਮਿਲਣਗੇ। ਆਪਾਂ ਇਹਨੂੰ ਗੱਲ ਨੂੰ ਬਹੁਤੀ ਵਧਾਈਏ ਨਾ। ਸਤਿਗੁਰੂ ਪੂਰਾ ਜਿਹੜਾ ਹੈ ਇੱਥੇ ਕਹਿੰਦੇ ਇੱਕ ਤਾਂ ਇਸ ਤਰ੍ਹਾਂ ਹੈ ਜਿਵੇਂ ਸੋਟੀ ਹੁੰਦੀ ਹੈ, ਇਹਦੇ ਤੇ ਸੌਖਾ ਸਮਝ ਆਊਗਾ, ਉਹਨੂੰ ਪਾਣੀ ਦੇ ਵਿੱਚ ਰੱਖ ਦਈਏ ਉਹ ਡੁੱਬਦੀ ਨਹੀਂ ਹੈ, ਤਰਦੀ ਹੈ। ਤੇ ਉਹਦੇ 'ਚ ਜੇ ਬਰੀਕ ਬਰੀਕ ਕੋਈ ਲੋਹੇ ਦੀ ਮੇਖ ਲਾ ਦਈਏ, ਉਹ ਮੇਖ ਸਿੱਟਦੀ ਹੈ, ਡੁੱਬ ਜੂਗੀ। ਜੇ ਉਹਦੇ ਸੋਟੀ ਚਲਾ ਦਈਏ, ਥੋੜੇ ਜਿਹੇ ਲੋਹੇ ਨੂੰ ਤਾਰ ਸਕਦੀ ਹੈ, ਜ਼ਿਆਦੇ ਨਹੀਂ। ਬੰਦਾ ਤਾਂ ਬੈਠ ਨਹੀਂ ਸਕਦਾ ਉਹਦੇ ਤੇ, ਉਹ ਆਪ ਡੁੱਬ ਜੂ ਨਾਲੇ ਉਹਨੂੰ ਡੁਬੋ ਦੂ। ਤੇ ਇੱਕ ਤਾਂ ਇਹ ਇਸ ਤਰ੍ਹਾਂ ਦਾ ਗੁਰੂ ਹੁੰਦਾ, ਇਹਦਾ ਦ੍ਰਿਸ਼ਟਾਂਤ ਹੈ। ਇੱਕ ਅਣਤਾਰੂ ਹੁੰਦਾ ਹੈ,
ਤੇ ਅਣਤਾਰੂ ਕਿ ਜਿਵੇਂ ਕਿਨਾਰੇ ਤੇ ਬੈਠਾ ਹੈ, ਉਹ ਦੱਸੀ ਜਾਂਦਾ ਹੈ ਵੀ ਪਾਣੀ ਥੋੜਾ ਹੀ ਆ, ਲੰਘ ਜਾ ਤੂੰ, ਕੋਈ ਗੱਲ ਨਹੀਂ। ਆਪ ਨਹੀਂ ਪਾਣੀ 'ਚ ਕਦੇ ਵੜਿਆ, ਪਰਲੇ ਕਿਨਾਰੇ ਗਿਆ ਹੀ ਨਹੀਂ ਕਦੇ, ਉਹ ਕਿਨਾਰੇ ਤੇ ਬੈਠਾ ਦੱਸੀ ਜਾਂਦਾ ਹੈ ਤੇ ਡੁੱਬਣ ਦਾ ਕੋਈ ਖਤਰਾ ਨਹੀਂ। ਪਰ ਜਿਸ ਵੇਲੇ ਜਾਂਦਾ ਹੈ, ਉਹ ਕਈ ਵਾਰੀ ਡੂੰਘਾ ਪਾਣੀ ਹੋਣ ਕਰਕੇ ਕਿਹੜਾ ਉਹਨੇ ਦੇਖਿਆ ਸੀ ਆਪ ਜਾ ਕੇ, ਉਹ ਡੁੱਬ ਜਾਂਦਾ ਹੈ ਉਹਦੇ ਕਹੇ ਆਖੇ ਲੱਗ ਕੇ। ਤੇ ਤੀਸਰਾ ਹੈ ਜਿਹੜਾ ਜਹਾਜ਼ ਹੈ, ਉਹਦੇ ਵਿੱਚ ਜਹਾਜ਼ ਦੇ ਵਿੱਚ ਜਿਹੜਾ ਬੈਠ ਜਾਂਦਾ, ਜਹਾਜ਼ ਆਪ ਨਹੀਂ ਡੁੱਬਦਾ ਤੇ ਜਿੰਨੇ ਬੈਠੇ ਪਿੰਡਾਂ ਦੇ ਪਿੰਡ ਬਹਿ ਜਾਂਦੇ ਨੇ ਉਹਦੇ ਵਿੱਚ, ਸਾਰਿਆਂ ਨੂੰ ਭਾਰ ਲਗਾਉਂਦਾ। ਤੇ ਇਸੇ ਤਰ੍ਹਾਂ ਜਿਹੜਾ ਅਵਧੂਤ ਗੁਰੂ ਹੈ, ਅਖਵਾਉਂਦਾ ਆਪਣੇ ਆਪ ਨੂੰ, ਉਹ ਸੋਟੀ ਦੀ ਨਿਆਈ ਹੈ, ਵਿਦਿਆ ਨਹੀਂ ਪੜ੍ਹੀ ਹੈ। ਕਿਸੇ ਮਹਾਤਮਾ ਦੇ ਬਚਨ ਸੁਣ ਕੇ ਮੰਨ ਕੇ ਆਪ ਤਾਂ ਮੁਕਤ ਹੋ ਗਿਆ, ਪਰ ਜੇ ਕੋਈ ਸ਼ੰਕਾ ਵਾਲਾ ਮੈਂਬਰ, ਜਿਹਨੂੰ ਕੋਈ ਸ਼ੰਕਾ ਵਾਲਾ ਜਿਹੜਾ ਗੁਰਮੁਖ ਹੈ, ਜਗਿਆਸੂ, ਆ ਕੇ ਸ਼ੰਕਾ ਕਰ ਦੇਵੇ ਵੀ ਆਹ ਦੱਸੋ ਜੀ ਮੈਨੂੰ, ਉਹਦੀ ਸ਼ੰਕਾ ਨਹੀਂ ਮੇਟ ਸਕਦਾ। ਤੇ ਇਸ ਕਰਕੇ ਉਹਦੇ ਤਾਈਂ ਬ੍ਰਹਮ ਗਿਆਨ ਨਹੀਂ ਕਰਾ ਸਕਦਾ। ਐਸਾ ਅਵਧੂਤ ਗੁਰੂ ਸੋਟੀ ਦੀ ਨਿਆਈ ਹੈ, ਜੋ ਆਪ ਤਾਂ ਤਰ ਸਕਦਾ ਪਰ ਹੋਰ ਨੂੰ ਨਹੀਂ ਤਾਰ ਸਕਦਾ। ਹਾਂ, ਕੋਈ ਛੋਟਾ ਮੋਟਾ ਜੀਵ ਕੋਈ ਬਹੁਤੀ ਭਾਵਨਾ ਕਰ ਲਵੇ, ਉਹ ਸੋਟੀ ਦੇ ਨਾਲ ਜਿਵੇਂ ਉਹਦੇ ਮੇਖ ਲੱਗੀ ਹੁੰਦੀ ਆ, ਉਹਦੇ ਆਸਰੇ ਕੋਈ ਸ਼ਰਧਾ ਵਾਲਾ ਤਰਜਾ ਤਰ ਸਕਦਾ ਹੈ। ਤੇ ਇਸ ਤਰ੍ਹਾਂ ਪਰ ਬਹੁਤਿਆਂ ਨੂੰ ਨਹੀਂ ਤਾਰ ਸਕਦਾ। ਸ਼ੰਕਾ ਨਾ ਕਰੇ, ਉਹ ਮਹਾਤਮਾ ਦੇ ਬਚਨ ਮੰਨੇ, ਕਮਾਈ ਕਰਨ ਲੱਗ ਜਵੇ, ਤਰ ਜੂਗਾ ਉਹ ਵੀ। ਤੇ ਦੂਸਰੀ ਜੋ ਪੰਡਿਤ ਵਿਦਵਾਨ ਹੈ, ਉਹ ਗੁਰੂ ਬਣ ਕੇ ਦੁਨੀਆ ਨੂੰ ਉਪਦੇਸ਼ ਦਿੰਦਾ ਹੈ, ਉਹ ਹੈਗਾ ਅਣਤਾਰੂ ਦੀ ਨੇ, ਜਿਹੜਾ ਕਿਨਾਰੇ ਤੇ ਬੈਠਾ ਹੈ, ਆਪ ਕਮਾਈ ਨਹੀਂ ਕੀਤੀ। ਕੋਈ ਆਦਮੀ ਕਿਨਾਰੇ ਤੇ ਬੈਠਾ ਹੈ, ਉਹਨੂੰ ਲੱਗਿਆ ਵੀ ਲੰਘ ਜਾਓ ਜੀ, ਇਹ ਵੇਦ ਸ਼ਾਸਤਰਾਂ ਦੁਆਰਾ ਜੋਤੀਆਂ ਦੱਸੀ ਜਾਂਦਾ ਹੈ। ਉਹ ਜਿਹੜਾ ਪੰਡਿਤ ਗੁਰੂ ਹੈ, ਉਹਦੇ ਆਖੇ ਲਾ ਕੇ ਨਾ ਆਪ ਡੁੱਬੇ ਚ ਹੋਵੇ, ਜਿਵੇਂ ਤੇ ਚੇਲੇ ਦੀ ਇਹ ਬਹਾਏ, ਉਹਦੀ ਇਹ ਹਾਲਤ ਹੁੰਦੀ ਹੈ। ਸ਼ਾਸਤਰ ਦਾ ਗਿਆਨ ਤਾਂ ਹੈਗਾ, ਲੋਕਾਂ ਨੂੰ ਸਮਝਾ ਸਕਦਾ ਹੈ, ਪਰ ਇਹ ਸੰਸਾਰ ਸਮੁੰਦਰ ਤੋਂ ਪਾਰ ਨਾ ਆਪ ਹੋ ਸਕਦਾ। ਅਣਤਾਰੂ ਹੈ, ਉਹਦੇ ਆਗੇ ਲਾ ਕੇ ਸੰਸਾਰ ਸਮੁੰਦਰ ਤੋਂ ਤਰਨ ਦਾ ਜੋ ਕੋਈ ਯਤਨ ਵੀ ਕਰਦਾ, ਉਹ ਪਦਾਰਥਾਂ ਨੂੰ ਪਾਣੀ 'ਚ ਗੋਤੇ ਖਾਣ ਲੱਗ ਜਾਂਦਾ, ਡੁੱਬ ਜਾਂਦਾ। ਪਰ ਮਹਾਰਾਜ ਸਾਹਿਬ ਜੀ ਜਹਾਜ਼ ਦੀ ਨਿਆਈ ਹੈ। ਜਹਾਜ਼ ਦੇ ਵਿੱਚ ਪਿੰਡਾਂ ਦੇ ਪਿੰਡ ਚੜ੍ਹ ਜਾਏ, ਜਿਹੜਾ ਜਹਾਜ਼ ਦੇ ਵਿੱਚ ਬੈਠ ਗਿਆ ਜਿਵੇਂ ਪਾਰ ਲੰਘ ਜਾਂਦਾ ਹੈ। ਕਰੋੜਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਬ੍ਰਹਮ ਸਰੋਤਰੀ, ਬ੍ਰਹਮ ਰੇਸ਼ਤੀ, ਉਹ ਬ੍ਰਹਮ ਦਾ ਸਰਵਣ ਕਰਾਉਣ ਵਾਲੇ, ਬ੍ਰਹਮ ਤੇ ਨਿਸ਼ਚਾ ਕਰਨ ਵਾਲੇ ਬ੍ਰਹਮ ਨੇਸ਼ਟੀ ਹੁੰਦਾ ਹੈ। ਬ੍ਰਹਮ ਸਰੋਤਰੀ ਜਿਹੜਾ ਬ੍ਰਹਮ ਸੁਣ ਕੇ ਕੰਨਾਂ ਨਾਲ ਨਿਸ਼ਚਾ ਕੀਤਾ, ਉਹ ਜਹਾਜ਼ ਦੀ ਨਿਆਈ ਹੈ, ਸਾਰਿਆਂ ਨੂੰ ਪਾਰ ਲਗਾਉਂਦਾ ਹੈ। ਉਹਨੂੰ ਕਹਿੰਦੇ ਆ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਐਸੇ ਗੁਰੂ ਨਾਨਕ ਮਹਾਰਾਜ ਨੇ ਜੋ ਕਲ ਦੇ ਜੀਵਾਂ ਨੂੰ ਤਾਰਦੇ ਹੈ, ਪੂਰੇ ਗੁਰੂ ਦਾ ਰੂਪ ਕਥਨ ਕੀਤਾ ਹੈ। ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ, ਇਹ ਜਿਹਾ ਕੌਣ ਬਲੀ ਹੈ। ਗੁਰੂ ਨਾਨਕ ਤੋਂ ਬਿਨਾਂ ਸੰਗਲਾਦੀਪ ਦੇ ਪਦਮਣੀਆਂ ਨੂੰ ਵੀ ਜਿਨ੍ਹਾਂ ਨੇ ਉਪਦੇਸ਼ 16-16 ਵਰ੍ਹੇ ਦੀ ਨਾਇਕ ਨੂੰ ਉਪਦੇਸ਼ ਦਿੱਤਾ, ਸਾਬਤ ਰਹੇ, ਹੋਰ ਕੋਈ ਸਾਬਤ ਨਹੀਂ ਸੀ ਰਹਿ ਸਕਿਆ। ਹੁਸ਼ਿਆਰ ਹੋ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਵਿਕਾਰਾਂ ਨੂੰ ਸਮਾਪਤ ਕਰ ਦਿੱਤਾ ਹੈ। ਉਹ ਕਲਯੁਗ ਦੇ ਪੂਰਨ, ਪੰਜਾਂ ਦੇ ਵਸ ਵਿੱਚ, ਜਿਹੜਾ ਪੰਜਾਂ ਦੇ ਵਸ ਵਿੱਚ ਹੈ ਉਹ ਪੂਰਨ ਥੋੜ੍ਹੀ ਹੈ, ਉਹ ਅਧੂਰਾ ਹੈ। ਸਤਿਗੁਰੂ ਜੀ ਪੂਰਨ ਗੁਰੂ ਨੇ, ਇਸ ਕਰਕੇ ਸਤਿਗੁਰੂ ਚੇਤਨ ਸਰੂਪ ਨੇ। ਗੋ ਨਾਮ ਅਗਿਆਨ ਰੂਪ ਅੰਧੇਰੇ ਦਾ ਨਾਸ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨੇ। ਗੁਰੂ ਪਦ ਜਿਹੜਾ ਗਿਰੀ ਧਾਤੂ ਦੇ, ਸੰਸਕ੍ਰਿਤ ਦੇ ਵਿੱਚ ਬਹੁਤ ਸਾਰੀਆਂ ਧਾਤੂਆਂ ਨੂੰ ਗਿਰੀ ਧਾਤੂ ਤੋਂ ਗੁਰੂ ਸ਼ਬਦ ਬਣਦਾ ਹੈ। ਤੇ ਇਹਦੇ ਫਿਰ ਅੱਗੇ ਚੱਲ ਕੇ ਅਰਥ ਬਣਦੇ ਨੇ। ਗਿਰ ਨਾਮ ਪਹਾੜ ਦਾ ਹੁੰਦਾ ਹੈ, ਜੋ ਪਹਾੜ ਦੀ ਨੇ ਅਚਲ ਰਹਿਣ ਵਾਲੇ ਨੇ ਸਤਿਗੁਰੂ, ਜਿਨ੍ਹਾਂ ਨੂੰ ਕਾਮ ਕ੍ਰੋਧ ਆਦਿ ਕੋਈ ਵਿਘਨ ਇਹ ਜਿਹੜਾ ਡੁਲਾ ਨਹੀਂ ਸਕਦਾ, ਨਿਸ਼ਚਾ ਨਹੀਂ ਡੁਲਾ ਸਕਦਾ। ਗਿਰ ਨਾਮ ਨਿਗਲਦਾ ਹੈ, ਅਗਿਆਨ ਨੂੰ ਨਿਗਲ ਜਾਣਾ, ਗਿਆਨ ਦਾ ਪ੍ਰਕਾਸ਼ ਕਰਾ ਦੇਣਾ। ਗਿਰ ਨਾਮ ਬਾਣੀ ਦਾ, ਸਤਿਗੁਰੂ ਸਭ ਤੋਂ ਵੱਡੇ ਨੇ, ਉਹਨਾਂ ਦੀ ਬਾਣੀ ਵੀ ਸਭ ਤੋਂ ਵੱਡੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਇਸ ਕਰਕੇ ਗਿਰ ਨਾਮ ਭਾਰੀ ਦਾ ਹੈ, ਸਤਿਗੁਰੂ ਸਾਰਿਆਂ ਤੋਂ ਭਾਰੀ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਤੇ ਗਿਰ ਨਾਮ ਬਾਣੀ ਦਾ ਅਰਥ ਵੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਗਿਰ ਧਾਤੂ ਦੇ ਇਸ ਤਰ੍ਹਾਂ ਦੇ ਅਰਥ ਜਾਣਨੇ ਜੇ। ਦੁਬਾਰੇ ਬੋਲੋ ਜੀ, ਸਤਿਗੁਰ ਪੂਰਾ। ਸਤਿਗੁਰ ਪੂਰਾ ਜੇ ਮਿਲੈ, ਜੇ ਕਰ ਐਸੇ ਪੂਰਨ ਸਤਿਗੁਰੂ ਮਿਲ ਜਾਣ, ਜਿਹੜੇ ਉੱਪਰ ਦੱਸਿਆ ਗੁਰੂ ਨਾਨਕ ਸਾਹਿਬ ਨੇ, ਐਸੇ ਸਤਿਗੁਰੂ ਪਾਈਐ ਰਤਨ ਵਿਚਾਰ। ਉਹਨਾਂ ਪਾਸੋਂ ਰਤਨ ਕਿਹੜਾ? ਬੈਰਾਗ ਰੂਪੀ ਰਤਨ ਵੀ ਹੈ, ਉਪਦੇਸ਼ ਰੂਪੀ ਰਤਨ ਹੈ, ਸ਼ਬਦ ਰੂਪੀ ਰਤਨ ਹੈ, ਵਿਚਾਰ ਪਾਈ ਦੀ ਹੈ। ਰਤਨ ਜੋ ਬ੍ਰਹਮ ਹੈ,
ਉਹ ਵੇਖ ਕੇ ਪਦਾਰਥਾਂ ਨੂੰ, ਰਤਨ ਕੀ ਹੁੰਦਾ? ਰਤ ਜਿਹਨੂੰ ਆਪਣਾ ਜਲਵਾ ਦਿਖਾ ਕੇ ਰਤਨਾ ਪ੍ਰੀਤੀ ਦਾ, ਉਹਨੂੰ ਦੇਖ ਕੇ ਕਿਸੇ ਹੋਰ ਵਿੱਚ ਨਾ ਪ੍ਰੀਤੀ ਹੋਵੇ, ਫਿਰ ਉਹਨੂੰ ਰਤਨ ਕਹਿੰਦੇ ਨੇ। ਐਸਾ ਕੀ ਹੈ? ਵਿਰਾਗ। ਧਰਤੀਬਰ ਧਰਤਮ ਵੈਰਾਗ ਹੈ। ਤੇ ਇਸ ਤਰ੍ਹਾਂ ਵਿਚਾਰ ਵਿਵੇਕ ਨੂੰ ਪਾ ਲਈਦਾ ਹੈ। ਮਨ ਰੀਝੈ ਗੁਰ ਆਪਣੇ ਸਤਿਗੁਰਾਂ ਨੂੰ ਆਪਣਾ ਮਨ ਭੇਟ ਦੇ ਦਈਏ। ਜਿਹੜੇ ਐਸੇ ਸਤਿਗੁਰੂ ਹਨ ਜੋ ਸਾਰਿਆਂ ਦੇ ਵਿੱਚ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਡਾ ਬ੍ਰਹਮ ਦੇ ਵਿੱਚ, ਵਿਆਪਕ ਦੇ ਵਿੱਚ ਪ੍ਰੇਮ ਲਾ ਦੇਣ। ਪਾਈਐ ਸਰਬ ਪਿਆਰ, ਸਾਰਿਆਂ ਦੇ ਵਿੱਚ ਪ੍ਰੇਮ ਰੂਪ ਹੋ ਕੇ ਰਮਿਆ ਹੋਇਆ ਜੋ ਵਾਹਿਗੁਰੂ ਹੈ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਉਹ ਸਾਰਿਆਂ ਨੂੰ ਪਿਆਰ ਕਰਨ ਵਾਲੇ ਪਰਮੇਸ਼ਰ ਨੂੰ ਪਾ ਲਈਦਾ। ਸਾਰਿਆਂ ਵਿੱਚ ਜੋ ਪਿਆਰਾ ਅਸਤੀ ਭ੍ਰਾਂਤੀ ਪ੍ਰੇਤਾ ਰੂਪ ਹੈ, ਉਹਦਾ ਨਿਵਾਸ ਕਰਦਾ ਹੈ ਤੇ ਉਹ ਆਨੰਦ ਸਰੂਪ ਨੂੰ ਪਾ ਲਈਦਾ। ਜੋ ਪਿਆਰ ਸਰਵ ਸਾਰਿਆਂ ਦਾ ਆਤਮ ਸਰੂਪ, ਕਿਸੇ ਦਾ ਵੀ ਦੂਜਾ ਨਹੀਂ ਹੈ, ਸਾਰਿਆਂ ਦਾ ਆਪਣਾ ਰੂਪ ਹੈ, ਉਹ ਪਿਆਰੇ ਨੂੰ ਪਾ ਲਈਦਾ। ਉਹ ਸਾਰਿਆਂ ਨਾਲ ਪਿਆਰ ਕਰਨ ਵਾਲਾ ਹੈ। ਇਥੋਂ ਤੱਕ ਕਿ ਅਕਿਰਤ ਕਰਾਂ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਤੇ ਕਿਸੇ ਨੇ ਵੀ ਔਗਣ, ਉਹ ਕਿਸੇ ਦੇ ਵੀ ਔਗਣ ਨਹੀਂ ਚਿਤਾਰਦਾ। ਐਸਾ ਕਿਰਪਾਲੂ ਵਾਹਿਗੁਰੂ ਹੈ। ਮੁਕਤ ਪਦਾਰਥ ਪਾਈਐ, ਸਤਿਗੁਰਾਂ ਦੇ ਕੋਲੋਂ ਭਾਈ ਮੁਕਤੀ ਰੂਪੀ ਪਦਾਰਥ ਪਾ ਲਈਦਾ। ਤੇ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੁੰਦਾ ਤੇ ਔਗਣ ਮਿਟਦੇ ਹਨ। ਅਵਗਣ ਮੇਟਣ ਹਾਰ, ਤੇ ਉਹ ਔਗਣਾਂ ਨੂੰ ਮੇਟਣ ਵਾਲਾ ਹੈ। ਸਤਿਗੁਰੂ ਐਸਾ ਸਰੂਪ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਵਿਕਾਰ, ਇਹ ਜਿਹੜੇ ਔਗਣ, ਇਹਨਾਂ ਨੂੰ ਮੇਟਣ ਵਾਲੇ ਨੇ। ਐਸੇ ਸਤਿਗੁਰੂ ਪਾਸੋਂ ਜਿਨ੍ਹਾਂ ਦੇ ਕੋਲ ਇਹ ਸ਼ਕਤੀ ਹੈ, ਮੇਟ ਦੇਣ ਐਸੇ ਵਿਕਾਰਾਂ ਨੂੰ, ਮੁਕਤੀ ਰੂਪੀ ਪਦਾਰਥ ਪਾ ਲਈਦਾ। ਬਾਣੀ ਦੇ ਵਿੱਚ ਜਿਹੜੇ ਪਦਾਰਥ ਕਥਨ ਕੀਤੇ ਹੈ, ਬਾਹਰਲੇ ਗ੍ਰੰਥਾਂ ਦੇ ਵਿੱਚ ਧਰਮ, ਅਰਥ, ਕਾਮ, ਮੋਖ 4 ਪਦਾਰਥ ਮੰਨੇ। ਬਾਣੀ ਦੇ ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ 4 ਪ੍ਰਕਾਰ ਦੇ ਜਿਹੜੇ ਸਾਧ ਸੰਗਤ ਇਸ ਤਰ੍ਹਾਂ ਦੇ ਜਿਹੜੇ ਪਦਾਰਥ ਗੁਰਬਾਣੀ ਦੇ ਵਿੱਚ 5 ਪ੍ਰਕਾਰ ਦੇ ਨੇ, ਆਮ ਕਰਕੇ 4 ਪ੍ਰਕਾਰ ਦੇ ਹੈ। ਤੇ ਜਿਹੜਾ ਮੁਕਤ ਪਦਾਰਥ, ਮੁਕਤ 4 ਪ੍ਰਕਾਰ ਦੀ ਹੈ। ਸਵਰਗ ਦੀਆਂ ਮੁਕਤੀਆਂ ਮੰਨੀਆਂ ਜਿਹੜੀਆਂ 4 ਪ੍ਰਕਾਰ, ਸ਼ਲੋਕ, ਸਮੀਪ, ਸਰੂਪ, ਸਵਜ। ਸ਼ਲੋਕ ਆਪਣੇ ਇਸ਼ਟ ਦੀ ਪ੍ਰਾਪਤੀ ਹੋ ਜਾਣੀ, ਆਪਣੇ ਇਸ਼ਟ ਦੇਵਤਾ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ, ਇਹ ਸ਼ਲੋਕ ਮੁਕਤੀ ਹੈ। ਸਮੀਪ ਆਪਣੇ ਇਸ਼ਟ ਦੇ ਨਿਕਟਵਰਤੀ ਹੋ ਕੇ ਮਿਲਾਪ ਹੋਣਾ, ਤੇ ਇਸ ਨੂੰ ਸਮੀਪ ਮੁਕਤੀ ਕਹਿੰਦੇ। ਸਰੂਪ ਆਪਣੇ ਇਸ਼ਟ ਦੇਵਤਾ ਵਰਗਾ ਸਰੂਪ ਬਣ ਜਾਣਾ, ਚਤੁਰਭੁਜ ਆਦ। ਤੇ ਸਹਿਜ ਮੁਕਤੀ ਹੈ, ਇੱਕ ਸਮੇਂ ਹਜ਼ਾਰਾਂ ਦੇ ਧਾਰਨ ਕਰਨ ਦੀ ਸਮਰੱਥਾ, 1000 ਕੰਮ ਕਰ ਸਕਦਾ ਹੈ, ਪਰ ਉਤਪਤੀ, ਪਾਲਣਾ ਤੇ ਲੈਤਾ ਇਹ ਈਸ਼ਵਰ ਨੇ ਆਪਣੇ ਹੱਥ ਵਿੱਚ ਰੱਖੀਆਂ ਨੇ। ਬਾਕੀ ਸਾਰਾ ਜਗਤ ਪੈਦਾ ਕਰਨ ਦਾ, ਜਗਤ ਦੀ ਪਾਲਣਾ ਕਰਨੀ, ਇਹ ਜਗਤ ਦਾ ਵਿਨਾਸ਼ ਕਰਨਾ, ਇਹ 3 ਸ਼ਕਤੀਆਂ ਤੋਂ ਬਿਨਾਂ ਸਹਿਜ ਮੁਕਤੀ ਵਾਲੇ ਦੇ ਵਿੱਚ ਬਾਕੀ ਸਾਰੀ ਸਮਰੱਥਾ ਈਸ਼ਵਰ ਵਰਗੀ ਹੋ ਜਾਂਦੀ ਹੈ। ਜਿਸ ਤਰ੍ਹਾਂ ਲੂਣ ਪਾਣੀ ਦੇ ਵਿੱਚ ਘੋਲਦੀ ਹੈ, ਦਿਸਣ ਤੋਂ ਤਾਂ ਹਟ ਜਾਂਦਾ ਹੈ, ਪਰ ਜੇ ਪਾਣੀ ਪੀਏ ਸੁਲਣਾ ਜ਼ਰੂਰ ਲੱਗਦਾ ਹੈ। ਉਹਦਾ ਵੱਖਰਾਪਣ ਜੀਭ ਦੱਸਦੀ ਹੈ ਵੀ ਹਾਂ ਇਹਦੇ ਚ ਲੂਣ ਹੈਗਾ। ਇਸ ਢੰਗ ਦੇ ਨਾਲ ਜਿਹੜੇ ਸਹਿਜ ਮੁਕਤੀ ਵਾਲੇ ਨੇ, ਉਹ ਐਸੀ ਅਲੱਗਤਪਣਾ ਉਹਨਾਂ ਦੇ ਵਿੱਚ ਹੋਣਾ ਹੈ। ਇਹ ਅਲੱਗਪਣੇ ਵਾਲੀ ਇੰਨੀ ਕੁ ਅਲੱਗਪਣਾ ਉਹਨਾਂ ਵਿੱਚ ਹੈ। ਬਾਕੀ 3 ਮੁਕਤੀਆਂ ਜਿਹੜੀਆਂ 3 ਸਾਧ ਸੀ, ਉਤਪਤੀ, ਪਾਲਣਾ ਤੇ ਲੈਤਾ, ਇਹਨਾਂ ਤੋਂ ਰਹਿਤ ਹੈ ਇਸ ਮੁਕਤੀ ਵਾਲਾ। ਤੇ ਇਹ ਜਿਹੜੀਆਂ 4 ਬੇਗੁੰਡ ਦੀਆਂ ਮੁਕਤੀਆਂ ਨੇ, ਜੋ ਮੁਕਤ ਪਦ ਦਾ ਅਸਲੀ ਅਰਥ ਹੈ ਕੇਵਲ ਮੋਕਸ਼ ਹੈ, ਉਹ ਤਾਂ ਅਸਲ ਦੇ ਵਿੱਚ ਉਹ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ। ਇਹ ਮੁਕਤੀ ਦਾ ਪਦਾਰਥ ਸਤਿਗੁਰੂ ਗੁਰੂ ਨਾਨਕ ਸਾਹਿਬ ਦਿੰਦੇ ਹੈ। ਤੇ ਉਹ ਅਭੇਦ ਕਰਦੀ, ਜਲ ਮੈਂ ਜਲ ਆਏ ਖਟਾਨਾ, ਤੂੰ ਜੋਤੀ ਸੰਜੋਤ ਸਮਾਨਾ। ਜਿਉਂ ਜਲ ਮਹਿ ਜਲ ਪੈਸ ਨਾ ਨਿਕਸੈ, ਤਿਉਂ ਢੁਲ ਮਿਲਿਓ ਜੁਲਾਹੋ। ਉਹਦੀ ਇਹ ਅਵਸਥਾ ਹੋ ਜਾਂਦੀ ਹੈ। ਜਿਵੇਂ ਪਾਣੀ ਦੇ ਵਿੱਚ ਪਾਣੀ ਪੈ ਕੇ ਵੱਖਰਾ ਥੋੜੀ ਹੋ ਸਕਦਾ। ਦੇਹ ਅਭਿਮਾਨ ਨਾਲੋਂ ਇੱਕ ਵਾਰੀ ਢੁਲ ਢਲ ਕੇ, ਕਬੀਰ ਸਾਹਿਬ ਕਹਿੰਦੇ, ਮੈਂ ਜੋ ਲਾਹਾ ਪਰਮੇਸ਼ਰ ਦਾ ਲਿਆ, ਜੋ ਲਾਹਾ ਜਿਸ ਦੇ ਵਿੱਚ ਮੈਂ ਚਲਿਆ ਗਿਆ ਲਾਹਾ ਲੈ ਕੇ, ਉਹ ਕੇਵਲ ਮੋਕਸ਼ ਪਦਾਰਥ ਹੈ ਜਿਹੜਾ ਉਹ ਗੁਰੂ ਤੋਂ ਪਾਈਦਾ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਇਹ ਭਾਈ ਐਸੇ ਬ੍ਰਹਮ ਗਿਆਨੀ ਸਤਿਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਤੋਂ ਬਿਨਾਂ ਸੋਚੋ ਬਰਮੇ ਨਾਰਦ। ਭਾਵੇਂ ਇਸ ਗੱਲੋਂ ਜਾ ਕੇ ਤੁਸੀਂ ਬਰਮਾ ਦੇ ਪਾਸੋਂ ਪੁੱਛ ਲਓ, ਉਹ ਜਿਹੜਾ ਬਰਮਾ ਵੇਦ ਉਚਾਰਨ ਕਰਨ ਵਾਲਾ, ਉਹਦੇ ਪਾਸੋਂ ਜਾ ਕੇ ਪੁੱਛ ਲਓ
ਜਾਂ ਫਿਰ ਕੀਰਤਨ ਭਗਤੀ ਕਰਨ ਵਾਲਾ ਨਾਰਦ ਹੈ ਉਹਦੇ ਪਾਸੋਂ ਜਾ ਕੇ ਪੁੱਛ ਲੋ। ਵੇਦ ਵਿਆਸੈ ਕੋਇ, ਜਾਂ ਫਿਰ ਵੇਦਾਂ ਦਾ ਟੀਕਾ ਕਰਨ ਵਾਲਾ ਵਿਆਸ ਹੈ, ਉਹਦੇ ਕੋਲੋਂ ਜਾ ਕੇ ਪੁੱਛ ਲੋ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਉਹ ਵੀ ਇਹੀ ਗੱਲ ਕਹਿਣਗੇ ਵੀ ਗੁਰੂ ਤੋਂ ਬਿਨਾਂ ਨਹੀਂ ਜੀ ਮੁਕਤੀ ਨਹੀਂ ਹੁੰਦੀ। ਇਹ ਮਹਾਨ ਆਤਮਾਵਾਂ ਵੀ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋ ਸਕਿਆ। ਬ੍ਰਹਮਾ ਜਿਹੜਾ ਸੀ, ਜਦੋਂ ਇਹਦੇ ਕੋਲ ਸਰਬਗਤਾ ਨਹੀਂ ਸੀ, ਆਮ ਬੰਦਿਆਂ ਦੀ ਤਰ੍ਹਾਂ ਧਰਤੀ ਤੇ ਤੁਰਿਆ ਫਿਰਦਾ ਸੀ, ਡੰਡਾ ਤੇ ਕਮੰਡਲ ਪਕੜਿਆ ਹੋਇਆ ਧਰਤੀ ਤੇ ਵਿਚਰਦਾ ਫਿਰਦਾ ਸੀ। ਜਿਵੇਂ 10ਵੇਂ ਗ੍ਰੰਥ ਦੇ ਅੰਦਰ ਗੁਰੂ ਕਲਗੀਧਰ ਮਹਾਰਾਜ ਨੇ ਕਿਹਾ, ਕਾਲ ਹੀ ਪਾਏ ਭਇਓ ਬ੍ਰਹਮਾ ਜੈ ਦੰਡ ਕਮੰਡਲ ਭੂਮ ਪ੍ਰਮਾਨਿਓ। ਉਹ ਵੀ ਇਸ ਤਰ੍ਹਾਂ ਫਿਰਦਾ ਸੀ। ਤੇ ਉਸ ਵਕਤ ਬ੍ਰਹਮਾ ਨੂੰ ਆਕਾਸ਼ ਬਾਣੀ ਦੁਆਰਾ ਉਪਦੇਸ਼ ਦਿੱਤਾ ਸੀ, ਤਪ ਕਰ ਤਪ ਕਰ ਤਪ ਕਰ, 3 ਵਾਰ ਹੀ ਬਚਨ ਕਿਹਾ। ਜਿਸ ਵੇਲੇ ਬ੍ਰਹਮਾ ਨੇ ਤਪ ਕੀਤਾ, ਉਹੀ ਬ੍ਰਹਮਾ ਨੂੰ ਫਿਰ ਅਹੰਕਾਰ ਹੋ ਗਿਆ। ਇਹ ਤਪੱਸਿਆ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰ ਫਿਰ ਅਵਤਾਰ, ਅਹੰਕਾਰ ਹੋ ਗਿਆ ਇਹਨੂੰ। ਉਸ ਵੇਲੇ ਮਹਾਰਾਜ ਨੇ ਦਿਵ ਰੂਪ ਧਾਰਨ ਕਰ ਲਿਆ। ਦਿਵ ਰੂਪ ਧਾਰਨ ਕਰਕੇ ਆਏ ਤਾਂ ਉਧਰ ਸਨਕਾਦਕਾਂ ਨੂੰ ਪ੍ਰੇਰ ਦਿੱਤਾ। ਸਨਕ ਸਨਾਤਨ ਸੰਤ ਕੁਮਾਰ ਚਾਰੇ ਭਰਾ ਇਕੱਠੇ ਹੋ ਕੇ ਫੁਰਨਾ ਫੁਰਿਆ ਇਹਨਾਂ ਨੂੰ। ਉਹ ਮਹਾਰਾਜ ਦੀ ਉਹ ਲੀਲਾ ਸੀ, ਅਹੰਕਾਰ ਕੱਢਣਾ ਸੀ। ਉਹਨੇ ਆ ਕੇ ਆਪਣੇ ਪਿਤਾ ਨੂੰ, ਬ੍ਰਹਮਾ ਨੂੰ ਸਵਾਲ ਕੀਤਾ ਕਿ ਸਾਡੇ ਪਿਤਾ ਨੂੰ ਕੀ ਇੰਨਾ ਕੁ ਗਿਆਨ ਹੈ? ਉਹਨਾਂ ਨੇ ਆ ਕੇ ਸਵਾਲ ਕੀਤਾ ਵੀ ਇਹ ਦੱਸੋ ਜੀ ਮਨ ਵਸ ਕਿਵੇਂ ਹੋ ਸਕਦਾ ਹੈ? ਤੇ ਉਹ ਫਿਰ ਪਿਤਾ ਨੂੰ, ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੋ ਗਿਆ, ਉਹ ਦੱਸ ਨਾ ਸਕਿਆ। ਬ੍ਰਹਮਾ ਸ਼ਰਮਸਾਰ ਚੁੱਪ ਹੋ ਗਿਆ। ਮਨ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਕਿਵੇਂ ਇਕਾਗਰ ਹੋ ਸਕਦਾ? ਇਹ ਸਵਾਲ ਸੀ ਉਹਨਾਂ ਦਾ, ਸਨਕਾਦਕਾਂ ਦਾ, ਵੀ ਜਿਹੜਾ ਮਨ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਇਕਾਗਰ ਕਿਵੇਂ ਹੋਵੇ। ਇਹ ਸਾਰਾ ਪ੍ਰਸੰਗ ਜਿਹੜਾ ਨਾਰਦ ਦਾ ਅਕਾਦਸ਼ ਗ੍ਰੰਥ ਬਣਾਇਆ ਹੋਇਆ ਹੈ, ਉਹਦੇ ਵਿੱਚ ਪ੍ਰਸੰਗ ਆਉਂਦਾ ਹੈ। ਬ੍ਰਹਮਾ ਦੱਸ ਨਾ ਸਕਿਆ। ਚਾਰੇ ਭਰਾ ਆਪਣੇ ਪਿਤਾ ਦਾ ਮਖੌਲ ਉਡਾਉਣ ਲੱਗੇ ਉਹਦੇ ਸਾਹਮਣੇ। ਇਹ ਸਾਡਾ ਪਿਤਾ ਖਵਾਉਣਾ ਤੂੰ, ਤੇ ਪਿਤਾ ਤੈਨੂੰ ਇੰਨਾ ਤਾਂ ਪਤਾ ਨਹੀਂ ਹੈ, ਇੰਨਾ ਕੁ ਗਿਆਨ ਨਹੀਂ ਤੈਨੂੰ। ਉਸ ਵੇਲੇ ਬ੍ਰਹਮਾ ਬਹੁਤ ਦੁਖੀ ਹੋਇਆ ਵੀ ਮੇਰੇ ਪੁੱਤਰਾਂ ਨੇ ਮੇਰਾ ਅਪਮਾਨ ਕਰ ਦਿੱਤਾ। ਹੁਣ ਪਰਮਾਤਮਾ ਨਾਲ ਨਿਯਮ ਬਣਾਇਆ ਵਾ ਵੀ ਕੋਈ ਵੀ ਪੁੱਤ ਆਪਣੇ ਬਾਪ ਦੀ ਬੇਇੱਜ਼ਤੀ ਨਾ ਕਰੇ, ਆਪਣੀ ਮਾਂ ਦੀ ਬੇਇੱਜ਼ਤੀ ਨਾ ਕਰੇ। ਜੇ ਕਰਦਾ ਤਾਂ ਰੱਬ ਨਾਰਾਜ਼ ਹੋ ਜਾਂਦਾ ਹੈ। ਉਹ ਬ੍ਰਹਮਾ ਨੇ ਪਰਮਾਤਮਾ ਨੂੰ ਯਾਦ ਕੀਤਾ, ਮਹਾਰਾਜ ਮੈਂ ਕੀ ਕਰਾਂ, ਮੇਰੀ ਔਲਾਦ ਮੇਰਾ ਅਪਮਾਨ ਕਰ ਰਹੀ ਹੈ। ਉਸੇ ਵੇਲੇ ਮਹਾਰਾਜ ਨੇ ਹੰਸ ਦਾ ਅਵਤਾਰ ਧਾਰਨ ਕਰਕੇ ਆ ਗਏ। ਪਰਾਂ ਦੇ ਉੱਤੇ, ਖੰਭਾਂ ਦੇ ਉੱਤੇ ਵੇਦ ਸ਼ਾਸਤਰ ਲਿਖੇ ਹੋਏ ਸਨ। ਐਸਾ ਰੂਪ ਧਾਰ ਕੇ ਆਏ। ਉਸ ਵੇਲੇ ਉਹ ਸਰੂਪ ਨੂੰ ਦੇਖ ਕੇ ਉਹ ਬ੍ਰਹਮਾ ਨੂੰ ਉਪਦੇਸ਼ ਦੇ ਦਿੱਤਾ। ਰੇਚਾਂ ਦੇ ਉੱਤੇ ਲਿਖਿਆ ਹੋਇਆ ਵੀ ਸ਼ਬਦ ਦੁਆਰਾ ਇਕਾਗਰ ਹੋ ਸਕਦਾ ਹੈ। ਤੇ ਉਹ ਫਿਰ ਜਦੋਂ ਪੜ੍ਹ ਕੇ ਉਹਨੇ ਉੱਤਰ ਦੇ ਦਿੱਤਾ ਤੇ ਉਹ ਪੁੱਛਦੇ ਨੇ ਤੂੰ ਕੌਣ ਹੈ? ਸਨਕਾਦਕ ਵੀ ਤੂੰ ਕੌਣ ਹੈ ਜੀ, ਕੌਣ ਹੋ ਤੁਸੀਂ? ਚਾਰੇ ਭਰਾਵਾਂ ਨੇ ਪੁੱਛਿਆ। ਉਹ ਅਲੱਗੋਂ ਕਹਿਣ ਲੱਗੇ ਹੰਸ ਅਵਤਾਰ 5 ਤੱਤਾਂ ਦਾ ਸਰੀਰ ਹੈ, ਤੁਹਾਡਾ ਵੀ 5 ਤੱਤਾਂ ਦਾ ਹੈ। ਇਸੇ ਤੁਹਾਡਾ ਤਾਂ ਸਵਾਲ ਹੀ ਗਲਤ ਹੈ। ਜੇ ਤੁਸੀਂ ਕਹੋ ਵੀ ਆਤਮਾਵਾਨ ਤਾਂ ਤੁਹਾਡੇ ਵਿੱਚ ਵੀ ਮੇਰੇ ਵਿੱਚ ਵੀ ਆਤਮਾ ਵੀ ਇੱਕੋ ਜੀ ਹੈ। ਇਹ ਸਵਾਲ ਤੁਹਾਡਾ ਗਲਤ ਹੈ। ਇਸ ਤੋਂ ਅੱਗੇ ਚਾਰਾਂ ਭਰਾਵਾਂ ਨੂੰ ਗੱਲ ਨਾ ਆਈ। ਫਿਰ ਉਹ ਨਿਰੁੱਤਰ ਹੋ ਗਏ ਜੋ ਆਪਣੇ ਆਪ ਨੂੰ ਬ੍ਰਹਤ ਕਹਾਉਂਦੇ ਸੀ, ਆਪਣੇ ਪਿਤਾ ਨੂੰ ਸ਼ਰਮਿੰਦਾ ਕਰ ਰਹੇ ਸੀ। ਉਹਨਾਂ ਨੂੰ ਖੁਦ ਫਿਰ ਮਾਨ ਟੁੱਟ ਗਿਆ, ਮਾਫੀ ਮੰਗੀ, ਕਹਿੰਦੇ ਜੀ ਸਾਡੀ ਗਲਤੀ ਸੀ। ਉਸ ਵੇਲੇ ਹੰਸ ਅਵਤਾਰ ਧਾਰ ਕੇ ਉਪਦੇਸ਼ ਦਿੱਤਾ ਵੀ ਤੁਸੀਂ ਮੇਰੀ ਰਚਨਾ ਨੂੰ ਗਲਤ ਕਰਨ ਲੱਗੇ ਹੋ, ਆਪਣੇ ਬਾਪ ਦਾ ਹੀ ਅਪਮਾਨ ਕਰਨ ਲੱਗੇ ਹੋ ਤੁਸੀਂ, ਇਸ ਕਰਕੇ ਮੈਨੂੰ ਆਉਣਾ ਪਿਆ ਹੈ। ਤੇ ਇਸ ਕਰਕੇ ਫਿਰ ਬ੍ਰਹਮਾ ਨੂੰ ਉਪਦੇਸ਼ ਦੇ ਕੇ ਗਿਆਨਮਾਨ ਕੀਤਾ ਕਿ ਬ੍ਰਹਮਾ ਇੰਦਰੀਆਂ ਤੋਂ ਪਰੇ ਜਿਹੜਾ ਮਨ ਸ਼ਬਦ ਦੇ ਨਾਲ ਹੀ ਟਿਕ ਸਕਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਬ੍ਰਹਮਾ ਨੂੰ ਜਾ ਕੇ ਪੁੱਛ ਲਓ। ਗੁਰੂ ਦੁਆਰਾ ਭਗਵਾਨ ਨੇ ਹੰਸ ਅਵਤਾਰ ਧਾਰ ਕੇ ਉਹਨੂੰ ਦਿੱਤੀ ਸਿੱਖਿਆ। ਤੇ ਬਿਆਸ ਨੂੰ ਜਾ ਕੇ ਪੁੱਛ ਲਓ। ਬਿਆਸ ਨੂੰ ਹੰਕਾਰ ਹੋ ਗਿਆ ਸੀ, ਮੈਂ ਵੇਦਾਂ ਦਾ ਗਿਆਤਾ, ਮੈਂ ਵੇਦਾਂ ਦਾ ਟੀਕਾ ਕੀਤਾ, ਮੇਰੇ ਵਰਗਾ ਗਿਆਨਵਾਨ ਕੋਈ ਨਹੀਂ। ਹਰ ਜੋ ਹੰਕਾਰ ਨਾ ਭਾਵੇ। ਹੰਕਾਰ ਹੋਣ ਕਰਕੇ ਉਸ ਵੇਲੇ ਬਿਆਸ ਰਿਸ਼ੀ ਨੂੰ ਮੱਤ ਦੇਣ ਵਾਸਤੇ, ਹੰਕਾਰ ਕੱਢਣ ਵਾਸਤੇ ਗੈਬੀ ਤਲਵਾਰ ਉਤਰੀ, ਕਿਰਪਾਨ ਉਤਰੀ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ 10ਵੇਂ ਗ੍ਰੰਥ ਵਿੱਚ ਲਿਖਿਆ ਕਿ ਉਹਨੂੰ ਰਿਸ਼ੀ ਨੂੰ ਮਾਰਿਆ ਤਾਂ ਨਹੀਂ, ਪਰ 6 ਟੁਕੜੇ ਕਰਤੇ ਵੱਖਰੇ ਵੱਖਰੇ ਤੇ ਜਿਉਂਦਾ ਰੱਖਿਆ, ਟੁਕੜੇ ਵੀ ਜਿਉਂਦੇ ਰੱਖੇ। ਐਸੀ ਲੀਲਾ ਵਰਤਾਈ ਕਿ 6 ਰਿਸ਼ੀ ਬਣਾਤੇ। ਉਹ ਫਿਰ ਸਾਧ ਸੰਜੀ 6 ਰਿਸ਼ੀ ਜਿਹੜੇ ਨੇ ਉਹਨਾਂ ਨੇ ਕਾਪਲ, ਗੌਤਮ, ਕਨਾਦ, ਜੈਮਨੀ, ਪਤੰਜਲ, ਵਿਆਸ ਇਹ ਬਣਾਤੇ। ਤੇ ਉਹਨਾਂ 6 ਨੇ ਫਿਰ 6 ਸ਼ਾਸਤਰ ਚ ਸਾਖ, ਨਿਆਏ, ਵਿਸੇਕੋ, ਪੂਰਮਾਸਾ, ਪਤੰਜਲ ਤੇ ਵਿਦਾਂਤ
ਬਿਆਸ ਰਿਸ਼ੀ ਦਾ ਅਵਤਾਰ ਦੇ ਵਿੱਚ ਇਹ ਸਾਰਾ ਪ੍ਰਸੰਗ ਆਉਂਦਾ, ਉਹਦੀ ਫਿਰ ਸ਼ਾਂਤੀ ਇਸ ਤਰ੍ਹਾਂ ਤਾਂ ਨਹੀਂ ਸੀ ਵੀ ਨਾਰਦ ਮਿਲਿਆ ਸੀ ਉਸ ਨੂੰ, ਭਗਤ ਪੁਰਾਣ ਸੁਣਾਇਆ ਸੀ, ਭਗਤ ਪੁਰਾਣ ਦੇ ਵਿੱਚੋਂ ਫਿਰ ਉਹਨੂੰ ਰੱਬ ਦੇ ਗੁਣ ਗਵਾ ਕੇ ਸ਼ਾਂਤ ਕੀਤਾ ਸੀ। ਉਹ ਵੀ ਗੁਰੂ ਤੋਂ ਬਿਨਾਂ ਗੁਰੂ ਰੂਪ ਹੋ ਕੇ ਨਾਰਦ ਮਿਲਿਆ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ, ਮਾਇਆ ਡੰਡ ਨਾ ਉਤਰੇ, ਜਮ ਡੰਡੇ ਬਹੁ ਦੁੱਖ ਰੁਆਇਆ, ਨਾਰਦ ਮਨੋ ਉਪਦੇਸਿਆ, ਮਥ ਭਾਗਵਤ ਗੁਣ ਗੀਤ ਕਰਾਇਆ, ਬਿਨ ਸਰਨੀ ਨਹੀਂ ਕੋਈ ਤਰਾਇਆ। ਸਰਨੀ ਪਿਆ, ਨਾਰਦ ਨੇ ਉਪਦੇਸ਼ ਦਿੱਤਾ, ਭਗਤੀ ਵਿੱਚ ਵਿਆਸ ਨੂੰ ਜੋੜਿਆ। ਫਿਰ ਵਿਆਸ 11,000 ਵਰਸ ਇਹਨੂੰ ਜਿਹੜਾ ਹੰਕਾਰ ਹੋ ਗਿਆ ਕਾਰਕ ਪਦ ਦਾ ਉਹ ਬਣਿਆ ਰਿਹਾ, ਕਾਰਕਪਣੇ ਦੇ ਹੰਕਾਰ ਵਿੱਚ ਫਿਰਦਾ ਰਿਹਾ ਸੀ। ਕਾਰਕਪਣੇ ਦੇ ਹੰਕਾਰ ਨੂੰ ਮੁੱਕਣ ਤੋਂ ਵਿਆਸ ਜੀ ਨੂੰ ਸ਼ਾਂਤੀ ਆਈ। ਇਸ ਕਰਕੇ ਉਹਨੇ ਵੇਦਾਂ ਦੀਆਂ ਜਿਲਤਾਂ ਬੰਨੀਆਂ। ਵਿਆਸ ਨੂੰ ਵੀ 18 ਪ੍ਰਾਣ ਜੀ ਨੇ ਬਣਾਏ, ਗ੍ਰੰਥ ਪੜ੍ਹੇ। ਉਹਨੂੰ ਪੁੱਛ ਕੇ ਦੇਖ ਲਓ ਜਿਹੜੇ ਉਹਦੇ ਗ੍ਰੰਥ ਬਣਾਏ, ਇਉਂ ਪੁੱਛ ਕੇ ਵੇਖ ਲਓ। ਮਹਾਰਾਜ ਕਹਿੰਦੇ ਉਹ ਵੀ ਕਥਨ ਕਰਨਗੇ ਵੀ ਗੁਰੂ ਤੋਂ ਬਿਨਾਂ ਨਹੀਂ ਗੁਜ਼ਾਰਾ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ। ਉਹ ਵੀ ਇਹੀ ਗੱਲ ਕਹਿਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀ ਮੈਂ ਕਿਹਾ ਕਹਿ ਰਿਹਾ ਹਾਂ ਰਹਾਉ, ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਗਿਆਨ ਧਿਆਨ ਤੁਨ ਜਾਣੀਐ। ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ, ਇਹ ਭਾਈ ਗੁਰਾਂ ਤੋਂ ਹੀ ਜਾਣੀਦੇ। ਇਹਨਾਂ ਗੁਰਾਂ ਤੋਂ ਧੁਨ ਜਿਹੜਾ ਸ਼ਬਦ ਹੈ ਉਹਦਾ ਪਤਾ ਚੱਲਦਾ ਹੈ। ਗੁਰਾਂ ਦੁਆਰਾ ਹੀ, ਸ਼ਬਦ ਦੁਆਰਾ ਹੀ ਜਾਣੀਦਾ ਹੈ। ਅਕਥ ਕਹਾਵੇ ਸੋਏ, ਸੋਏ ਉਹ ਗੁਰੂ ਜੀ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਕਹਾਵੇ, ਕਥਨ ਕਰਾ ਦਿੰਦਾ ਹੈ। ਸਫਲਿਓ ਬਿਰਖ ਹਰਿਆਵਲਾ, ਸਤਿਗੁਰੂ ਸਾਹਿਬ ਜੀ ਧਰਮ ਰੂਪੀ ਮੁੱਢ ਕਰਨਾ ਮੁੱਦਤਾ ਮੈਤਰੀ ਉਪੇਖਿਆ ਰੂਪੀ ਟਾਹਣੀਆਂ ਇਹ ਜੇ ਇਹ ਹਰਿਆਵਲ ਹੈ। ਭਗਤੀ ਦੀ ਹਰਿਆਵਲ ਦੇ ਸਹਿਤ, ਭਗਤੀ ਰੂਪ ਹਰਿਆਵਲਤਾ ਦੇ ਸਹਿਤ ਹਨ ਸਤਿਗੁਰੂ ਜੀ ਸਫਲ ਬਿਰਛ ਹਨ। ਛਾਵ ਕਣੇਰੀ ਹੋਏ, ਜਿਵੇਂ ਸੰਘਣੀ ਬਿਰਛ ਦੀ ਛਾਂ ਹੋਵੇ, ਸਤਿਗੁਰੂ ਦੀ ਸ਼ਾਂਤੀ ਰੂਪੀ ਛਾਂ ਹੈ। ਕਨੇਰੀ ਬਹੁਤੀ ਛਾਂ ਸੰਘਣੀ ਹੈ। ਲਾਲ ਜਵੇਹਰ ਮਾਣਕੀ, ਜਿਸ ਗੁਰੂ ਬਿਰਛ ਨੂੰ ਮਾਣਕੀ ਦੀ ਨਿਆਈ ਸਰਬਣ ਮੰਨਣ ਅਧਿਆਸਨ ਰੂਪੀ ਪੱਤੇ ਨ, ਲਾਲ ਪ੍ਰੇਮ ਰੂਪੀ ਫੁੱਲ ਲੱਗੇ ਹੋਏ ਨ, ਜਵੇਹਰ ਦੀ ਨਿਆਈ ਗਿਆਨ ਰੂਪੀ ਫਲ ਲੱਗੇ ਹੋਏ ਨ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰ ਭੰਡਾਰੈ ਸੋਏ, ਅੰਤਿਸ਼ ਕਰਨ ਦੇ ਭੰਡਾਰੇ ਖਜ਼ਾਨੇ ਵਿੱਚ ਸ਼ੁਭ ਗੁਣ ਸੋਏ। ਸ਼ੋਭਨੀ ਕਹਿਣ ਸਫਲਿਓ ਬਿਰਖ, ਫੇਰ ਬੋਲੋ ਜੀ, ਸਫਲਿਓ ਬਿਰਖ ਹਰਿਆਵਲਾ, ਸਫਲਿਓ ਸਹਿਤ ਗਿਆਨ ਫਲ ਦੇ ਬਿਰਖ ਬਿਰਛ ਹਨ ਸਤਿਗੁਰੂ ਜੀ, ਜਿਨ੍ਹਾਂ ਨੂੰ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਦੇ ਪੱਤੇ ਲੱਗੇ ਹੋਏ ਨੇ। ਤੇ ਫਿਰ ਧਰਮ ਰੂਪੀ ਫੁੱਲ, ਕਰਨਾ ਮੈਤਰੀ ਮੁੱਤਾ ਉਪੇਖਿਆ ਰੂਪੀ ਟਾਹਣੀਆਂ ਨੇ, ਤੇ ਵਾਹਿਗੁਰੂ ਦੀ ਉਪਾਸਨਾ ਰੂਪ ਭਗਤੀ ਰੂਪ ਹਰਿਆਵਲ ਹੈ। ਇਹਦੇ ਸਹਿਤ ਹਨ। ਛਾਵ ਕਨੇਰੀ ਹੋਏ, ਸ਼ਾਂਤੀ ਰੂਪ ਕਨੇਰੀ ਬਹੁਤੀ ਛਾਂ ਹੈ। ਲਾਲ ਜਵੇਹਰ ਮਾਣਕੀ, ਗੁਰੂ ਸਾਹਿਬ ਦੇ ਹਿਰਦੇ ਰੂਪੀ ਭੰਡਾਰੇ ਖਜ਼ਾਨੇ ਦੇ ਵਿੱਚ ਦੱਸਦੇ ਹਨ। ਗੁਰ ਭੰਡਾਰੈ ਸੋਏ, ਇਹ ਗੁਰੂ ਦੇ ਇਹ ਸਾਰੇ ਦਾ ਅਰਥ ਇਕੱਠਾ ਸੀ, ਇਸ ਕਰਕੇ ਪੜਾਇਆ ਹੈ। ਗੁਰ ਸਤਿਗੁਰਾਂ ਦਾ ਹਿਰਦੇ ਰੂਪੀ ਭੰਡਾਰੇ ਜਿਹੜਾ ਖਜ਼ਾਨਾ ਸੋਏ, ਉਹ ਤਤ ਪਦ ਦਾ ਲਖਤਾ ਰੂਪ ਦੀ ਪ੍ਰਾਪਤੀ ਵਾਲੇ ਸ਼ੁਭ ਗੁਣਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੀ ਸੰਗਤ ਵਿੱਚੋਂ ਲਾਲ ਦੀ ਨਿਆਈ ਪ੍ਰੇਮ, ਜਵੇਹਰ ਦੀ ਨਿਆਈ ਗਿਆਨ, ਮਾਣਕ ਦੀ ਨਿਆਈ ਸਰਬਨ ਮੰਨ ਅਧਿਆਸਨ ਆਦਿ ਇਹ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਭੰਡਾਰੈ ਪਾਈਐ, ਇਹ ਭਾਈ ਸਤਿਗੁਰਾਂ ਦੇ ਭੰਡਾਰੇ ਖਜ਼ਾਨੇ ਜਿਹੜੇ ਨੇ ਸਤ ਸੰਗਤ ਹੈ, ਇਹ ਇੱਥੇ ਹੀ ਖਜ਼ਾਨੇ ਭੰਡਾਰੇ ਭਰੇ ਹੋਏ ਨੇ ਤੇ ਇਸ ਨੂੰ ਪ੍ਰਾਪਤ ਕਰਨਾ ਚਾਹੀਏ। ਨਿਰਮਲ ਨਾਮ ਪਿਆਰ, ਉਸ ਵਿੱਚ ਸਤਿਗੁਰਾਂ ਦਾ ਜੋ ਹਿਰਦੇ ਰੂਪੀ ਭੰਡਾਰਾ ਹੈ, ਉਹਦੇ ਵਿੱਚੋਂ ਮਨ ਨੂੰ ਨਿਰਮਲ ਉਜਲ ਕਰਨ ਵਾਲੇ ਪ੍ਰਭੂ ਦੇ ਨਾਮ ਦੇ ਪਿਆਰ ਦੇ ਦਾਤੇ ਸਤਿਗੁਰੂ ਨੇ ਇਹ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਸਾਚੋ ਵਖਰ ਸੰਚੀਐ, ਜੋ ਲਾਭਦਾਇਕ ਨਾਮ ਰੂਪੀ ਸੱਚਾ ਵਖਰ ਸੌਦਾ ਹੈ, ਤੇ ਇਸ ਨੂੰ ਸਾਨੂੰ ਹਿਰਦੇ ਦੇ ਵਿੱਚ ਸੰਚੀਐ ਇਕੱਤਰ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਇਕੱਤਰ ਕੀਤਾ, ਫਿਰ ਅੱਗੇ ਦੱਸਦੇ ਨੇ ਪੂਰੇ ਕਰਮ ਅਪਾਰ, ਇਹ ਜਦੋਂ ਇਕੱਤਰ ਕਰੀਏ ਜਿਨ੍ਹਾਂ ਦੇ ਕਰਮ ਨਿਰਮਲ ਅਤੇ ਨਿਸ਼ਕਾਮ ਕਰਮ ਹਨ, ਉਹਨਾਂ ਨੇ ਪੂਰੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਉੱਤੇ। ਸਤਿਗੁਰੂ ਕਿਰਪਾ ਨਾਲ ਗੁਰਮੁਖ ਅਪਾਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਕੌਣ ਹੈ? ਪਰਮੇਸ਼ਰ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਸੁਖ ਦਾਤਾ ਦੁਖ ਮੇਟਣਾ, ਤੇ ਸਤਿਗੁਰੂ ਜੀ ਸਾਰੇ ਲੋਕ ਪਰਲੋਕ ਦੇ ਸੁਖਾਂ ਦੇ ਦਾਤੇ ਨੇ ਭਾਈ, ਜੰਮਣ ਮਰਨ ਦੇ ਦੁੱਖ ਨੂੰ ਮੇਟਣ ਵਾਲੇ ਨੇ, ਤੇ ਐਸੇ ਸਤਿਗੁਰੂ ਹਨ। ਸਤਿਗੁਰ ਅਸੁਰ ਸੰਘਾਰ, ਸਤਿਗੁਰ ਅਸੁਰ ਜਿਹੜੇ ਦੈਤ ਨੂੰ ਸੰਘਾਰ ਮਾਰਨ ਵਾਲੇ ਨੇ, ਉਹਨਾਂ ਨੂੰ
ਤੇ ਜਿਵੇਂ ਪ੍ਰਤੱਖ ਰੂਪ ਦੇ ਅੰਦਰ ਹੀ ਪ੍ਰਤੱਖ ਦੈਤਾਂ ਦਾ ਨਾਸ ਵੀ ਕਰਦੇ ਆ। ਸਤਯੁਗ ਦੇ ਵਿੱਚ ਰਾਖਸ਼ਾਂ ਦਾ ਨਾਸ ਕਰਕੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਬੜਾ ਭਾਰੀ ਪ੍ਰਸੰਗ ਆਉਂਦਾ ਹੈ ਦਸਮ ਗ੍ਰੰਥ ਦੇ ਵਿੱਚ ਵੀ ਗੁਰ ਇਤਿਹਾਸ ਵੀ। ਫਿਰ ਹਜੂਰ ਸਾਹਿਬ ਵਾਲੀ ਜਾ ਕੇ ਜਗ੍ਹਾ ਤੇ ਤਪ ਕੀਤਾ ਜਿੱਥੇ ਮਹਾਰਾਜ ਨੇ ਅੰਤ ਸਮੇਂ ਤੋਂ ਸਰੀਰ ਸ਼ਾਂਤ ਕਰਨ ਤੋਂ ਪਹਿਲਾਂ ਜਗ੍ਹਾ ਕਢਾਈ ਤਖਤ ਸਾਹਿਬ ਵਾਲੀ। ਤੇ ਗਊਆਂ ਜਿਹੜੀਆਂ ਕਸਾਈ ਕਤਲ ਕਰਨ ਵਾਸਤੇ ਕਤਲ ਕਰਨ ਲੱਗੇ ਸੀ, 1 ਲੱਖ ਗਊ ਜਿਹੜੀ ਕਤਲ ਕਰਨੀ ਸੀ, ਉਹਨਾਂ ਦਾ ਨਾਸ ਕਰਕੇ ਬਿਭੌਰ ਸਾਹਿਬ ਵਾਲੀ ਜਗ੍ਹਾ ਆ ਕੇ ਵੀ ਤਪ ਕੀਤਾ ਪਿਛਲੇ ਸਮੇਂ ਦੇ ਅੰਦਰ। 10ਵੇਂ ਜਾਮ 'ਚ ਨਹੀਂ, ਪਿਛਲੇ ਸਮੇਂ ਦੀ ਗੱਲ ਹੈ। ਫਿਰ ਹੇਮਕੁੰਟ ਸਾਹਿਬ ਜਾ ਕੇ ਤਪੱਸਿਆ ਕੀਤੀ, 10ਵਾਂ ਰੂਪ ਧਾਰਨ ਕਰਤੇ ਅਸੁਰੀ ਸੰਪਦਾ ਵਾਲੇ ਦੁਸ਼ਟ ਲੋਕਾਂ ਦਾ ਨਾਸ ਕੀਤਾ। ਇਸ ਪ੍ਰਕਾਰ ਅਸੁਰੀ ਸੰਪਦਾ ਜੋ ਕਾਮ ਕ੍ਰੋਧ ਅਗਿਆਨ ਆਦਿ ਇਹਨਾਂ ਦੈਤਾਂ ਨੂੰ ਮਾਰਨ ਵਾਲੇ ਨਾਸ ਕਰਨ ਵਾਲੇ ਹਨ। ਭਵ ਜਲ ਵਿਖਮੰਡ ਰਾਣ, ਇਹ ਸੰਸਾਰ ਭੈ ਦਾ ਇੱਕ ਸਮੁੰਦਰ ਜਿਹੜਾ ਵਿਖਮ ਬਹੁਤ ਹੀ ਕਠਿਨ ਹੈ, ਡਰਾਵਣਾ ਭਿਆਨਕ ਹੈ। ਇਹ ਬੜਾ ਕਠਿਨ ਹੈ, ਇਹਨੂੰ ਤਰਨਾ। ਨਾ ਕੰਦੀ ਨਾ ਪਾਰ, ਇਸ ਦਾ ਨਾਂ ਉਰਲਾ ਕੰਧੀ ਕਿਨਾਰਾ ਦਿਸਦਾ ਹੈ, ਨਾ ਹੀ ਪਾਰ ਪਰਲਾ ਕਿਨਾਰਾ ਦਿਸਦਾ ਹੈ। ਨਾ ਤਾਂ ਜੀਵ ਕੋਲ ਬੈਰਾਗ ਰੂਪੀ ਉਰਲਾ ਕਿਨਾਰਾ ਹੈ, ਨਾ ਹੀ ਮੁਕਤੀ ਰੂਪੀ ਪਰਲਾ ਕਿਨਾਰਾ ਹੈ। ਨਾ ਸ਼ਰਧਾ ਰੂਪੀ ਉਰਲਾ ਕੰਧੀ ਕਿਨਾਰਾ ਹੈ, ਨਾ ਗਿਆਨ ਰੂਪੀ ਪਾਰ ਪਰਲਾ ਕਿਨਾਰਾ। ਇਸ ਕਰਕੇ ਇਹਦੀ ਹਾਲਤ ਐਸੀ ਹੋ ਰਹੀ ਹੈ। ਨਾ ਬੇੜੀ ਨਾ ਤੁਲਹੜਾ, ਜੀਵ ਦੇ ਕੋਲ ਆਸਾ ਰੂਪੀ ਨਦੀ ਨੂੰ ਤਰਨ ਵਾਸਤੇ ਭਗਤੀ ਰੂਪੀ ਬੇੜੀ ਨਹੀਂ ਹੈ, ਨਾ ਹੀ ਇਸ ਦੇ ਕੋਲ ਸੰਕਲਪਾਂ ਵਿਕਲਪਾਂ ਰੂਪੀ ਨਾਲਿਆਂ ਨੂੰ, ਜਿਹੜੇ ਗੰਦੇ ਨਾਲੇ ਵਗਦੇ ਆ, ਗੰਦੇ ਫੁਰਨੇ ਨਾਲੇ ਦੇ ਵਿੱਚ ਪਾਣੀ ਕਦੇ ਚੰਗਾ ਵੀ ਆ ਜਾਂਦਾ ਹੈ, ਮਾੜਾ ਵੀ ਆ ਜਾਂਦਾ ਹੈ। ਇਹ ਕਦੇ ਚੰਗੇ ਫੁਰਨੇ ਆ ਜਾਂਦੇ, ਕਦੇ ਮਾੜੇ ਆ ਜਾਂਦੇ ਨੇ। ਇਹਦੇ ਕੋਲ ਫਿਰ ਇਹ ਨਾਲੇ ਨੂੰ ਤਰਨ ਵਾਸਤੇ ਪ੍ਰੇਮ ਰੂਪੀ ਤੁਲੜਾ ਤੁਲਾ ਨਹੀਂ ਹੈ, ਤੇ ਨਾ ਹੀ ਇਸ ਦੇ ਕੋਲ ਨਾ ਤਿਸ ਵੰਜ ਮਲਾਰ, ਨਾ ਜੀਵ ਦੇ ਕੋਲ ਬੈਰਾਗ ਰੂਪੀ ਵੰਜ ਬਾਂਸ, ਜੋ ਬੇੜੀ ਨੂੰ ਤੋੜਨ ਲਈ ਲੰਬਾ ਜਿਹਾ ਬਾਂਸ ਹੁੰਦਾ ਹੈ ਇੱਕ ਮਲਾਹ ਦੇ ਕੋਲ। ਤੇ ਨਾ ਵਿਵੇਕ ਰੂਪੀ ਚੱਪੂ ਹੈ, ਨਾ ਹੀ ਗੁਰੂ ਰੂਪੀ ਮਲਾਹ ਇਹਦੇ ਕੋਲ ਹੈ, ਜਿਹੜਾ ਇਹਨੂੰ ਮਲਹਾਰ ਨਾਮ ਮਲਾਹ ਦਾ ਹੈ, ਨਾ ਮਲਾਹ ਹੈ। ਸਤਿਗੁਰ ਭੈ ਕਾ ਬੋਹਿ ਥਾ, ਜੋ ਗੁਰਸਿੱਖ ਸਤਿਗੁਰੂ ਦਾ ਭੈ ਧਾਰਨ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਇਹ ਫਿਰ ਨਾਮ ਜਹਾਜ਼ ਦੇ ਉੱਤੇ ਚੜ੍ਹਦੇ ਆ। ਸਤਿਗੁਰ ਭੈ ਕਾ ਬੋਹਿ ਥਾ, ਜਿਨ੍ਹਾਂ ਨੇ ਭੈ ਧਾਰਨ ਕੀਤਾ ਹੈ, ਇਹ ਜਹਾਜ਼ ਦੀ ਨਿਆਈ ਹੈ। ਸਤਿਗੁਰੂ ਨਜ਼ਰੀ ਪਾਰ ਉਤਾਰ, ਕਿਰਪਾ ਦ੍ਰਿਸ਼ਟੀ ਕਰਕੇ ਉਹ ਫਿਰ ਨਾਮ ਦੇ ਜਹਾਜ਼ 'ਚ ਚੜ੍ਹਾ ਲੈਂਦੇ ਆ, ਸੰਸਾਰ ਸਮੁੰਦਰ ਤੋਂ ਪਾਰ ਕਰਦੇ ਜਿਹਦੇ ਪਦਾਰਥਾਂ ਦਾ ਪਾਣੀ ਹੈ। ਇਸ ਕਰਕੇ ਕਥਨ ਕੀਤਾ, ਭਾਉ ਬੇੜਾ ਜਿਉ ਚੜਾਊ, ਕਹੋ ਨਾਨਕ ਦੇਵੈ ਕਾਹੂ। ਇਸ ਪ੍ਰਕਾਰ ਦੱਸਦੇ ਨੇ। ਇੱਕ ਤਿਲ ਪਿਆਰਾ ਵਿਸਰ, ਕਹਿੰਦੇ ਇੱਕ ਤਿਲ ਮਾਤਰ, ਥੋੜੇ ਮਾਤਰ ਵੀ ਪਿਆਰਾ ਸਨੇਹੀ ਵਾਹਿਗੁਰੂ ਬਿਸਰੇ ਭੁੱਲ ਜਾਵੇ, ਜਦੋਂ ਭੁੱਲ ਜਾਂਦਾ ਹੈ ਦੁੱਖ ਲਾਗੈ ਸੁਖ ਜਾਏ। ਜੰਮਣ ਮਰਨ ਦਾ ਦੁੱਖ ਉਸ ਪੁਰਖ ਨੂੰ ਲੱਗਦਾ ਹੈ, ਉਹਦਾ ਸੁਖ ਚਲਿਆ ਜਾਂਦਾ ਹੈ। ਸੁਖ ਜਾਏ, ਚਲਿਆ ਗਿਆ। ਇੱਕ ਤਿਲ ਮਾਤਰ ਵੀ ਪਿਆਰੇ ਦਾ ਨਾਮ ਹਿਰਦੇ ਵਿੱਚੋਂ ਵਿਸਰ ਜਾਵੇ ਤਾਂ ਦੁੱਖ ਲੱਗ ਜਾਂਦਾ ਹੈ ਤੇ ਸੁਖ ਚਲਾ ਜਾਂਦਾ ਹੈ। ਜਿਹਵਾ ਜਲੋ ਜਲਾਵਣੀ, ਇਹ ਜਿਹੜੀ ਜੀਵ ਹੈ ਇਹਨੂੰ ਕਹਿੰਦੇ ਆ ਜਲੋ ਸੜਨ ਯੋਗ ਜੀਵਾ, ਜਲਾਵਨੀ ਸੜ ਜਾਏ। ਇਹੋ ਜੀ ਜੀਵਾ ਜੀ ਨੇ ਨਾਮ ਹੀ ਭੁਲਾ ਦਿੱਤਾ ਹੈ। ਨਿੰਦਿਆ ਤਾਂ ਕਰਦੀ ਰਹਿੰਦੀ ਹੈ, ਚੁਗਲੀਆਂ ਕਰਦੀ ਰਹਿੰਦੀ ਹੈ, ਈਰਖਾ ਦੀਆਂ ਗੱਲਾਂ ਵੀ ਬਥੇਰਾ ਕਰਦੀ ਹੈ। ਇਹੋ ਜੀ ਜੀਵਾ ਸੜ ਜਾਵੇ ਜੋ ਵਿਦਵਾਨ ਹੋ ਕੇ ਫਿਰ ਹਉਮੈ ਦੀ ਈਰਖਾ ਦੇ ਦੂਸਰਿਆਂ ਨੂੰ ਹਿਰਦੇ ਦੇ ਸਾੜਨ ਵਾਲੇ ਬਚਨ ਕੱਢੀ ਜਾਂਦੇ ਆ, ਨਾਮ ਜਪਦੇ ਨਹੀਂ ਹੈ। ਇਸ ਕਰਕੇ ਫਿਰ ਐਸੀ ਜਿਹੜੀ ਜੀਵ ਹੈ ਉਹ ਰੱਖ ਕੇ ਕੀ ਕਰਨੀ ਹੈ? ਨਾਮ ਨਾ ਜਪੈ ਰਸਾਏ, ਜੋ ਨਾਮ ਨੂੰ ਰਸਾ ਕੇ ਤਾਂ ਜਪ ਨਹੀਂ ਰਹੀ ਤਦਾਕਾਰ ਹੋ ਕੇ ਪ੍ਰੇਮ ਦੇ ਨਾਲ, ਤੇ ਉਹਦਾ ਫਿਰ ਸੜਨਾ ਹੀ ਭਲਾ ਹੈ। ਇਸ ਕਰਕੇ ਨਾਮ ਨਾ ਜਪੈ ਰਸਾਏ, ਰਸ ਲੈ ਲੈ ਕੇ ਨਾਮ ਨਹੀਂ ਜਪਦੀ। ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ, ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਐਂ ਵੀ ਲਿਖਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਐ, ਹਰੇ ਹਾਂ ਜਪ ਵਿਸਰੈ ਗੋਬਿੰਦ ਰਾਏ ਦਿਨੇ ਦੁਨ ਘਟੀਐ। ਇਹ ਭਗਤ ਰਾਮ ਦੇ ਨੇ ਕਿਹਾ, ਰੇ ਜੇਵੇ ਕਰੋ ਸਤਖੰਡ ਜਾਮਨ ਉਚਰੀ ਸ੍ਰੀ ਗੋਬਿੰਦ। ਤੇ ਤੁਲਸੀ ਜੀ ਨੇ ਕਿਹਾ ਹੈ, ਤੁਲਸੀ ਰਸਨਾ ਤਉ ਪਲੀ ਜਾਉ ਮੁਖ ਕਹੀਐ ਰਾਮ, ਨਹੀਂ ਤਾਂ ਕਾਟਣ ਯੋਗ ਹੈ ਮੁਖ ਮੇ ਪਲਾ ਨਾ ਚਾਮ। ਇਹ ਚੰਮ ਫਿਰ ਮੂੰਹ 'ਚ ਚੰਗਾ ਨਹੀਂ ਹੈ। ਇਹ ਇੱਕ ਭਾਵਨਾ ਜ਼ਾਹਰ ਕੀਤੀ ਹੈ, ਜਿਹੜੀ ਰਸਨਾ ਨਾਮ ਨਹੀਂ ਜਪਦੀ ਕੱਟਣ ਯੋਗ ਹੈ। ਘਟ ਬਿਨਸੈ ਦੁਖ ਅਗਲੋ, ਕਿਉਂਕਿ ਉਹਨੇ ਪ੍ਰੇਮ ਨਾਲ ਨਾਮ ਨਹੀਂ ਜਪਿਆ, ਪ੍ਰੇਮ ਨਾਲ ਨਿੰਦਿਆ ਚੁਗੀ ਬੜੀ ਕੀ ਹੈ। ਘਟ ਬਿਨਸੈ ਦੁਖ ਅਗਲੋ, ਨਾਮ ਤੋਂ ਹੀਣਿਆਂ ਦਾ ਜਦੋਂ ਘਟ ਸਰੀਰ ਬਿਨਸੈ ਨਾਸ ਹੁੰਦਾ ਤੇ ਉਦੋਂ ਫਿਰ
ਜਮ ਆ ਕੇ ਫੜ ਲੈਂਦਾ ਹੈ। ਇਸ ਨੂੰ ਅਗਲੋ ਅੱਗੇ ਪਰਲੋਕ ਦਾ, ਅਗਲੋ ਦੇ ਦੋ ਅਰਥ ਨੇ, ਅਗਲੋ ਦਾ ਅੱਗਾ ਪਰਲੋਕ, ਅਗਲੋ ਦਾ ਬਹੁਤਾ ਦੁੱਖ ਪ੍ਰਾਪਤ ਹੋ ਜਾਂਦਾ ਹੈ। ਜਮ ਪਕੜੈ ਪਛਤਾਏ, ਕਿਉਂ? ਜਮ ਫੜਦਾ, ਸਜ਼ਾਵਾਂ ਦਿੰਦਾ, ਬੇਅੰਤ ਕਸ਼ਟ ਦਿੰਦਾ, ਫਿਰ ਪਛਤਾਉਂਦਾ ਕਿ ਮੈਂ ਕੀਮਤੀ ਮਨੁੱਖਾ ਸਰੂਪ ਮਿਲਿਆ ਸੀ ਮੈਨੂੰ, ਮੈਂ ਐਵੇਂ ਗੱਲਾਂ 'ਚ ਖੋਆਇਆ। ਫਿਰ ਭਾਈ ਪਛਤਾਵਾ ਕਰਨ ਨਾਲ ਫਿਰ ਕਿਹੜਾ ਮਨੁੱਖਾ ਸਰੀਰ ਵਾਪਸ ਆ ਜਾਊਗਾ, ਫਿਰ ਪਛਤਾਵਾ ਹੀ ਰਹਿ ਜਾਂਦਾ ਹੈ। ਮੇਰੀ ਕਰ ਗਏ, ਇਹ ਅਨੇਕਾਂ ਜੀਵ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਆਹ ਚੀਜ਼ ਮੇਰੀ, ਮਕਾਨ ਮੇਰਾ, ਪਰਿਵਾਰ ਮੇਰਾ, ਦੇਹ ਮੇਰੀ ਕਰਦੇ ਸੰਸਾਰ ਤੋਂ ਚਲੇ ਗਏ ਨੇ। ਤੇ ਇਹ ਸੰਸਾਰ ਐਸਾ ਹੀ ਹੈ, ਮੇਰੀ ਕਰਦੇ ਕਿੰਨੇ ਤੁਰ ਗਏ, ਕਿੰਨੇ ਤੁਰ ਰਹੇ ਨੇ, ਕਿੰਨੇ ਤੁਰ ਜਾਣਗੇ। ਤਨ ਕਲਤ ਨਾ ਸਾਥ, ਨਾ ਕਿਸੇ ਦੇ ਤਨ ਸਰੀਰ ਨਾਲ ਗਿਆ ਤੇ ਨਾ ਹੀ ਕਲਤ ਇਸਤਰੀ ਨਾਲ ਗਈ, ਨਾ ਧੀਆਂ ਗਈਆਂ ਨਾ ਪੁੱਤਰ ਗਏ, ਇੱਥੇ ਹੀ ਛੱਡ ਕੇ ਚਲਿਆ ਗਿਆ ਦੇਹ ਸਮੇਤ। ਇਹਨੂੰ ਭਾਈ ਭੁੱਲ ਕੇ ਵੀ ਕਿਤੇ ਨਾ ਕਲਤ ਨਾ ਪੜ੍ਹ ਦਿਓ। ਕਲਤ ਅਦਕ ਸਹਿਤ ਪਾਠ ਹੈ ਇਹ, ਇਹੋ ਜਿਹੇ ਪਾਠਾਂ ਨੂੰ ਖਾਸ ਕਰਕੇ ਯਾਦ ਰੱਖੀਦਾ ਹੈ। ਬਿਨ ਨਾਵੇ ਧੰਨਵਾਦ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਧਨ ਇਕੱਠਾ ਕਰਦਾ ਇਹਦਾ ਬਾਦ ਵਿਅਰਥ ਹੀ ਹੈ। ਕਿਉਂਕਿ ਨਾਮ ਤੋਂ ਹੀ ਨੇ ਮਨੁੱਖ ਦੇ ਕੋਲ ਜੇ ਧਨ ਆ ਵੀ ਜਾਵੇ ਕੀ ਕਰਦਾ? ਹੰਕਾਰ, ਫਿਰ ਪਾਪ ਕਰਨ ਲੱਗ ਜਾਂਦਾ, ਬਦਫੈਲੀਆਂ ਕਰਦਾ, ਝੂਠੇ ਕਲੇਸ਼ ਛੇੜ ਲੈਂਦਾ, ਅਨੇਕਾਂ ਤਰ੍ਹਾਂ ਦੇ ਪਾਪ ਕਰਕੇ ਉਹ ਫਿਰ ਅੱਗੇ ਜੰਮਣ ਦੇਣ ਵਾਲੇ, ਜੰਮਣ ਮਰਨ ਵਾਲੇ ਜਿਹੜੇ ਪਾਪ ਨੇ, ਉਹ ਪਾਪਾਂ ਨੂੰ ਜਨਮ ਦੇਣ ਕਰਕੇ ਨਾ ਇਹ ਧਨ ਵਿਅਰਥ ਹੀ ਚਲਿਆ ਗਿਆ। ਪਾਪਾਂ ਨੂੰ ਜਨਮ ਦਿੱਤਾ, ਉਸ ਧਨ ਦੇ ਨਾਲ ਕੀ ਕੀਤਾ? ਪੁੰਨ ਤਾਂ ਖੱਟੇ ਨਹੀਂ, ਪਰਉਪਕਾਰ ਹਿਤ ਨਹੀਂ ਵਰਤਿਆ ਹੈ। ਇਹ ਫਿਰ ਐਸਾ ਜੀਵ ਭੂਲੋ ਮਾਰਗ ਆਥ ਮਾਇਆ ਵਿੱਚ ਲੱਗ ਕੇ ਪਰਮੇਸ਼ਰ ਦੀ ਭਗਤੀ ਦੇ ਮਾਰਗ ਨੂੰ ਭੁੱਲ ਗਿਆ ਹੈ, ਰਸਤੇ ਨੂੰ। ਸਾਚੋ ਸਾਹਿਬ ਸੇਵੀਐ, ਸੱਚਾ ਸਾਹਿਬ ਮਾਲਕ ਅਕਾਲ ਪੁਰਖ ਹੈ, ਉਹਨੂੰ ਸੇਵੀਏ, ਸੇਵਨਾ ਕਰੀਏ, ਉਹਦਾ ਸਿਮਰਨ ਕਰੀਏ। ਤੇ ਮਹਾਰਾਜ ਸਾਹਿਬ ਜੀ ਇਹ ਦੱਸਦੇ ਨੇ, ਗੁਰਮੁਖ ਅਕਥੋ ਕਾਥ, ਗੁਰਮੁਖ ਮੁਖੀ ਜੋ ਗੁਰੂ ਸਾਹਿਬ ਜੀ ਹਨ, ਤੇ ਗੁਰੂ ਸਾਹਿਬ ਜੀ ਉਸ ਅਕਥ ਸਰੂਪ ਦਾ ਕਾਥ ਕਥਨ ਕਰਦੇ ਨੇ, ਦੱਸਦੇ ਨੇ ਕਿ ਕੈਸਾ ਹੈ ਵਾਹਿਗੁਰੂ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਐਂ ਦੱਸਦੇ ਹਨ। ਆਵੈ ਜਾਈ ਭਵਾਈਐ, ਨਾਮ ਤੋਂ ਹੀਣੇ ਮਨੁੱਖ ਕਹਿੰਦੇ ਪੁਰਸ਼ ਜਿਹੜੇ ਨੇ ਉਹ ਆਉਣ ਜਾਣ ਦੇ ਵਿੱਚ ਆਵੈ, ਜਨਮ ਤੇ ਆਉਂਦੇ ਰਹਿਣਗੇ, ਜੰਮਣ ਕੇ, ਮਰ ਕੇ ਜਾਂਦੇ ਰਹਿਣਗੇ। ਭਵਾਈਐ 84 ਲੱਖ ਜੂਨਾਂ ਦੇ ਵਿੱਚ ਭੁਆਂਟਣੀਆਂ ਖਰਦੇ, ਚੱਕਰ ਖਾਂਦੇ ਫਿਰਦੇ ਰਹਿਣਗੇ। ਪੈ ਕਿਰਤ ਕਮਾਏ, ਜਿਹੜੀ ਕਮਾਈ ਕੀਤੀ ਹੈ ਉਹ ਮੱਥੇ ਕਿਰਤ ਲੇਖ ਪੈ ਗਿਆ, ਯਾਨੀ ਪਾਪ ਕਰਨ ਚਾਹੇ ਪੁੰਨ ਕਰਨ, ਉਹ ਕੀਤੀ ਹੋਈ ਕਮਾਈ ਭਾਵ ਕਰਮਾਂ ਅਨੁਸਾਰ ਜੋ ਲੇਖਾ ਲਿਖਿਆ ਗਿਆ ਉਹਦੇ ਅਨੁਸਾਰ ਜੀ ਫਲ ਭੋਗਦਾ ਹੈ। ਇਉਂ ਵਾਸਨਾ ਅਨੁਸਾਰ ਪੇ ਕਿਰਤ ਨੂੰ ਕਮਾਉਂਦਾ ਹੈ। ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮਿਲੋ, ਰਾਮ ਲਿਖਿਆ ਨਾ, ਇਸ ਪ੍ਰਕਾਰ ਤਾਂ ਕਿਹਾ ਹੈ। ਪੂਰਬ ਲਿਖਿਆ ਕਿਉਂ ਮਿਟਿਐ, ਜੋ ਪੂਰਬਲੇ ਕਰਮਾਂ ਅਨੁਸਾਰ ਪਰਮਾਤਮਾ ਨੇ ਮੱਥੇ ਦੇ ਉੱਤੇ ਲੇਖ ਲਿਖ ਦਿੱਤਾ ਹੈ ਉਹ ਕਿਵੇਂ ਮਿਟ ਸਕਦਾ ਹੈ? ਭਾਵ ਨਹੀਂ ਮਿਟ ਸਕਦਾ। ਉਹਦੇ ਅਨੁਸਾਰ ਹੀ ਪੂਰਬ ਨੇ ਜੀਵਾਂ ਨੂੰ, ਤੇ ਅੱਗੇ ਬੋਲੋ ਜੀ, ਲਿਖਿਆ ਲੇਖ ਰਜਾਏ, ਉਹ ਜਿਹੜਾ ਲੇਖ ਲਿਖਿਆ ਹੋਇਆ ਹੈ ਤੇ ਉਹਦੇ ਅਨੁਸਾਰ ਦੁੱਖ ਤੇ ਸੁੱਖ ਦੇਣੇ ਵੀ ਲਿਖੇ ਹੋਏ ਨੇ। ਇਸੇ ਕਰਕੇ ਕਥਨ ਕੀਤਾ ਹੈ, ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਕਿਸ ਕੋ ਦੋਸ ਦੇਹ ਤੂੰ ਪ੍ਰਾਨੀ, ਸੋ ਆਪਣਾ ਕੀਆ ਕਰਾਰਾ ਹੈ। ਆਪਣੇ ਕੀਤੇ ਰਜਾਏ, ਜੋ ਹੁਕਮ ਚਲਾਉਣ ਵਾਲਾ ਪਰਮੇਸ਼ਰ ਹੈ, ਉਸ ਨੇ ਜੀਵਾਂ ਦੇ ਕਰਮਾਂ ਅਨੁਸਾਰ ਮੱਥੇ ਤੇ ਲੇਖ ਲਿਖਿਆ ਹੈ। ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਇਹ ਲੇਖ ਮਿਟ ਵੀ ਜਾਂਦੇ ਨੇ, ਐਸੀ ਵੀ ਨਹੀਂ ਬਾਤ। ਸਤਿਗੁਰੂ ਮਹਾਰਾਜ ਕਰਮਾਂ ਦਾ ਨਾਸ਼ ਕਰਨ ਵਾਲੇ ਨੇ, ਇਸੇ ਕਰਕੇ ਕਿਹਾ ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸ ਹੈ। ਸਿੰਘ ਸਰਨ ਕਤ ਜਾਈਆ, ਜੋ ਜੰਬਕ ਗਰਸ ਹੈ। ਸ਼ੇਰ ਦੀ ਸ਼ਰਨ ਜਾਣ ਦਾ ਫਿਰ ਕੀ ਫਾਇਦਾ ਹੋਇਆ ਜੇ ਗਿੱਦੜੇ ਖਾ ਗਏ, ਆ ਕੇ ਗਿੱਦੜੇ ਚਿੰਬੜ ਗਏ, ਤੂੰ ਸ਼ੇਰ ਰੂਪ ਹੈ। ਇਹ ਕਰਮਾਂ ਰੂਪ ਗਿੱਦੜਾਂ ਨੂੰ ਜਿਹੜੇ ਚਿੰਬੜੇ ਹੋਏ ਨੇ ਇਹਨਾਂ ਨੂੰ ਮੇਟ ਦੇ। ਫਿਰ 10ਵੇਂ ਜੰਮ ਦੀ ਇੱਕ ਰਾਤ ਦੇ ਵਿੱਚ ਸੈਂਕੜੇ ਜਨਮ ਨਹੀਂ ਭਗਾ ਦਿੱਤੇ ਚੌਧਰੀ ਸ਼ਮੀਰ ਨੂੰ। ਤੋ ਇਸ ਕਰਕੇ ਗੁਰੂ ਸਮਰੱਥ ਹੈ। ਬਿਨ ਹਰਿ ਨਾਮ ਨ ਛੁੱਟੀਐ, ਸਤਿਗੁਰੂ ਕੋਲੋਂ ਹਰੀ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤੇ ਤੋਂ ਬਿਨਾਂ
ਇਹ ਜੀਵ ਦਾ ਜੰਮਣਾ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਹੈ, ਭਾਵ ਜੀਵਨ ਮੁਕਤ ਨਹੀਂ ਹੋ ਸਕਦਾ। ਤੇ ਇਹਨੂੰ ਮੁਕਤੀ ਮਿਲਣੀ ਹੈ ਨਾਮ ਦੁਆਰਾ ਮਿਲਣੀ ਹੈ, ਨਾਮ ਗੁਰੂ ਦੁਆਰਾ ਮਿਲਣਾ ਹੈ। ਗੁਰਮਤਿ ਮਿਲੈ ਮਿਲਾਏ, ਗੁਰਮਤਿ ਦੁਆਰਾ ਮਿਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਗੁਰੂ ਦੀ ਮੱਤ ਦੁਆਰਾ, ਤੇ ਉਹਨਾਂ ਨੂੰ ਪਰਮੇਸ਼ਰ ਮਿਲਿਆ ਮਿਲਾਪ ਹੁੰਦਾ ਜਿਹੜੇ ਗੁਰੂ ਦੀ ਮੱਤ ਵਿੱਚ ਮਿਲੇ ਨੇ। ਗੁਰਮਤਿ ਗੁਰੂ ਦੀ ਮੱਤ ਸਿੱਖਿਆ ਧਾਰਨ ਜਿਨ੍ਹਾਂ ਨੇ ਕੀਤੀ ਹੈ ਜਿਹੜੇ ਗੁਰਮੁਖ ਨੇ, ਤੇ ਗੁਰਮਤਿ ਮਿਲਿਆ ਦੁਬਾਰੇ ਫੇਰ ਬੋਲਦੇ ਜੀ। ਗੁਰਮਤਿ ਮਿਲੈ ਮਿਲਾਏ, ਤੇ ਇਉਂ ਪਰਮੇਸ਼ਰ ਦੇ ਮਿਲਾਏ ਹੋਏ ਗੁਰੂ ਦੇ ਨਾਲ ਮਿਲੇ, ਗੁਰੂ ਨੇ ਮੱਤ ਸਿੱਖਿਆ ਦੇ ਵਿੱਚ ਮਿਲਾ ਦਿੱਤਾ ਤੇ ਵਾਹਿਗੁਰੂ ਨੂੰ ਮਿਲ ਗਏ। ਗੁਰੂ ਦੀ ਮੱਤ ਸਿੱਖਿਆ ਧਾਰਨ ਕਰਕੇ ਜਿਹੜੇ ਗੁਰਮੁਖ ਗੁਰੂ ਦੀ ਮੱਤ ਨਾਲ ਮਿਲ ਗਏ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ, ਮਿਲਾ ਦਿੱਤਾ ਹੈ। ਤਿਸ ਬਿਨ ਮੇਰਾ ਕੋ ਨਹੀਂ, ਸਾਡੇ ਅੰਦਰ ਐਸਾ ਪ੍ਰੇਮ ਹੋਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਭਾਵ ਹੋਣੇ ਚਾਹੀਦੇ ਨੇ ਕਿ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਆ ਜਿਹੜਾ ਸਾਰਾ ਸਰੀਰ ਹੈ ਜੇ ਇਹ ਤਿਸ ਬਿਨ ਮੇਰਾ ਕੋਈ, ਮੇਰਾ ਉਹ ਤੋਂ ਬਿਨਾ ਕੋਈ ਨਹੀਂ ਹੈ। ਜਿਸ ਕਾ ਜੀਉ ਪ੍ਰਾਨ, ਜਿਸ ਵਾਹਿਗੁਰੂ ਦਾ ਸਾਨੂੰ ਸਰੀਰ ਦਿੱਤਾ ਹੈ, ਅਮਨੁੱਖਾ ਸਰੀਰ, ਜੀਓ ਜੀਵ ਆਤਮਾ ਦਿੱਤਾ ਹੈ, ਸੂਖਮ ਸਰੀਰ ਇਹਦੇ ਵਿੱਚ ਪਾਇਆ ਵਾਹਿਗੁਰੂ ਨੇ ਪਾਇਆ, ਤੇ ਇਸ ਕਰਕੇ ਮਾਤਾ ਪਿਤਾ ਨੇ ਤਾਂ ਇਹ ਸੂਖਮ ਸਰੀਰ ਨਹੀਂ ਪਾਈ ਦੇਹ ਦੇ ਵਿੱਚ। ਉਹ ਪ੍ਰਭੂ ਤੋਂ ਬਿਨਾ ਸੰਸਾਰ ਦੀ ਸਾਡਾ ਕੋਈ ਨਹੀਂ ਹੈ। ਮੰਝ ਨਿਮਾਣੀ ਇੱਕ ਤੋਂ ਇੱਕ ਵਾਹਿਗੁਰੂ ਤੋਂ ਹੀ ਹੈ, ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜਾ ਰੋਏ, ਜਬਲਾ ਚਿਤ ਨਾ ਆਵੇ। ਇਉਂ ਫਰਮਾਉਂਦੇ ਹਨ। ਹਉਮੈ ਮਮਤਾ ਜਲ ਵਲੋ, ਤੇ ਹਉਮੈ ਜਦੋਂ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਤੇ ਉਹ ਨਾਮ ਤੋਂ ਬਿਨਾ ਤਾਂ ਭਾਈ ਹਉਮੈ ਦੇ ਵਿੱਚ ਸੜਦਾ ਬਲਦਾ ਰਹਿੰਦਾ ਹਰ ਵੇਲੇ। ਲੋਭ ਜਲੋ ਅਭਿਮਾਨ, ਅਭਿਮਾਨ ਤੇ ਲੋਭ ਦੇ ਹੀ ਸੜਦਾ ਰਹਿੰਦਾ ਹੈ। ਜਦੋਂ ਪ੍ਰਭੂ ਦਾ ਉਹ ਪਰਮੇਸ਼ਰ ਜਦੋਂ ਪ੍ਰਭੂ ਨਾਲ ਇਸ ਦਾ ਪ੍ਰੇਮ ਲੱਗ ਜਾਊਗਾ ਨਾ ਤਾਂ ਫਿਰ ਬ੍ਰਹਮ ਅਭਿਆਸ ਦੀ ਅਗਨੀ ਦੇ ਨਾਲ ਜਿਹੜਾ ਹੰਗਤਾ 'ਚ ਮਮਤਾ 'ਚ ਹੰਕਾਰ 'ਚ ਸੜਦਾ ਸੀ, ਪਦਾਰਥਾਂ ਦੀ ਮਮਤਾ ਜਲ ਵੱਲੋਂ ਸੜ ਬਲ ਜਾਏਗੀ, ਫਿਰ ਇਹ ਮਮਤਾ ਹੀ ਸੜ ਜਾਏਗੀ। ਫਿਰ ਪਦਾਰਥਾਂ ਦੇ ਜੋੜਨ ਦਾ ਲੋਭ ਸੀ, ਅਭਿਮਾਨ ਹੰਕਾਰ ਜਲੋਂ ਸੜ ਜਾਏਗਾ। ਸਾਰੀ ਸ੍ਰਿਸ਼ਟੀ ਹੰਗਤਾ ਮਮਤਾ ਵਿੱਚ ਚੱਲ ਰਹੀ ਹੈ, ਪਰ ਜੀਵ ਦੇ ਹਿਰਦਿਆਂ ਨੂੰ ਲੋਭ ਅਤੇ ਅਭਿਮਾਨ ਸਾੜ ਰਹੇ ਨੇ। ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਉਹਨਾਂ ਨੇ ਇਹਨਾਂ ਅਗਨੀਆਂ ਤੋਂ ਆਪਣੇ ਆਪ ਨੂੰ ਬਚਾ ਲਿਆ। ਹੰਸੇਤ ਲੋਭ ਕੋ ਵਿਚਾਰੇ ਨਦੀਆਂ ਅਗ, ਭਵੈ ਦੱਜੈ ਨਾਨਕਾ ਤਰੀਏ ਕਰਮੀ ਲਾਗੇ, ਉਹ ਤਰ ਜਾਂਦੇ ਨੇ। ਨਾਨਕ ਸ਼ਬਦ ਵਿਚਾਰੀਐ, ਸਤਿਗੁਰੂ ਜੀ ਕਥਨ ਕਰਦੇ ਨੇ ਸ਼ਬਦ ਬ੍ਰਹਮ ਦੀ ਵਿਚਾਰ ਕਰੀਏ ਤੇ ਐਸੇ ਉਸ ਬ੍ਰਹਮ ਨੂੰ ਵਿਚਾਰੀਏ, ਉਹਦੇ ਗੁਣਾਂ ਨੂੰ ਵਿਚਾਰੀਏ। ਪਾਈਐ ਗੁਣੀ ਨਿਧਾਨ, ਫਿਰ ਗੁਣਾਂ ਦੇ ਨਿਧਾਨ ਖਜ਼ਾਨੇ ਕੌਣ? ਵਾਹਿਗੁਰੂ ਜੀ ਨੇ। ਉਹਨਾਂ ਨੂੰ ਪ੍ਰਾਪਤ ਕਰ ਲਈਦਾ ਹੈ, ਉਹ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬੜੇ ਗੂੜ ਭਾਵ ਅਸ਼ਟਪਦੀਆਂ ਦੇ ਅੰਦਰ ਰੱਖੇ ਹੋਏ ਨੇ। ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀਆਂ ਭਾਈ ਉੱਥੇ ਗੂੜ ਵਿਚਾਰਾਂ ਹੁੰਦੀਆਂ ਹਨ। ਤੇ ਨਾਲੇ ਹੁਣ ਮਹਾਰਾਜ ਦੀ ਕਿਰਪਾ ਹੈ ਵੀ ਚਲੋ ਮੌਸਮ ਵੀ ਥੋੜੀ ਜਿਹੀ ਠੀਕ ਹੈ, ਇਸ ਕਰਕੇ ਤੇ ਭਾਵੇਂ ਇਹਨਾਂ ਦਿਨਾਂ ਦੀ ਸੰਕੋਚ ਹੀ ਰੱਖਿਆ ਹੈ ਵੀ ਥੋੜਾ ਜਿਹਾ ਸਮਾਂ ਸੰਕੋਚ ਲਿਆ ਸੀ, ਪਰ ਹੁਣ ਮਹਾਰਾਜ ਕਿਰਪਾ ਕਰੇ ਜਿਉਂ ਮੌਸਮ ਠੀਕ ਹੁੰਦੀ ਹੈ ਤਾਂ ਕਿ ਮਾਰਗ ਲੰਮਾ ਹੈ, ਇਹਦੇ 'ਚ ਆਪਾਂ ਨੂੰ ਥੋੜਾ ਜਿਹਾ ਸਮਾਂ ਵੀ ਹੋਰ ਵਧਾਉਣਾ ਪਏਗਾ। ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ ਅੱਜ ਦੀ ਵਿਚਾਰ ਸਤਿਗੁਰੂ ਨੇ ਇੱਥੇ ਸਮਾਪਤ ਕਰਵਾਈ ਹੈ। ਕੱਲ ਨੂੰ ਫਿਰ ਸਮੇਂ ਸਿਰ ਲਾਹਾ ਪ੍ਰਾਪਤ ਕਰੀਏ ਜੀ। ਹਉਮੈ ਮਮਤਾ ਜਲ ਵਲੋ, ਲੋਭ ਜਲੋ ਅਭਿਮਾਨ, ਨਾਨਕ ਸ਼ਬਦ ਵਿਚਾਰੀਐ, ਪਾਈਐ ਗੁਣੀ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।